ਆਪਣੇ ਰੰਗ ਅਨੇਕ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਹੋਸਟ ਜਗੀਰ ਸਿੰਘ ਕਾਹਲੋਂ ਅਤੇ ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਹੈ ਉਹ ਬਹੁਤ ਪੱਖੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵੱਖਰੇ ਵੱਖਰੇ ਪਸਾਰ, ਉਸਾਰ ਅਤੇ ਵਿਸਤਾਰ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਉਣ ਦਾ ਕੰਮ ਵੀ ਕੀਤਾ। ਕਾਲਜ ਲੈਕਚਰਰ ਰਹੇ ਮੇਰੀ ਮੁਰਾਦ ਹੈ ਅਤੇ ਨਾਲ ਦੀ ਨਾਲ ਉਹਨਾਂ ਨੇ ਪ੍ਰਬੰਧਕੀ ਸੇਵਾਵਾਂ ਜਿਹੜੀਆਂ ਉਹ ਪੰਜਾਬ ਸਰਕਾਰ ਦੇ ਵਿੱਚ ਨਿਭਾਈਆਂ। ਮੀਡੀਆ ਨਾਲ ਵੀ ਵਾਬਸਤਾ ਰਹੇ ਅਤੇ 2013 ਦੇ ਵਿੱਚ ਉਹ ਕੈਨੇਡਾ ਦੇ ਵਿੱਚ ਪਹੁੰਚੇ ਨੇ। ਅਤੇ ਮੇਰੀ ਮੁਰਾਦ ਹੈ ਜੀ ਸਰਦਾਰ ਇੰਦਰਦੀਪ ਸਿੰਘ। ਇੰਦਰਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ। ਜਿਵੇਂ ਮੈਂ ਦੱਸਿਆ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤਜਰਬਾ ਹੈ ਉਹ ਭਾਰਤ ਦੇ ਵਿੱਚ ਹਾਸਲ ਕੀਤਾ। ਕਾਲਜਾਂ 'ਚ ਪੜ੍ਹਾਉਣਾ ਇੱਕ ਵੱਖਰੀ ਕਿਸਮ ਦਾ ਤਜਰਬਾ ਹੈ। ਇਹਨਾਂ ਨੇ ਪੇਂਡੂ ਕਾਲਜਾਂ 'ਚ ਵੀ ਪੜ੍ਹਾਇਆ ਔਰ ਪਟਿਆਲੇ ਦੇ ਮੋਦੀ ਮੁਲਤਾਨੀ ਕਾਲਜ ਦੇ ਵਿੱਚ ਵੀ ਇਹ ਅੰਗਰੇਜ਼ੀ ਪੜ੍ਹਾਉਂਦੇ ਰਹੇ, ਜਿਹਦਾ ਮਤਲਬ ਇਹ ਆ ਕਿ ਇਹ ਦੋ ਭਾਸ਼ਾਵਾਂ ਨਾਲ ਚੰਗੀ ਤਰ੍ਹਾਂ ਵਾਬਸਤਾ ਨੇ। ਫਿਰ ਇਹਨਾਂ ਨੇ ਪ੍ਰਬੰਧਕੀ ਕਾਰਜ ਜਿਹੜੇ ਹੈਗੇ ਆ ਉਹ ਵੀ ਨਿਭਾਏ ਆ, ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਰਹੇ ਆ। ਸੋ ਸਾਡੀ ਇਹ ਗੁੱਡ ਲੱਕ ਹੈ ਕਿ ਇੱਕ ਵਿਸ਼ਾਲ ਤਜਰਬੇ ਵਾਲੇ ਵਿਅਕਤੀ ਅੱਜ ਸਾਡੇ ਨਾਲ ਸ਼ਾਮਲ ਨੇ। ਇੰਦਰਦੀਪ ਜੀ, ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਪੜ੍ਹਾਉਣ ਦਾ ਜਿਹੜਾ ਮੌਕਾ ਉਹ ਕਿਵੇਂ ਮਿਲਿਆ? ਤੁਹਾਡੇ ਸ਼ੌਕ ਕਰਕੇ ਮਿਲਿਆ ਜਾਂ ਕੋਈ ਸਰਕਮਸਟੈਂਸਿਸ ਕਰਕੇ ਮਿਲਿਆ? ਕਾਲੂ ਸਾਹਿਬ, ਇਸ ਤਰ੍ਹਾਂ ਹੈ ਕਿ ਇਹਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਇਸ ਗੱਲ ਤੋਂ ਹੋਈ ਕਿ ਮੇਰੇ ਜਿਹੜੇ ਪਿਤਾ ਜੀ ਸੀ, ਹੁਣ ਉਹਨਾਂ ਦੀ ਡੈਥ ਹੋ ਗਈ ਆ, ਡਾਕਟਰ ਨਿਰਮਲ ਸਿੰਘ, ਪ੍ਰਿੰਸੀਪਲ ਨਿਰਮਲ ਸਿੰਘ ਦੇ ਤੌਰ 'ਤੇ ਜਾਣੇ ਜਾਂਦੇ ਸੀ। ਉਹ ਕਿਉਂਕਿ ਟੀਚਿੰਗ 'ਚ ਹੈਗੇ ਸੀ ਜੀ, ਇਸ ਕਰਕੇ ਐਂ ਲੱਗਦਾ ਸੀ ਕਿ ਵੀ ਇਹ ਇੱਕ ਮੇਰਾ ਇੱਕ ਕਹਿ ਲਓ ਵੀ ਡੈਸਟਿਨਡ ਪ੍ਰੋਫੈਸ਼ਨ ਬਣਨ ਲੱਗਿਆ ਜੀ ਜਦੋਂ। ਪਰ ਮੈਨੂੰ ਇਹ ਵੀ ਲੱਗਦਾ ਸੀ ਕਿ ਸਾਡੇ ਜਿਹੜੇ ਡੈਡ ਸੀ ਉਹ ਪਿਛਲੇ 18 ਸਾਲ ਤੋਂ ਪ੍ਰਿੰਸੀਪਲ ਸੀ ਜੀ, ਅਤੇ ਮੈਨੂੰ ਲੱਗਦਾ ਸੀ ਕਿ ਜੇ ਮੈਂ ਬਹੁਤੀ ਹਿੰਮਤ ਕਰਾਂਗਾ ਤਾਂ ਵੱਧ ਤੋਂ ਵੱਧ ਕੀ ਹੋਏਗਾ ਕਿ ਆਈ ਲੈਂਡ ਅਪ ਐਜ਼ ਪ੍ਰਿੰਸੀਪਲ। ਠੀਕ ਹੈ ਨਹੀਂ। ਸੋ ਮੇਰੇ ਮਨ 'ਚ ਆਇਆ ਵੀ ਕਿਉਂ ਨਾ ਕੁਛ ਇੱਕ ਵੱਖਰੀ ਲਕੀਰ ਜਿਹੜੀ ਆ ਉਹ ਖਿੱਚੀ ਜਾਏ। ਕੁਛ ਜਿਹੜਾ ਉੱਥੇ ਮਾਹੌਲ ਹੈਗਾ ਸੀ, ਜਦੋਂ ਕਿਤੇ ਗੈਸ ਦੇ ਸਿਲੰਡਰ ਲੈਣ ਜਾਈਦੇ ਸੀ ਜਾਂ ਵੱਡੀਆਂ ਵੱਡੀਆਂ ਲਾਈਨਾਂ 'ਚ ਖੜਨਾ ਪੈਂਦਾ ਸੀ ਅਤੇ ਪੁੱਛੀਦਾ ਸੀ ਯਾਰ ਇਹ ਬੰਦੇ ਕੌਣ ਹੈ ਜਿਹੜੇ ਕੰਟਰੋਲ ਕਰਦੇ ਆ। ਅਤੇ ਮਨ 'ਚ ਆਉਂਦਾ ਸੀ ਯਾਰ ਇਹ ਕਿੱਦਾਂ ਤਾਂ ਪਾਵਰਫੁੱਲ ਹੋ ਜਾਂਦੇ ਆ ਕਿ ਤੁਸੀਂ ਇਹ ਸਾਨੂੰ ਡਿਕਟੇਟ ਕਰਦੇ ਆ। ਅਸੀਂ ਬਾਹਰ ਖੜ੍ਹੇ ਹਾਂ ਧੁੱਪ ਦੇ ਵਿੱਚ ਅਤੇ ਕਦੀ ਇਹਨਾਂ ਦੀ ਮਰਜ਼ੀ ਹੈ ਸਿਲੰਡਰ ਦੇ ਦੇਣ ਨਾ ਦੇਣ, ਅਤੇ ਜਦੋਂ ਜੀਅ ਕਰਦਾ ਹੈ ਉਹ ਖਿੜਕੀ ਖੋਲ੍ਹ ਦਿੰਦੇ ਆ, ਜਦੋਂ ਜੀਅ ਕਰਦਾ ਬੰਦ ਕਰ ਦਿੰਦੇ ਆ ਜੀ। ਅਤੇ ਮੈਂ ਕਿਹਾ ਵੀ ਇਹ ਪਹਿਲਾਂ ਪਤਾ ਕਰੋ ਕੌਣ ਹੈ ਬੰਦੇ। ਅਤੇ ਫਿਰ ਪਤਾ ਲੱਗਿਆ ਵੀ ਇਹ ਵੱਡੇ ਵੱਡੇ ਅਫਸਰ ਹੈ ਜਿਹੜੇ ਕਿ ਕਾਫੀ ਮਿਹਨਤ ਕਰਕੇ ਇੱਥੇ ਪਹੁੰਚੇ ਹੈ। ਅਤੇ ਜਾਂ ਕਈ ਵਾਰ ਸਾਡੇ ਜਿੱਦਾਂ ਪਟਿਆਲੇ ਹੈ DC ਆਫਿਸ ਹੈਗਾ ਜਿੱਥੇ DC ਬੈਠਦਾ ਜੀ, ਅਤੇ ਕਈ ਵਾਰ ਨਾ ਉਹਦੇ DC ਦੇ ਦਫ਼ਤਰ ਦੇ ਕੋਲੋਂ ਲੰਘਦੇ ਹੋਏ ਦੇਖਣਾ ਯਾਰ ਇਹ ਪਤਾ ਨਹੀਂ ਯਾਰ DC ਕਿੱਦਾਂ ਦਾ ਬੰਦਾ ਹੁੰਦਾ ਅਤੇ ਕਿਸ ਤਰ੍ਹਾਂ ਦੀ ਇਹਦੀ ਦਿੱਖ ਹੋਏਗੀ, ਇਹਦੇ ਕਮਰੇ 'ਚ ਕਿੱਦਾਂ ਵੜਿਆ ਜਾ ਸਕਦਾ, ਮਤਲਬ ਡਰ ਜਿਹਾ ਖੌਫ ਜਿਹਾ ਲੱਗਦਾ ਸੀ। ਅਤੇ ਜਦੋਂ ਮੈਂ ਉਹ ਸਟੇਜ ਕ੍ਰਾਸ ਕਰਕੇ ਐਗਜ਼ਾਮ ਦੇ ਕੇ ਜਦੋਂ ਮੈਂ ਆ ਗਿਆ ਅਤੇ ਮੇਰੇ ਮਨ 'ਚ ਇਹ ਸੀ ਕਿ ਇਹ ਜਿਹੜੀ ਐਡਮਿਨਿਸਟ੍ਰੇਟਿਵ ਜਿਹੜੀ ਜੋਬ ਹੈਗੀ ਆ ਇਹ ਮੇਰੇ ਲਈ ਇੱਕ ਸ਼ੀਲਡ ਬਣੇਗੀ। ਮੈਂ ਉਹਨਾਂ ਨੂੰ ਜੁਆਇਨ ਕਰ ਰਿਹਾ ਤਾਂ ਕਿ ਜਿਹੜੀਆਂ ਰੋਜ਼ਮर्रा ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਇਹਨਾਂ ਤੋਂ ਮੈਂ ਬਚ ਜਾਵਾਂਗਾ ਜੀ। ਪਰ ਜਦੋਂ ਮੈਂ ਐਂਟਰ ਕਰ ਗਿਆ ਤਾਂ ਮੈਨੂੰ ਇਹ ਫੀਲ ਹੋਇਆ ਕਿ ਜਿਸ DC ਡਿਪਟੀ ਕਮਿਸ਼ਨਰ ਨੂੰ ਮੈਂ ਬਹੁਤ ਵਧੀਆ ਅਹੁਦਾ ਸਮਝਦਾ ਸੀ ਔਰ ਸਮਝਦਾ ਸੀ ਵੀ ਯਾਰ ਇਹ ਪਤਾ ਨਹੀਂ ਅੰਦਰ ਬੈਠਾ ਕੀ ਕਰਦਾ ਹੋਏਗਾ, ਜਦੋਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਦੇਖਿਆ, ਉਹਨਾਂ ਦੀ ਪ੍ਰੋਬਲਮ ਨਾਲ ਗ੍ਰਸਤ ਹੋਇਆ ਅਤੇ ਮੈਨੂੰ ਆਪ ਸਰਕਾਰੀ ਕਾਰ ਮਿਲ ਗਈ ਲਾਲ ਬੱਤੀ ਵਾਲੀ, ਅਤੇ ਮੈਨੂੰ ਕਈ ਵਾਰ ਐਂ ਲੱਗਦਾ ਸੀ ਕਿ ਮੈਂ ਵੀ ਹੁਣ ਉਸੇ ਐਡਮਿਨਿਸਟ੍ਰੇਟਿਵ ਮਸ਼ੀਨਰੀ ਦਾ ਇੱਕ ਪ੍ਰਿਸਨਰ ਬਣ ਗਿਆ, ਕਿਉਂਕਿ ਮੇਰੀ ਉੱਥੇ ਲਾਈਕਿੰਗ ਨਹੀਂ ਸੀ ਬਹੁਤੀ। ਜਦੋਂ ਮੈਂ ਮੈਂਟਲੀ ਬਹੁਤਾ ਇਸ ਗੱਲ ਲਈ ਐਡਜਸਟ ਨਹੀਂ ਸੀ, ਮੈਨੂੰ ਇਹੀ ਸੀ ਵੀ ਚਲੋ ਇਸ ਸੈਟਅਪ ਦੇ ਨਾਲ ਬੈਠ ਕੇ ਘੱਟੋ ਘੱਟ ਇਹ ਹੈ ਵੀ ਇਹਨਾਂ ਦੀ ਜਿਹੜੀ ਸਲਿੱਪ ਸਾਈਡ ਹੈਗੀ ਆ ਐਡਮਿਨਿਸਟ੍ਰੇਟਿਵ ਦੀ, ਉਹ ਘੱਟੋ ਘੱਟ ਉਹਨਾਂ ਦੇ ਜ਼ੋਰ ਜੁਰਮ ਤੋਂ ਮੈਂ ਬਚਿਆ ਰਹੂੰਗਾ। ਸੋ ਬੇਸਿਕਲੀ ਆਈ ਫੈਲਟ ਪ੍ਰੋਟੈਕਟਡ। ਇਸੇ ਕਰਕੇ ਮੈਂ ਬਹੁਤੀ ਇਹਨਾਂ ਦੀ ਜਿਹੜੀ ਜਦੋਜਹਿਦ ਹੁੰਦੀ ਸੀ ਜਾਂ ਇਹਨਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਬਹੁਤਾ ਪਾਰਟੀਸਪੇਟ ਨਹੀਂ ਕਰਦਾ, ਕਿਉਂਕਿ ਮੇਰਾ ਮਨ ਜਿਹੜਾ ਸੀ
ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਹੀਂ ਸੀ। ਹਾਲਾਂਕਿ ਪੜ੍ਹਿਆ ਬਹੁਤ ਸੀ ਮੈਂ, ਇਸ ਫੀਲਡ ਵਿੱਚ ਜਾ ਕੇ ਇਹਨੂੰ ਅੰਡਰਸਟੈਂਡ ਬੜਾ ਵਧੀਆ ਕੀਤਾ, ਲੋਕਾਂ ਨੂੰ ਮਿਲਣ ਦਾ ਵੀ ਬੜਾ ਵਧੀਆ ਮੌਕਾ ਮਿਲਾ, ਤੇ ਬਾਕੀ ਜਿਹੜਾ ਹੈ ਇੱਕ ਬੜੇ ਅੱਛੇ ਪ੍ਰਸ਼ਾਸਕ ਦੇ ਤੌਰ ਤੇ ਮੈਂ ਇਮਰਜ ਕੀਤਾ ਜੀ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜਾ ਜਿੱਦਾਂ ਹੁਣ ਤੁਸੀਂ ਸਵਾਲ ਕੀਤਾ ਸੀ ਵੀ ਟੀਚਿੰਗ ਕਿੱਦਾਂ ਹੋਇਆ, ਟੀਚਿੰਗ ਦਾ ਬੇਸਿਕਲੀ ਇਹੀ ਕਾਰਨ ਸੀ। ਫਿਰ ਕਿਉਂਕਿ ਜਦੋਂ ਹੁਣ ਅੱਗੇ ਬੱਚਿਆਂ ਨੇ ਜਿਹੜਾ ਹੈਗਾ ਉਹ ਬਾਹਰ ਦੀ ਉਡਾਰੀ ਮਾਰਨੀ ਸ਼ੁਰੂ ਕੀਤੀ, ਤੇ ਫਿਰ ਮੈਂ ਐਵੇਂ ਕਿਤੇ ਕੈਜੂਅਲੀ ਅਪਲਾਈ ਕਰ ਦਿੱਤਾ ਤੇ ਵੀਜ਼ਾ ਲੱਗ ਕੇ ਆ ਗਿਆ। ਕਿਉਂਕਿ ਮੈਂ ਐਡਮਿਨਿਸਟ੍ਰੇਸ਼ਨ 'ਚ ਹੈਗਾ ਸੀ, ਨਾ ਤੇ ਉਹਨਾਂ ਨੇ ਸਾਨੂੰ ਕਿਸੇ ਨੇ ਬੁਲਾਇਆ, ਤੇ ਘਰ ਹੀ ਬੈਠੇ ਸਾਡੀ ਐਪਲੀਕੇਸ਼ਨ ਚਲੀ ਗਈ, ਘਰ ਹੀ ਸਾਨੂੰ ਉਹ ਵੀਜ਼ਾ ਲੱਗ ਕੇ ਆ ਗਿਆ। ਸੋ ਉਹ ਵੀ ਨਹੀਂ ਪਤਾ ਲੱਗਿਆ ਵੀ ਕਦੋਂ ਲੱਗ ਕੇ ਆ ਗਿਆ। ਤੇ ਹਾਂ, ਜਦੋਂ ਲੱਗ ਕੇ ਆਇਆ ਤੇ ਉਦੋਂ ਮੈਂ 4 ਦਿਨ ਨਹੀਂ ਸੁੱਤਾ, ਕਿਉਂਕਿ ਮੈਨੂੰ ਲੱਗਿਆ ਵੀ ਇਹ ਤਾਂ ਨਵੀਂ ਕਹਾਣੀ ਸ਼ੁਰੂ ਹੋ ਗਈ, ਇਟਸ ਅ ਨਿਊ ਸਟੋਰੀ। ਤੇ ਮਿਸਿਸ ਮੇਰੇ ਵਾਈਸ ਪ੍ਰਿੰਸੀਪਲ ਹੈਗੇ ਸੀ ਉੱਥੇ ਡੇਰਾਬੱਸੀ ਕਾਲਜ, ਜਿਹੜਾ ਸਰਕਾਰੀ ਕਾਲਜ, ਤੇ ਸ਼ੀ ਵਾਸ 골ਡ ਮੈਡਲਿਸਟ। ਹੁਣ ਤਾਂ ਉਹ ਰਹੇ ਨਹੀਂ ਹੈਗੇ, 18 'ਚ ਉਹਨਾਂ ਦੀ ਡੈਥ ਹੋ ਗਈ ਸੀ। ਤੇ ਉਹ ਵੀ ਬੜੇ ਪਰੇਸ਼ਾਨ, ਕਹਿੰਦੇ ਯਾਰ ਇਹ ਕਿੱਦਾਂ ਦਾ ਸਿਸਟਮ ਸ਼ੁਰੂ ਹੋ ਗਿਆ। ਅੱਛਾ, ਬੱਚਿਆਂ ਦੇ ਪੈਰ ਨਹੀਂ ਸੀ ਲੱਗਦੇ। ਉਹ ਅਲਟੀਮੇਟਲੀ ਲੈ ਦੇ ਕੇ ਫਿਰ ਅਸੀਂ ਵੀ ਡਿਸਾਈਡਡ ਕਿ ਅਸੀਂ ਚੱਲੀਏ ਹੁਣ ਕੈਨੇਡਾ, ਤੇ ਅਸੀਂ ਫਿਰ 2013 ਦੇ ਵਿੱਚ ਇੱਥੇ ਪਹੁੰਚ ਗਏ। ਤੁਹਾਡੇ ਮੈਂ ਫਿਰ ਪਿੱਛੇ ਜਾਣਾ ਚਾਹੁੰਦਾ ਇੰਦਰਦੀਪ ਜੀ, ਹਾਂਜੀ, ਕਿ ਤੁਹਾਡੇ ਪਿਤਾ ਜੀ ਕਿਉਂਕਿ ਟੀਚਿੰਗ ਡਿਪਾਰਟਮੈਂਟ ਸੀਗੇ, ਮਤਲਬ ਪ੍ਰਿੰਸੀਪਲ ਸੀਗੇ, ਤੁਸੀਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਟੀਚਿੰਗ 'ਚ ਆਏ ਜਾਂ ਤੁਹਾਡੀ ਆਪਣੀ ਇੱਛਾ ਸੀਗੀ ਕਿ ਮੈਂ ਟੀਚਰ ਬਣਾ? ਦੇਖੋ, ਮੈਂ ਇਹ ਸਮਝਦਾ ਕਿ ਇੱਕ ਤਾਂ ਸੀ ਕਿ ਮੈਨੂੰ ਐ ਲੱਗਦਾ ਸੀ ਕਿ ਮੈਨੂੰ ਵਿਰਾਸਤ 'ਚ ਟੀਚਿੰਗ ਮਿਲ ਰਹੀ ਆ ਜੀ, ਇੱਕ ਤਾਂ ਗੱਲ ਇਹ ਸੀ। ਠੀਕ ਹੈ। ਦੂਜਾ ਇਹ ਸੀ ਕਿ ਮੈਨੂੰ ਉਹਦੇ ਵਿੱਚ ਜਿਹੜੀ ਪ੍ਰੋਬਲਮ ਇਹ ਸੀ ਕਿ ਹਾਲਾਂਕਿ ਮੈਨੂੰ ਟੀਚਿੰਗ 'ਚ ਕੋਈ ਪੜ੍ਹਾਉਣ 'ਚ ਕੋਈ ਪ੍ਰੋਬਲਮ ਨਹੀਂ ਸੀ, ਬੜੇ ਕਾਮਯਾਬੀ ਦੇ ਨਾਲ, ਬੜੀ ਇੱਜ਼ਤ ਨਾਲ ਮੈਂ ਮੋਦੀ ਕਾਲਜ ਪੜ੍ਹਾਉਂਦਾ ਰਿਹਾ। ਈਵਨ ਯੂਨੀਵਰਸਿਟੀ ਵੀ, ਪੰਜਾਬੀ ਯੂਨੀਵਰਸਿਟੀ ਜਿਹੜਾ ਉੱਥੇ ਹੈ ਨਾ, ਜਿਹੜਾ ਆਪਣਾ IAS ਸਟੱਡੀ ਸੈਂਟਰ ਹੈ, ਉੱਥੇ ਵੀ ਜਾ ਕੇ ਮੈਂ ਪੜ੍ਹਾਉਂਦਾ ਰਿਹਾ। ਠੀਕ ਹੈ। ਸੋ ਪੜ੍ਹਾਉਣ ਦੀ ਮੈਨੂੰ ਕੋਈ ਦਿੱਕਤ ਨਹੀਂ ਸੀ, ਬੜੇ ਇੱਜ਼ਤ ਨਾਲ ਮੈਂ ਜਿੰਨੇ ਸਾਲ ਵੀ ਪੜ੍ਹਾਇਆ ਡਟ ਕੇ ਪੜ੍ਹਾਇਆ। ਠੀਕ ਹੈ। ਪਰ ਮੈਨੂੰ ਲੱਗਦਾ ਸੀ ਕਿ ਯਾਰ ਅੱਗੇ ਦਾ ਫਿਊਚਰ ਜਿਹੜਾ ਹੈਗਾ ਨਾ, ਉਹ ਕੋਈ ਮੈਨੂੰ ਬਹੁਤਾ ਬ੍ਰਾਈਟ ਨਹੀਂ ਸੀ ਲੱਗਦਾ, ਖਾਸ ਕਰਕੇ ਇਨ ਦੇ ਕੰਟੈਕਸਟ ਕਿ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਇਹ ਫੀਲ ਹੋਣ ਲੱਗ ਗਿਆ ਸੀ ਕਿ ਜਿੰਨੀ ਕੁ ਟੈਕਨੋਲੋਜੀ ਦਾ ਵਿਸਾਰ ਹੋ ਗਿਆ ਹੈਗਾ, ਪ੍ਰਸਾਰ ਹੋ ਗਿਆ ਹੈਗਾ, ਉਹਦੇ ਨਾਲ ਮੈਨੂੰ ਇਹ ਲੱਗਦਾ ਸੀ ਕਿ ਜਿਹੜਾ ਲੈਕਚਰ ਸਿਸਟਮ ਹੈਗਾ ਉਹ ਕਿਤੇ ਨਾ ਕਿਤੇ ਥੱਲੇ ਨੂੰ ਜਾ ਰਿਹਾ। ਇਹਦੀ ਜਿਹੜੀ ਵੈਲਿਊ ਹੈ ਕਿਸੇ ਵੇਲੇ ਜਿਹੜੀ ਬਹੁਤ ਜ਼ਿਆਦਾ ਹੁੰਦੀ ਸੀ, ਉਹ ਕਾਫੀ ਥੱਲੇ ਹੋ ਗਈ। ਉਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਸੀ ਕਿ ਯਾਰ ਟੀਚਿੰਗ 'ਚ ਸਟਿਕ ਕਰਨਾ ਕੋਈ ਬਹੁਤਾ ਲਾਹੇਵੰਦ ਨਹੀਂ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਮੈਂ ਪ੍ਰਿੰਸੀਪਲ ਬਣ ਜਾਗਾ। ਅੱਛਾ, ਪ੍ਰਿੰਸੀਪਲ ਬਣਨ ਦੀਆਂ ਜਿਹੜੇ ਪੋਜ਼ਿਟਿਵ ਸਾਈਡ ਸੀ, ਨੈਗੇਟਿਵ ਸਾਈਡ ਸੀ, ਕਿਉਂਕਿ ਮੇਰੇ ਫਾਦਰ ਪ੍ਰਿੰਸੀਪਲ ਕਈ ਸਾਲਾਂ ਤੋਂ ਸੀ, ਉਹ ਮੈਨੂੰ ਸਾਰੇ ਪਤਾ ਸੀ। ਇਸ ਕਰਕੇ ਮੇਰਾ ਕੋਈ ਬਹੁਤਾ ਟੀਚਿੰਗ 'ਚ ਰਹਿਣ ਦਾ ਇੰਟਰਸਟ ਨਹੀਂ ਸੀ ਬਣਿਆ। ਤੇ ਲਾਸਟ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ, ਉਹ ਫਿਰ ਮੇਰੇ ਤੇ ਭਾਰੂ ਹੋ ਗਈ ਵੀ ਚਲੋ ਆਪਾਂ ਅਫਸਰ ਬਣ ਜਾਈਏ ਤੇ ਟੀਚਿੰਗ ਤੋਂ ਖਹਿੜਾ ਛੁੱਟ ਜਾਏਗਾ, ਤੇ ਦੂਜਾ ਹੈਗਾ ਕਿ ਵੀ ਐਡਮਿਨਿਸਟ੍ਰੇਸ਼ਨ ਚਲੇ ਜਾਵਾਂਗੇ ਤੇ ਆਰਾਮ ਨਾਲ ਉੱਥੇ ਬੈਠ ਕੇ ਜਿਹੜਾ ਹੈਗਾ ਜ਼ਿੰਦਗੀ ਜਿਹੜੀ ਆ ਬਸਰ ਕਰਾਂਗੇ। ਇਹ ਇਰਾਦਾ ਬਣ ਗਿਆ। ਤੇ ਤੁਸੀਂ PCS ਕਿਹੜੇ ਸਾਲ 'ਚ ਕੀਤੀ? ਮੈਂ 1988 ਦੇ ਵਿੱਚ। ਠੀਕ ਹੈ, ਠੀਕ ਹੈ। ਹਾਂਜੀ, ਹਾਂਜੀ। ਦਰਸ਼ਕਾਂ ਲਈ ਮੈਂ ਦੱਸਣਾ ਚਾਹਾਂਗਾ ਕਿ ਭਾਰਤ ਦੇ ਵਿੱਚ ਜਿਹੜੀ PCS ਹੈਗੀ ਆ, ਉਹ ਪ੍ਰੋਵਿੰਸ਼ੀਅਲ ਸਿਵਲ ਸਰਵਿਸਿਜ਼ ਜਿਹੜੀ ਆ ਹੈਗੀ ਆ, ਔਰ ਜਿੱਦਾਂ ਸੈਂਟਰਲ ਸਰਵਿਸਿਜ਼ ਹੈਗੀਆਂ, ਇਹ ਪ੍ਰੋਵਿੰਸ਼ੀਅਲ ਸਰਵਿਸਿਜ਼ ਹੈਗੀਆਂ। ਮੇਰਾ ਉਸ ਵੇਲੇ ਮੈਰਿਟ ਦੇ ਵਿੱਚ 4ਥਾ ਨੰਬਰ ਆਇਆ ਸੀ। ਠੀਕ ਹੈ ਜੀ। ਹਾਂਜੀ, ਹਾਂਜੀ। ਬਹੁਤ ਵਧੀਆ। ਤੁਸੀਂ ਕੈਨੇਡਾ ਜਾ ਕੇ ਇੰਦਰਦੀਪ ਜੀ 2013 'ਚ ਤੁਸੀਂ ਇੱਥੇ ਲੈਂਡ ਕੀਤਾ। ਜਦੋਂ ਤੁਸੀਂ ਲੈਂਡ ਕੀਤਾ ਤੇ ਤੁਹਾਡੇ ਕੋਲ ਪ੍ਰਬੰਧਕੀ ਤਜਰਬਾ ਵੀ ਸੀਗਾ ਭਾਰਤ ਦੇ ਵਿੱਚ, ਇੱਕ ਕਾਲਜ ਟੀਚਰ ਦਾ ਤਜਰਬਾ ਵੀ ਸੀਗਾ। ਤੁਸੀਂ ਜਦੋਂ ਇੱਥੇ ਲੈਂਡ ਕੀਤਾ ਤਾਂ ਤੁਹਾਨੂੰ ਇੱਥੇ ਡਿਫਰੈਂਟ, ਵੱਖਰਾ ਕੀ ਲੱਗਿਆ? ਦੇਖੋ, ਮੈਨੂੰ ਵੱਖਰਾ ਹੀ ਲੱਗਿਆ ਕਿ ਇੱਥੇ ਦਾ ਜਿਹੜਾ ਸਿਸਟਮ ਹੈ ਜੀ, ਜਿਹੜਾ ਸਿਸਟਮ ਹੈ, ਹਾਲਾਂਕਿ ਮੈਂ ਪੜ੍ਹ ਚੁੱਕਿਆ ਸੀ ਕਿ ਕਾਮਨਵੈਲਥ ਕੰਟਰੀਜ਼ ਦਾ ਹੀ ਪਾਰਟ ਹੈ ਜੀ। ਜਿੱਦਾਂ ਬ੍ਰਿਟਿਸ਼ਰਸ ਰਾਜ ਇੰਡੀਆ 'ਚ ਕਰਦੇ ਰਹੇ, ਉਦਾਂ ਹੀ ਇੱਥੇ ਰਾਜ ਕਰਦੇ ਰਹੇ। ਮੈਨੂੰ ਇਹ ਲੱਗਿਆ ਕਿ ਉੱਥੇ ਜਿੱਦਾਂ ਸਿਸਟਮ ਹੈਗਾ ਸੀ, ਜਿੱਦਾਂ ਸ਼ਹੀਦ ਭਗਤ ਸਿੰਘ ਉਹ ਕਹਿੰਦੇ ਸੀ ਆਪਣੀਆਂ ਡਾਇਰੀਆਂ ਦੇ ਵਿੱਚ ਕਿ ਇਹ ਨਾ ਹੋਏ ਕਿ ਅੱਜ ਜਿਹੜੇ ਹੈਗੇ ਆ, ਜਿਹੜੇ ਗੋਰੇ ਹੈਗੇ ਆ ਸ਼ਾਸਕ ਸਾਡੇ, ਜ਼ਾਲਮ ਜਿਹੜੇ ਆ ਉਹ ਚਲੇ ਜਾਣ ਤੇ ਉਹਦੀ ਬਜਾਏ ਕਾਲੇ ਆ ਜਾਣ। ਠੀਕ ਹੈ। ਸੋ ਇੰਡੀਆ 'ਚ ਤਾਂ ਉਹੀ ਕੁਝ ਹੋਇਆ। ਠੀਕ ਹੈ। ਜਦੋਂ ਤੁਸੀਂ ਇੱਥੇ ਆਏ ਤੇ ਮੈਨੂੰ ਲੱਗਿਆ ਕਿ ਇੱਥੇ ਜਿਹੜਾ ਐਡਮਿਨਿਸਟ੍ਰੇਟਿਵ ਸੈਟਅਪ ਹੈਗੀ ਹੈ, ਐਟਲੀਸਟ ਫॉर ਇੱਕ ਆਮ ਬੰਦੇ ਦੇ ਲਈ, ਉਹ ਬੜੀ ਫੇਵਰੇਬਲ ਹੈ। ਸਿਸਟਮ ਜਿਹੜਾ ਹੈਗਾ ਉਹ ਆਪਣੇ ਆਪ ਚੱਲ ਰਿਹਾ। ਠੀਕ ਹੈ। ਕੋਈ ਇੱਥੇ ਤੁਹਾਨੂੰ ਵਿਜ਼ੀਬਲ ਨਹੀਂ ਹੈ, ਕੋਈ DC ਨਹੀਂ ਹੈ, ਕੋਈ SSP ਨਹੀਂ ਹੈ, ਕੋਈ DIG ਨਹੀਂ ਹੈ, ਕੋਈ ਮਿਨਿਸਟਰ ਨਹੀਂ ਹੈ।
ਬੜਾ ਇੱਕ ਕਾਮ ਕੁਆਇਟ ਜਿਹੜਾ ਸਿਸਟਮ ਹੈ ਚੱਲ ਰਿਹਾ। ਔਰ ਸਮਵਟ ਮੈਨੂੰ ਕਈ ਵਾਰੀ ਫੀਲ ਹੁੰਦਾ ਸੀ ਕਿ ਮੈਨੂੰ ਨਾ ਕੁਝ ਚੰਡੀਗੜ੍ਹ ਦਾ ਵੀ ਸਮਵਟ ਫੀਲ ਹੁੰਦਾ ਸੀ, ਜਿੱਦਾਂ ਚੰਡੀਗੜ੍ਹ ਦੀ ਲਾਈਫ ਹੈ, ਤੁਸੀਂ ਵੀ ਦੇਖੀ ਹੋਈ ਹੈ ਚੰਡੀਗੜ੍ਹ ਦੀ ਲਾਈਫ, ਜਿੱਥੇ ਕਿ ਇਹ ਜਿਹੜੇ ਸਾਇੰਸ ਹੈ ਐਡਮਿਨਿਸਟ੍ਰੇਸ਼ਨ ਦੇ, ਜਾਂ ਜਿਹਨੂੰ ਕਹਿੰਦੇ ਦੀ ਫੇਸ ਆਫ ਐਡਮਿਨਿਸਟ੍ਰੇਸ਼ਨ, ਉਹ ਬਹੁਤਾ ਵਿਜ਼ੀਬਲ ਨਹੀਂ ਹੈ ਜੀ। ਔਰ ਮੈਨੂੰ ਬੜਾ ਚੰਗਾ ਲੱਗਦਾ ਸੀ ਵੀ ਤੁਸੀਂ ਕੋਈ ਵੀ ਕੰਮ ਛੋਟਾ ਮੋਟਾ ਕਰਾਉਣਾ ਹੈ, ਕੋਈ ਲਾਇਸੈਂਸ ਬਣਾਉਣਾ ਹੈ, ਕੋਈ ਕਿਸੇ ਨੂੰ ਰਿਨਿਊ ਕਰਵਾਉਣਾ ਹੈ, ਤੇ ਉਹਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਸੀ ਆਉਂਦੀ। ਹਾਲਾਂਕਿ ਮੈਨੂੰ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਸੀ, ਇਹ ਮੈਨੂੰ ਜ਼ਰੂਰ ਸੀ ਵੀ ਕਿਉਂਕਿ ਮੈਂ ਆਪ ਖੁਦ ਐਡਮਿਨਿਸਟ੍ਰੇਸ਼ਨ ਸੀ, ਸੋ ਮੇਰਾ ਕੰਮ ਤਾਂ ਕਦੀ ਨਹੀਂ ਸੀ ਰੁਕਦਾ। ਬਟ ਇੱਥੇ ਆ ਕੇ ਜਦੋਂ ਮੈਂ ਲੋਕਾਂ ਨਾਲ ਵੀ ਦੇਖਿਆ ਤੇ ਲੋਕਾਂ ਨਾਲ ਖੜ ਕੇ ਦੇਖਿਆ, ਤੇ ਮੈਨੂੰ ਲੱਗਿਆ ਕਿ ਲੋਕ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਇਹੀ ਕਾਰਨ ਹੈ ਕਿ ਲੋਕ ਉੱਥੋਂ ਜਹਾਜ਼ ਭਰ ਕੇ ਇੰਡੀਆ ਤੋਂ ਆਈ ਜਾ ਰਹੇ ਆ। ਮੈਂ ਇੰਦਰਦੀਪ ਜੀ ਤੁਹਾਡੀ ਗੱਲ ਦੀ ਤਸਦੀਕ ਕਰਦਾ ਹਾਂ ਕਿ ਅੱਜ ਹੀ ਮੈਂ ਇੱਥੇ ਕੋਈ ਮੇਰੇ ਇੰਡੀਆ ਤੋਂ ਨੋਨ ਸੀਗੇ, ਉਹਨਾਂ ਦੇ ਬੱਚੇ ਨੂੰ ਇੱਥੇ ਦਾਖਲ ਕਰਾਉਣਾ ਸੀਗਾ, ਤੇ ਸਕੂਲ ਦੇ ਵਿੱਚ ਗਏ ਤਾਂ ਜਿਹੜਾ ਐਡਮਿਨਿਸਟ੍ਰੇਸ਼ਨ ਹੈਗੀ ਆ, ਜਿਨ੍ਹਾਂ ਨੇ ਇਹ ਸਕੂਲਾਂ ਦੇ ਵਿੱਚ ਜਿਹੜੇ ਬਾਹਰੋਂ ਬੱਚੇ ਆਉਂਦੇ ਆ ਉਹਨਾਂ ਨੂੰ ਦਾਖਲ ਕਰਨ ਲਈ ਇੱਕ ਰਜਿਸਟ੍ਰੇਸ਼ਨ ਹੁੰਦੀ ਹੈਗੀ ਆ। ਉਹਦੇ ਵਿੱਚ ਜਿਹੜੀ ਲੇਡੀ ਕਹਿ ਲਓ, ਮਤਲਬ ਮੇਰੀ ਰਿਸ਼ਤੇਦਾਰ ਸੀ, ਉਹਨੇ ਫਾਰਮ ਭਰਿਆ ਸੀਗਾ, ਤਾਂ ਉਹਨੂੰ ਪੂਰਾ ਫਾਰਮ ਨਹੀਂ ਭਰਿਆ ਸੀਗਾ, ਉਹਦੇ ਵਿੱਚੋਂ ਕੁਝ ਰਹਿੰਦਾ ਸੀਗਾ, ਤਾਂ ਉਹਨੇ ਜਿਹੜੀ ਫਰੰਟ ਤੇ ਲੇਡੀ ਬੈਠੀ ਸੀਗੀ ਉਹਨੂੰ ਫੜਾਤਾ, ਤੇ ਉਹਨੇ ਕਿਹਾ ਵੀ ਤੁਹਾਡੇ ਕੁਝ ਕਾਲਮ ਜਿਹੜੇ ਆ ਨਾ ਭਰਨ ਵਾਲੇ ਰਹਿੰਦੇ ਆ। ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਇਹਨਾਂ ਨੂੰ ਸਮਝ ਨਹੀਂ ਲੱਗੀ ਤੇ ਇਸ ਕਰਕੇ ਰਹਿ ਗਏ ਆ। ਉਹਨੇ ਉਹ ਸਾਰੇ ਕਾਲਮ ਭਰੇ ਜੀ, ਭਰ ਕੇ ਤਸੱਲੀ ਕਰਕੇ ਤੇ ਸਾਨੂੰ ਕਹਿੰਦੇ ਜੀ ਹੁਣ ਤੁਹਾਡਾ ਕੰਪਲੀਟ ਹੋ ਗਿਆ। ਤੇ ਉਹ ਲੇਡੀ ਹੈਰਾਨ ਹੋ ਗਈ, ਕਹਿੰਦੀ ਜੀ ਜੇ ਮੈਂ ਇੰਡੀਆ 'ਚ ਹੁੰਦੀ ਤੇ ਫਿਰ ਉਹਨਾਂ ਨੇ ਪਤਾ ਨਹੀਂ ਕੀ ਕਹਿਣਾ ਸੀਗਾ। ਤੇ ਉਹ ਤਾਂ ਨਹੀਂ ਕਹਿੰਦੀ, ਪਰ ਮੈਂ ਕਹਿੰਦਾ ਆ, ਤੁਸੀਂ ਵੀ ਜਾਣਦੇ ਹੋ ਵੀ ਸ਼ਾਇਦ ਜਿਹੜਾ ਫਰੰਟ ਡੈਸਕ ਤੇ ਬੈਠਾ ਹੁੰਦਾ ਉਹ ਚੁੱਕ ਕੇ ਫਾਰਮ ਹੀ ਉਹਦੇ ਮੂੰਹ ਤੇ ਮਾਰਦਾ ਵੀ ਇਹ ਤੁਸੀਂ ਕਿਵੇਂ ਲੈ ਆਏ ਹੈਗੇ। ਸੋ ਇਹ ਜਿਹੜਾ ਨਾ ਜੀ, ਇਹ ਮੈਂ ਵੀ ਐਗਰੀ ਕਰਦਾ ਤੁਹਾਡੇ ਨਾਲ। ਤੇ ਹੁਣ ਇਹ ਆ ਕਿ ਤੁਸੀਂ ਇੱਥੇ ਆ ਕੇ ਕਾਰੋਬਾਰ ਵੀ ਕੀਤਾ, ਹਾਂਜੀ, ਤੁਸੀਂ ਮੀਡੀਆ ਨਾਲ ਸਟਿਲ ਵੀ ਵਾਬਸਤਾ ਹੈਗੇ ਆ। ਹਾਂਜੀ। ਤੇ ਜਿਹੜੇ ਉੱਥੇ ਵੀ ਤੁਸੀਂ ਦੇਖਦੇ ਰਹੇ ਆ, ਕਿਉਂਕਿ ਤੁਸੀਂ ਸਿਵਲ ਸਰਵਿਸ ਦੇ ਵਿੱਚ ਸੀਗੇ ਤੇ ਤੁਹਾਡਾ ਵਾਹ ਸਾਰੇ ਮਹਿਕਮਿਆਂ ਨਾਲ ਪੈਂਦਾ ਸੀਗਾ। ਸੋ ਇੱਥੇ ਕਾਰੋਬਾਰ ਕਰਨਾ ਤੇ ਉੱਥੇ ਕਾਰੋਬਾਰ ਕਰਨਾ, ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ? ਦੇਖੋ, ਉਹੀ ਗੱਲ ਹੈਗੀ ਆ ਕਿ ਦੇਖੋ ਸਿਸਟਮ ਉੱਥੇ ਵੀ ਹੈਗਾ, ਪਰ ਉੱਥੇ ਜਿਹੜੇ ਸਿਸਟਮ ਨੂੰ ਚਲਾਉਣ ਵਾਲੇ ਬੰਦੇ ਆ, ਭਲੇ ਮੈਂ ਕਹਾਂਗਾ ਕਿ ਨੀਤੀਆਂ ਦੋਵਾਂ ਦੀ ਇੱਕੋ ਜਿਹੀਆਂ, ਪਰ ਨੀਤ ਦੋਵਾਂ ਦੀ ਵੱਖਰੀ ਆ। ਉੱਥੇ ਲੋਕ ਬਦਨੀਅਤ ਹੋ ਚੁੱਕੇ ਆ, ਇੱਥੇ ਇਹਨਾਂ ਦੀ ਨੀਅਤ ਸਾਫ਼ ਹੈ। ਸੋ ਇਨ ਦਾ ਸੈਂਸ ਕਿ ਇੱਥੇ ਤੁਹਾਨੂੰ ਬਿਨਾਂ ਵਜ੍ਹਾ ਤੋਂ ਜਿਹੜਾ ਹੈ ਤੰਗ ਨਹੀਂ ਕੀਤਾ ਜਾਂਦਾ, ਜਦੋਂ ਕਿ ਉੱਥੇ ਜਿਹੜਾ ਹੈਗਾ ਬਿਨਾਂ ਵਜ੍ਹਾ ਤੋਂ ਬਦਨੀਅਤ ਰੱਖ ਕੇ ਤੰਗ ਕੀਤਾ ਜਾਂਦਾ, ਜਿਹੜਾ ਕਿ ਇੱਥੇ ਯੂ ਵਿਲ ਨਾਟ ਫਾਈਂਡ ਐਨੀਵੇਅਰ। ਤੁਸੀਂ ਬਹੁਤ, ਹਾਲਾਂਕਿ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ, ਮੈਨੂੰ ਪਤਾ ਹੈ ਕਿ ਜਦੋਂ ਕੈਨੇਡਾ ਦੇ ਵਿੱਚ ਪੰਜਾਬੀ ਆਏ, ਬਹੁਤ ਇਹਨਾਂ ਨੂੰ ਜਿਹੜੇ ਕਾਸਟਿਜ਼ਮ ਦਾ ਆ ਜਿਹੜਾ ਰੇਸ਼ਲਿਜ਼ਮ ਦਾ ਸਾਹਮਣਾ ਕਰਨਾ ਪਿਆ। ਈਵਨ ਆਪਣੀ ਕ੍ਰਿਮੇਸ਼ਨ ਕਰਨ ਦੇ ਵਿੱਚ ਇਹਨਾਂ ਨੂੰ ਦਿੱਕਤ ਆਈ। ਇਹਨਾਂ ਨੇ ਜਾ ਕੇ ਜੰਗਲਾਂ 'ਚ ਪਹਿਲਾਂ ਕ੍ਰਿਮੇਸ਼ਨਸ ਕੀਤੀਆਂ ਫਿਰ ਇਹਨਾਂ ਦੇ ਉਹ ਜਿਹੜੇ ਗਰੇਵਾਲ ਸਾਹਿਬ ਆਏ ਸੀ, ਨਿਰੰਜਨ ਸਿੰਘ ਗਰੇਵਾਲ, ਉਹਨਾਂ ਨੂੰ ਜਿਹੜੇ ਲੱਕੜ ਦੇ ਮਹਾਰਾਜਾ ਬਣ ਗਏ ਸੀ ਤੇ ਉਹ ਸਾਰਾ ਕੁਝ ਜਿਹੜਾ ਸੀ, ਜਾਂ ਕਾਮਾਗਾਟੋ ਮਾਰੂ ਦੀਆਂ ਜਿਹੜੀਆਂ ਇਨਸੀਡੈਂਟ ਹੋਈਆਂ, ਤੇ ਹੌਲੀ ਹੌਲੀ ਗ੍ਰੈਜੂਅਲੀ ਕਿੱਦਾਂ ਇਹ ਐਡਮਿਨਿਸਟ੍ਰੇਸ਼ਨ 'ਚ ਆਏ, ਲੈਜਿਸਲੇਟਿਵ 'ਚ ਆਏ, ਤੇ ਕਿਸ ਤਰ੍ਹਾਂ ਜਿਹੜੀ ਹੈ ਕਮਿਊਨਿਟੀ ਦੀ ਗਰੋਥ ਹੋਈ ਪਰ ਉਹ ਸਟਰਗਲ ਦਾ ਪਾਰਟ ਤਾਂ ਹੈਗਾ ਹੀ ਆ ਪਰ ਇਹਦੇ ਬਾਵਜੂਦ ਜਿਹੜਾ ਉੱਥੇ ਹੈ ਕਿ ਉੱਥੇ ਸਟਰਗਲਾਂ ਵੀ ਹੋਈਆਂ, ਸਭ ਕੁਝ ਹੋਇਆ। ਹੁਣ ਪਿੱਛੇ ਜਿਹੜੀ ਫਾਰਮਰਸ ਦੀ ਐਜੀਟੇਸ਼ਨ ਹੋਈ ਪੰਜਾਬ ਦੇ ਵਿੱਚ, ਉਹ ਸਾਰਾ ਕੁਝ ਹੋਇਆ, ਪਰ ਦੇਖੋ ਨਾ, ਪੰਜਾਬ ਦਾ ਜਿਹੜਾ ਉੱਥੇ ਕ੍ਰਾਈਸਿਸ ਹੈ ਜਾਂ ਐਗਰੀਕਲਚਰ ਦਾ ਕ੍ਰਾਈਸਿਸ ਹੈ, ਉੱਥੇ ਦਾ ਉੱਥੇ ਖੜਾ। ਉਹ ਇਸ ਕਰਕੇ ਜਿਹੜੀ ਗਰੋਥ ਹੈ, ਜਾਂ ਜਿਹਨੂੰ ਕਹਿ ਲਓ ਵੀ ਇੱਕ ਰਿਲੀਫ ਮਿਲ ਜਾਣਾ, ਇੱਕ ਰਿਪਰੀਵ ਮਿਲ ਜਾਣਾ, ਇੱਕ ਕਹਿਣਾ ਵੀ ਇਹ ਚਲੋ ਸਿਸਟਮ 'ਚ ਹੁਣ ਆਪਾਂ ਇਹ ਸਾਡਾ ਖਹਿੜਾ ਛੁੱਟ ਗਿਆ, ਹੁਣ ਉਹ ਇੰਡੀਆ 'ਚ ਮਿਲਦਾ ਨਹੀਂ। ਉਹ ਤੁਰਿਆ ਰਹਿੰਦਾ, ਗੱਲ ਕੁਛ ਨਾ ਕੁਛ ਉਹਦੀ ਗੱਲਬਾਤ ਤੁਰੀ ਰਹਿੰਦੀ ਹੈ। ਇਹ ਇੰਦਰਦੀਪ ਜੀ, ਤੁਸੀਂ ਇੱਕ ਨਵੀਂ ਡਾਇਮੈਂਸ਼ਨ ਜਿਹੜੀ ਆ ਉਹ ਮੈਨੂੰ ਦਿੱਤੀ ਹੈਗੀ ਆ, ਇੱਕ ਹਿੰਟ ਮੈਨੂੰ ਮਿਲਿਆ ਹੈਗਾ। ਉਹ ਦੋ ਗੱਲਾਂ ਆ, ਇੱਕ ਤਾਂ ਤੁਸੀਂ ਗੱਲ ਕੀਤੀ ਹੈਗੀ ਆ ਜਿਹੜੀ ਫਾਰਮਰਸ ਐਜੀਟੇਸ਼ਨ ਇੰਡੀਆ ਦੇ ਵਿੱਚ ਹੋਈ, ਉਹਦੀ ਸ਼ੁਰੂਆਤ ਭਾਵੇਂ ਪੰਜਾਬ ਤੋਂ ਹੋਈ, ਪਰ ਉਹ ਅਲਟੀਮੇਟਲੀ ਨੈਸ਼ਨਲ ਲੈਵਲ ਤੱਕ ਫੈਲ ਗਈ। ਤੇ ਦੂਜੀ ਤੁਸੀਂ ਕਾਮਾਗਾਟਾ ਮਾਰੂ ਦੀ ਗੱਲ ਕੀਤੀ ਹੈਗੀ ਆ। ਹੁਣ ਦੋ ਸਵਾਲ ਮੈਂ ਤੁਹਾਨੂੰ ਕਰਨੇ ਆ ਕਿ ਦੇਖੋ 1.5 ਸਾਲ ਦੇ ਕਰੀਬ ਜਿਹੜੇ ਫਾਰਮਰਸ ਹੈਗੇ ਆ ਭਾਰਤ ਭਰ ਦੇ, ਉਹ ਉੱਥੇ ਜਿਹੜੇ ਆ ਆਪਣੀਆਂ ਜੈਨੂਅਨ ਮੰਗਾਂ ਉਹਨਾਂ ਦੀਆਂ, ਉਹਦੇ ਲਈ ਉੱਥੇ ਧੁੱਪ 'ਚ ਸਰਦੀ ਗਰਮੀ 'ਚ ਬੈਠੇ ਰਹੇ, ਔਰ ਸਾਰੀ ਦੁਨੀਆ 'ਚ ਉਹਨਾਂ ਨੂੰ ਸਪੋਰਟ ਹੋਈ।
ਨਾਟ ਕੇਵਲ ਕਿ ਜਿਹੜੇ ਭਾਰਤੀ ਬਾਹਰ ਸੀਗੇ ਜਾਂ ਪੰਜਾਬੀ ਬਾਹਰ ਸੀਗੇ, ਜਿਹੜੇ ਸਾਡੇ ਵੱਡੇ ਮਤਲਬ ਇਕਨੋਮਿਸਟ ਹੈਗੇ ਆ ਇੰਟਰਨੈਸ਼ਨਲ ਦੇ, ਅਮ੍ਰਿਤਿਆ ਸੇਨ ਵਰਗੇ ਜਿਹੜੇ ਹੈਗੇ ਆ, ਉਹਨਾਂ ਨੇ ਵੀ ਸਪੋਰਟ ਕੀਤਾ। ਉਹਦੇ ਵਿੱਚ ਵੀ ਜਿਹੜੀ ਭਾਰਤ ਗੌਰਮੈਂਟ ਆ ਉਹ ਜਿਹੜਾ ਵਾਅਦਾ ਕੀਤਾ, ਜਿਹੜੀਆਂ ਮੰਗਾਂ ਸੀਗੀਆਂ ਉਹ ਮੰਨ ਕੇ ਤੇ ਉਹ ਅਜੇ ਤੱਕ ਲਾਗੂ ਨਹੀਂ ਹੋਈਆਂ। ਇੱਕ ਤਾਂ ਮੇਰਾ ਸਵਾਲ ਹੈਗਾ ਇਹ। ਦੂਜਾ ਸਵਾਲ ਹੈਗਾ ਕਿ ਕਾਮਾਗਾਟਾ ਮਾਰੂ ਦੇ ਸਬੰਧ ਦੇ ਵਿੱਚ ਤੁਹਾਨੂੰ ਪਤਾ ਕਿ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਉਸ ਗੱਲ ਦੀ ਮਾਫੀ ਮੰਗੀ ਆ ਕਿ ਸਾਡੇ ਵਡੇਰਿਆਂ ਕੋਲੋਂ ਗਲਤੀ ਹੋਈ ਕਿ ਅਸੀਂ ਜਿਹੜਾ ਪੰਜਾਬੀਆਂ ਨੂੰ ਇੱਥੇ ਕਾਮਾਗਾਟਾ ਮਾਰੂ ਦੇ ਉੱਤੋਂ ਜਿਹੜੇ ਮੁਸਾਫਰ ਸੀਗੇ ਉਤਰਨ ਨਹੀਂ ਦਿੱਤਾ। ਉਹਨਾਂ ਨੇ ਮਾਫੀ ਮੰਗ ਲਈ। ਇਹ ਦੋ ਗੱਲਾਂ ਜਿਹੜੀਆਂ ਇਹ ਤੁਸੀਂ ਕਿਵੇਂ ਦੇਖਦੇ ਹੋ? ਇੱਕ ਵਾਅਦਾ ਕਰਕੇ ਮੁਕਰਨਾ, ਇੱਕ ਦੂਸਰਾ ਜਿਹੜੀ ਗਲਤੀ ਹੋਈ ਆ ਉਹਨੂੰ ਬੜੀ ਵਿਸ਼ਾਲ ਦਿਲੀ ਨਾਲ ਮੰਨ ਲੈਣਾ। ਇਹਦੇ 'ਚ ਸਾਡੇ ਸਿਸਟਮ ਦੇ ਵਿੱਚ, ਯਾਨੀ ਸਾਡਾ ਦਾ ਭਾਵ ਭਾਰਤ ਦੇ ਸਿਸਟਮ ਦੇ ਵਿੱਚ ਤੇ ਕੈਨੇਡਾ ਦੇ ਸਿਸਟਮ ਦੇ ਵਿੱਚ ਤੁਹਾਨੂੰ ਕੀ ਫਰਕ ਦਿਖਾਈ ਦਿੰਦਾ? ਦੇਖੋ ਕਾਲੂ ਸਾਹਿਬ, ਇਹ ਜੇ ਆਪਾਂ ਸਿਸਟਮ ਦੇ ਬੇਸ ਤੇ ਗੱਲ ਕਰੀਏ ਤਾਂ ਮੈਂ ਸਮਝਦਾ ਹੈਗਾ ਕਿ ਇੰਡੀਆ ਦੇ ਵਿੱਚ ਉਹਨਾਂ ਨੇ ਜ਼ਰੂਰ ਵਾਅਦਾ ਕੀਤਾ, ਠੀਕ ਹੈ, ਕਿ ਅਸੀਂ ਦੇਖੋ ਜਿਹੜੇ 3 ਲਾਅ ਹੈਗੇ ਸੀ ਉਹ ਤਾਂ ਜ਼ਿਮੀਂਦਾਰਾਂ ਦੇ ਪ੍ਰੈਸ਼ਰ ਨਾਲ ਵਿਡਰਾ ਹੋ ਗਏ, ਠੀਕ ਹੈ ਜੀ। ਪਰ ਉਹ ਤੋਂ ਬਾਅਦ ਜਿਹੜਾ ਮੇਨ ਇਸ਼ੂ ਸੀ ਕਿ ਜਿਹੜਾ MSP ਹੈ ਇਹਨੂੰ ਤੁਸੀਂ ਲੀਗਲ ਇਹਦੀ ਜਿਹੜੀ ਹੈ ਸਟੇਟਸ ਬਣਾਓ, ਠੀਕ ਹੈ। ਉਹਦੇ 'ਚ ਉਹਨਾਂ ਨੇ ਉਹਨੂੰ ਖਟਾਈ 'ਚ ਪਾਤਾ, ਕਮੇਟੀਆਂ ਬਣਾਤੀਆਂ, ਕੋਈ ਸੁਪਰੀਮ ਕੋਰਟ ਦੇ ਲੈਵਲ ਤੇ ਬਣ ਗਈ, ਕੋਈ ਸਰਕਾਰ ਦੇ ਪੱਧਰ ਤੇ ਬਣ ਗਈ। ਪਰ ਅਲਟੀਮੇਟਲੀ ਉਧਰ ਪੰਜਾਬ ਦੀ ਇਲੈਕਸ਼ਨ ਅਨਾਉਂਸ ਹੋ ਗਈ ਤੇ ਕੁਝ ਨੇ ਲਾਲਚ ਕਰਕੇ ਇਲੈਕਸ਼ਨਾਂ ਵੀ ਲੜ ਲਈਆਂ, ਜਦੋਂ ਉੱਥੇ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਸੋ ਲੈ ਦੇ ਕੇ ਜਿਹੜਾ ਇੱਕ ਮੂਵਮੈਂਟ ਚੱਲੀ ਸੀ ਉਹ ਖਿੰਡਰ ਗਈ। ਜਦੋਂ ਹੁਣ ਆ ਗਈ ਆਪਾਂ ਕਾਮਾਗਾਟਾ ਮਾਰੂ ਦੀ ਕਿ ਕੀ ਜੇ ਕੋਈ ਕਿਸੇ ਨੇਸ਼ਨ ਤੋਂ ਕਿਤੇ ਗਲਤੀ ਹੋ ਜਾਂਦੀ ਹੈ ਤੇ ਕੀ ਉਹ ਮਾਫੀ ਮੰਗਣਾ ਉਹਦਾ ਉਚਿਤ ਹੈ ਕਿ ਨਹੀਂ? ਦੇਖੋ ਕਾਲਨ ਸਾਹਿਬ, ਇਹ ਨਾ ਦੁਨੀਆ ਦੀ ਬਹੁਤ ਵੱਡੀ ਲਿਸਟ ਬਣੀ ਹੋਈ ਹੈ। ਲਾਈਕ ਤੁਹਾਨੂੰ ਯਾਦ ਹੈ ਕਿ ਜਦੋਂ ਆਪਣੀ ਕੁਈਨ ਜਿਹੜੀ ਹੈਗੀ ਆ ਉਹ ਇੰਡੀਆ 'ਚ ਗਈ ਸੀ, ਉਹਨੂੰ ਆਖਿਆ ਗਿਆ ਸੀ ਕਿ ਭਾਈ ਤੁਸੀਂ ਜਿਹੜਾ ਇੱਥੇ ਸਾਕਾ ਹੋਇਆ ਜਲਿਆਂਵਾਲਾ ਬਾਗ ਦਾ ਤੁਸੀਂ ਮਾਫੀ ਮੰਗੋ, ਠੀਕ ਹੈ। ਤੇ ਉਹਨੇ ਟਾਲਤਾ ਸੀ, ਉਹਨੇ ਮਾਫੀ ਨਹੀਂ ਸੀ ਮੰਗੀ। ਉਹਨੇ ਕਿਹਾ ਸੀ ਕਿ ਜੇ ਮੈਂ ਇੱਥੇ ਮਾਫੀ ਮੰਗ ਲਈ, ਠੀਕ ਹੈ, ਤਾਂ ਮੈਨੂੰ ਬਾਕੀ ਜਿਸ ਜਗ੍ਹਾ ਤੇ ਵੀ ਅਸੀਂ ਇਸ ਤਰ੍ਹਾਂ ਦਾ ਅਤਿਆਚਾਰ ਕੀਤਾ ਉੱਥੇ ਵੀ ਮੰਗਣੀ ਪੈਣੀ ਹੈ। ਇਹ ਕਾਰਨ ਉਹਨੇ ਦਿੱਤਾ ਸੀ। ਹਾਲਾਂਕਿ ਉਦੋਂ ਜਿਹੜੇ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਆਪਣੇ ਪ੍ਰਾਈਮ ਮਿਨਿਸਟਰ ਹੁੰਦੇ ਸੀ IK ਗੁਜਰਾਲ, ਠੀਕ ਹੈ। ਉਹਨਾਂ ਦੇ ਬਾਹਰ ਲੋਕਾਂ ਨੇ ਆ ਕੇ ਪ੍ਰੋਟੈਸਟ ਕੀਤਾ ਤੇ ਇਹਨਾਂ ਨੇ, ਗੁਜਰਾਲ ਸਾਹਿਬ ਨੇ ਉਹਨਾਂ ਨੂੰ ਇਹ ਕਹਿ ਕੇ ਘਰ ਤੋਰਤਾ ਸੀ ਕਿ ਦੇਖੋ ਇਹ ਜਿਹੜਾ ਐਜੀਟੇਸ਼ਨ ਹੈ ਅੱਜ ਕਰਨ ਦਾ ਕੋਈ ਫਾਇਦਾ ਨਹੀਂ ਕੁਈਨ ਦੇ ਖਿਲਾਫ, ਕਿਉਂਕਿ ਕੁਈਨ ਨੇ ਕਿਹੜਾ ਆਰਡਰ ਕੀਤੇ ਸੀ 1919 ਦੇ ਵਿੱਚ। ਸੋ ਇਹਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਇਨ ਪਰਸਨ, ਠੀਕ ਹੈ। ਇਹ ਸੰਸਥਾ ਸੀ, ਉਹ ਨਹੀਂ ਕਿਤੇ ਅੱਜ ਹੈਗੀ। ਤੇ ਆਪਾਂ ਜਿਹੜੇ ਪਾਸਟ ਦੀਆਂ ਮਿਸਟੇਕਸ ਹੈਗੀਆਂ ਉਹ ਜਿਹੜੇ ਇਸ ਵੇਲੇ ਦੇ ਕਰੰਟ ਰੂਲਰਸ ਹੈ ਅਸੀਂ ਉਹਨਾਂ ਨੂੰ ਉਹਦੇ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਦੇਖੋ ਕਾਲੋ ਸਾਹਿਬ, ਜਿਹੜਾ ਬੰਬ ਅਮਰੀਕਾ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਸੁੱਟੇ ਸੀ, ਅੱਜ ਵੀ ਅਮਰੀਕਾ ਨੇ ਉਹਦੀ ਮਾਫੀ ਨਹੀਂ ਮੰਗੀ। ਅੱਜ ਵੀ ਉਹੀ ਜਿਹੜਾ ਔਨਸਲੌਟ ਹੈ ਉਹ ਚੱਲ ਰਿਹਾ ਹੈ। ਜਰਮਨੀ ਜੋ ਹਿਟਲਰ ਦੇ ਜਿਹਦਾ ਮਾਲਕ ਹੈਗਾ ਸੀ ਉਸ ਵੇਲੇ, ਉਹਨੇ ਅੱਜ ਤੱਕ ਮਾਫੀ ਨਹੀਂ ਮੰਗੀ ਕਿ ਮੈਂ ਜੋ ਕੀਤਾ ਸੀ ਉਹ ਗਲਤ ਸੀ। ਸੋ ਦੇਖੋ, ਇਹ ਮੈਂ ਸਮਝਦਾ ਕਿ ਚੰਗੀ ਗੱਲ ਹੈ। ਹੁਣ ਦੇਖੋ ਜਿੱਦਾਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਸੀ, ਉਹਨਾਂ ਨੇ ਬਲੂ ਸਟਾਰ ਬਾਰੇ ਮਾਫੀ ਮੰਗੀ। ਜਦੋਂ ਐਜ਼ ਸਿੱਖ ਪ੍ਰਾਈਮ ਮਿਨਿਸਟਰ ਉਹਨਾਂ ਨੇ ਮਾਫੀ ਮੰਗੀ ਕਿ ਇਹ ਜਿਹੜਾ ਕੰਮ ਸੀ ਗਲਤ ਹੋਇਆ। ਗੱਲ ਇਹ ਹੈ ਕਿ ਜਿਹੜਾ ਤੁਹਾਡਾ ਇਸ਼ੂ ਹੈਗਾ ਉਹ ਹੈ ਕਿ ਜਿਹੜੇ ਤੁਸੀਂ ਇੱਕ ਕਨਸਟੀਟਿਊਸ਼ਨ ਦੇ ਥੱਲੇ ਕੰਮ ਕਰਦੇ ਹੋ, ਉਹਦੇ ਥੱਲੇ ਜੇ ਤੁਸੀਂ ਪ੍ਰੋਮਿਸਸ ਦੇ ਦਿੰਦੇ ਹੋ ਤਾਂ ਉਹਦੇ ਤੇ ਤੁਹਾਨੂੰ ਸਟਿਕ ਕਰਨਾ ਚਾਹੀਦਾ। ਲਾਈਕ ਇੱਥੇ ਇੱਕ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਚੱਲ ਰਹੀ ਸੀ, ਉਹ ਸੀ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਬਾਰੇ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਸ ਤਰੀਕੇ ਨਾਲ ਉਸ ਵੇਲੇ ਦੀਆਂ ਸੈਂਟਰਲ ਗਵਰਨਮੈਂਟਸ ਜਿਹੜੀਆਂ ਸੀ, ਫੈਡਰਲ ਗਵਰਨਮੈਂਟ ਸੀ ਜਾਂ ਜਿਹੜੀ ਚਰਚ ਹੈਗੀ ਸੀ, ਉਹਨਾਂ ਨੇ ਮਿਲ ਕੇ ਜਿਹੜੇ ਸਕੂਲ ਬਣਾਏ ਹੋਏ ਸੀ ਐਬੋਰੀਜਿਨੀਜ਼ ਦੇ ਲਈ, ਮੂਲ ਨਿਵਾਸੀਆਂ ਦੇ ਲਈ, ਔਰ ਜਿਸ ਤਰ੍ਹਾਂ ਦਾ ਉਹਨਾਂ ਤੇ ਅਤਿਆਚਾਰ ਹੋਇਆ ਉਹਦੇ ਲਈ ਦੇਖੋ ਪਹਿਲਾਂ ਜਿਹੜੇ ਪ੍ਰਾਈਮ ਮਿਨਿਸਟਰ ਹਾਰਪਰ ਸੀ ਉਹਨਾਂ ਨੇ ਮਾਫੀ ਮੰਗੀ, ਠੀਕ ਹੈ। ਉਹ ਤੋਂ ਬਾਅਦ ਉਹਨਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਜਿਹੜੇ ਪੋਪ ਹੈਗੇ ਆ ਉਹ ਸਾਡੀ ਧਰਤੀ ਤੇ ਆ ਕੇ ਇਸ ਗੱਲ ਦੀ ਮਾਫੀ ਮੰਗਣ ਜੀ। ਐਂਡ ਅਲਟੀਮੇਟਲੀ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਪੋਪ ਜਿਹੜੇ ਹੈਗੇ ਆ ਉਹ ਆਏ ਸੀ, ਉਹਨਾਂ ਨੇ ਪਹਿਲਾਂ ਮਾਫੀ ਮੰਗੀ ਇੱਥੇ ਆ ਕੇ।
ਇਸ ਤੋਂ ਪਹਿਲਾਂ ਹਾਲਾਂਕਿ ਉਹ ਬੋਲੀਵੀਆ ਦੇ ਵਿੱਚ 2015 ਚ ਇਹਦੀ ਮਾਫੀ ਮੰਗ ਚੁੱਕੇ ਸੀ, ਪਰ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਹੈ ਉਹਨਾਂ ਦੀ ਇਹ ਡਿਮਾਂਡ ਸੀ ਕਿ ਸਾਡੇ ਇੱਥੇ ਆ ਕੇ ਤੁਸੀਂ ਮਾਫੀ ਮੰਗੋ ਤਾਂ ਅਸੀਂ ਮੰਨਾਂਗੇ। ਹਾਲਾਂਕਿ ਮੈਂ ਉਸ ਮਾਫੀ ਨਾਲ ਅਜੇ ਵੀ ਸੰਤੁਸ਼ਟ ਨਹੀਂ ਆ, ਕਿਉਂਕਿ ਜਿਹੜਾ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦਾ ਜਿਹੜਾ ਆਧਾਰ ਹੈਗਾ ਸੀ ਉਹ ਹੈਗਾ ਸੀ ਇੱਕ ਡਾਕਟਰੀਨ ਸੀ ਜਿਹਨੂੰ ਡਾਕਟਰੀਨ ਆਫ ਡਿਸਕਵਰੀ ਕਹਿੰਦੇ ਆ ਜੀ, ਜਿਹਦੇ ਤਹਿਤ ਇਹਨਾਂ ਨੇ ਤਸ਼ੱਦਦ ਕੀਤਾ, ਜਿਹੜੀਆਂ ਇੱਥੋਂ ਦੀਆਂ ਲੈਂਡਸ ਹੈਗੀਆਂ ਸੀ ਉਹਨਾਂ ਨੂੰ ਗ੍ਰੈਬ ਕੀਤਾ। ਠੀਕ ਹੈ, ਮੈਂ ਚਾਹੁੰਦਾ ਕਿ ਜੇ ਸਰਕਾਰ ਵਾਕਈ ਹੀ ਇਹਨਾਂ ਨੂੰ ਜਸਟਿਸ ਦੇਣਾ ਚਾਹੁੰਦੀ ਹੈ ਤਾਂ ਉਹ ਜਿਹੜਾ ਡਾਕਟਰੀਨ ਆਫ ਡਿਸਕਵਰੀ ਹੈ ਉਹਨੂੰ ਅਬੈਂਡਨ ਕਰ ਦੇਣਾ ਚਾਹੀਦਾ, ਉਹਨੂੰ ਛੱਡ ਦੇਣਾ ਚਾਹੀਦਾ, ਔਰ ਜਿਹੜੀਆਂ ਲੈਂਡਸ ਐਬੋਰੀਜਿਨਸ ਦੀਆਂ ਓਰੀਜਨਲ ਹੈਗੀਆਂ ਉਹ ਉਹਨਾਂ ਨੂੰ ਰਿਸਟੋਰ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ। ਜੋ ਕੁਝ ਪਹਿਲਾਂ ਹੋ ਗਿਆ ਉਹਦੇ ਲਈ ਮਾਫੀ, ਪਰ ਅੱਗੇ ਦੇ ਲਈ ਜਿਹੜਾ ਸਿਸਟਮ ਹੈ ਉਹ ਰਿਸਟੋਰ ਕਰਨਾ ਚਾਹੀਦਾ। ਇਸ ਸੰਬੰਧ 'ਚ ਹੀ ਇੰਦਰਦੀਪ ਜੀ, ਜਿਹੜੀ ਕੈਨੇਡੀਅਨ ਗੌਰਮੈਂਟ ਆ, ਹੁਣ ਜਦੋਂ ਵੀ ਕੋਈ ਪ੍ਰੋਗਰਾਮ ਸ਼ੁਰੂ ਹੁੰਦਾ ਆ ਤਾਂ ਉਹਦੇ ਵਿੱਚ ਇੱਕ ਤਰੀਕੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ ਜਿਹੜੇ ਐਬੋਰੀਜਨਲ ਹੈਗੇ ਆ, ਮਤਲਬ ਕਿ ਅਸੀਂ ਉਹਨਾਂ ਦੇ ਥੈਂਕਫੁਲ ਆ ਕਿ ਇਹ ਜਿਹੜੀ ਲੈਂਡ ਹੈਗੀ ਆ ਇਹ ਅਸਲ 'ਚ ਉਹਨਾਂ ਦੀ ਆ, ਅਸੀਂ ਉਹਨਾਂ ਨੂੰ ਆਪਣੀ ਰਿਸਪੈਕਟ ਪੇ ਕਰਦੇ ਆ। ਇਹ ਤੇ ਮੈਂ ਸਮਝਦਾ ਵੀ ਇੱਕ ਪੋਜ਼ਿਟਿਵ ਸਟੈਪ ਹੈ। ਨਹੀਂ, ਇਹ ਬੜਾ ਪੋਜ਼ਿਟਿਵ ਹੈ ਜੀ। ਔਰ ਮੈਂ ਇੱਥੇ ਆ ਕੇ ਇੱਕ ਹੋਰ ਗੱਲ ਸਿੱਖੀ ਆ। ਦੇਖੋ, ਤੁਸੀਂ ਬੜੇ 3-4 ਮਾਈਲਸਟੋਨ ਹੀ ਮੈਂ ਦੱਸਾਂਗਾ, ਹਾਲਾਂਕਿ ਇੰਡੀਆ 'ਚ ਲਗਾਤਾਰ ਬਹੁਤ ਸਾਰੇ ਇੰਸੀਡੈਂਟ ਹੋ ਰਹੇ ਆ ਜੀ। ਲਾਈਕ ਉੱਥੇ ਗੋਦਰਾ ਕਾਂਡ ਹੋਇਆ, ਬਲੂ ਸਟਾਰ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਜਿਹੜਾ ਨਸਲਕੁਸ਼ੀ ਹੋਈ 1984 ਦੀ। ਠੀਕ ਹੈ ਜੀ, ਤੇ ਇਹ ਵੱਡੇ ਇੰਸੀਡੈਂਟ ਸੀ ਜਿਹੜੇ ਕਿ ਉੱਥੇ ਹੋਏ ਸੀ। ਇਵਨ 1947 ਦਾ ਵੀ ਤੁਸੀਂ ਕਹਿ ਸਕਦੇ ਹੋ। ਠੀਕ ਹੈ ਜੀ, ਪਰ ਵੱਖਰੇ ਵੱਖਰੇ ਨੇਤਾਵਾਂ ਵੱਲੋਂ ਵੱਖ-ਵੱਖ ਟਾਈਮ ਦੇ ਉੱਤੇ ਇਹਦੀ ਡਿਮਾਂਡ ਕੀਤੀ ਗਈ ਕਿ ਤੁਸੀਂ ਟਰੂਥ ਐਂਡ ਰਿਕਨਸੀਲੀਏਸ਼ਨ ਜਿਹੜਾ ਕਮਿਸ਼ਨ ਹੈ ਉਸ ਨੂੰ ਗਠਨ ਕਰੋ ਔਰ ਉਹਦੀ ਰਿਪੋਰਟ ਲਓ। ਅੱਜ ਵੀ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਓ ਜਾਂ 4 ਸਕਾਲਰ ਬੁਲਾ ਲਓ, ਉਹਨਾਂ ਨੂੰ ਪੁੱਛੋ ਕਿ ਬਲੂ ਸਟਾਰ ਵੇਲੇ ਜਾਂ ਜਿਹੜੇ ਦਿੱਲੀ 'ਚ ਰਾਈਟਸ ਹੋਏ ਸੀ ਉਹਦੇ ਵਿੱਚ ਕਿੰਨੇ ਲੋਕ ਕਤਲ ਹੋ ਗਏ ਸੀ, ਤਾਂ ਕਿਸੇ ਕੋਲ ਸੱਚਾਈ ਦਾ ਨਹੀਂ ਪਤਾ। ਮਤਲਬ ਕਤਲਾਂ ਦੀ ਗੱਲ ਕਰ ਰਿਹਾ, ਕਿਹਨੇ ਕਿੰਨਾ ਨੈਗੇਟਿਵ ਰੋਲ ਅਦਾ ਕੀਤਾ ਉਹਦੀ ਨਹੀਂ ਗੱਲ ਕਰ ਰਿਹਾ ਜੀ। ਠੀਕ ਹੈ, ਤੁਸੀਂ ਉੱਥੋਂ ਇਮੈਜਿਨ ਕਰੋ ਕਿ ਕਿੰਨੀ ਸ਼ਿੱਦਤ ਨਾਲ ਇਹ ਮੈਂ ਮਹਿਸੂਸ ਕਰਦਾ ਕਿ ਉੱਥੇ ਜਿੱਦਾਂ ਇੱਥੇ ਇਹਨਾਂ ਨੇ ਰਿਕਨਸੀਲੀਏਸ਼ਨ ਕਮਿਸ਼ਨ ਬਣਾ ਕੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਦੇ ਬੱਚੇ ਸੀ ਉਹਨਾਂ ਨੂੰ ਇਨਸਾਫ ਅਲਟੀਮੇਟਲੀ ਦਿੱਤਾ। ਮੈਂ ਚਾਹੁੰਦਾ ਕਿ ਇਹੀ ਪੈਟਰਨ ਦੇ ਉੱਤੇ ਇੰਡੀਆ ਦੇ ਵਿੱਚ ਵੀ ਜਿੱਥੇ ਕਿਤੇ ਵੀ ਜਾਤੀ ਹੁਣ, ਦੇਖੋ ਪਿੱਛੇ ਜੇ ਤੁਹਾਨੂੰ ਪਤਾ ਉਹ ਜਿਹੜੀ ਕਸ਼ਮੀਰ ਫਾਈਲਸ ਫਿਲਮ ਬਣੀ ਸੀ, ਬੜਾ ਰੌਲਾ ਪਿਆ ਜੀ। ਉਹਦੇ ਤੇ ਜੇ ਤੁਸੀਂ ਕਿਸੇ ਕਸ਼ਮੀਰੀ ਪੰਡਤ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਫਿਲਮ ਨਾਲ ਥੋੜਾ ਹੈਲਪ ਹੁੰਦੀ ਹੈ। ਬਿਲਕੁਲ, ਤੁਸੀਂ ਹੈਲਪ ਕਰਨੀ ਹੈ ਤਾਂ ਉਹਨਾਂ ਨੂੰ ਤੁਸੀਂ ਕੋਈ ਮਾਲੀ ਹੈਲਪ ਕਰੋ, ਉਹਨਾਂ ਦੇ ਜੋ ਕੁਝ ਨੁਕਸਾਨ ਹੋਇਆ ਉਹਦੀ ਟਰੂਥ ਐਂਡ ਰਿਕਨਸੀਲੀਏਸ਼ਨ ਕਮਿਸ਼ਨ ਬਣਾਓ ਤਾਂ ਕਿ ਇੱਕ ਵਾਰੀ ਕੇਸ ਕਲੋਜ਼ ਹੋ ਜੇ। ਦੇਖੋ, ਜਿਹੜਾ ਰਿਕਨਸੀਲੀਏਸ਼ਨ ਕਮਿਸ਼ਨ ਹੈ ਨਾ, ਉਹਦਾ ਸਭ ਤੋਂ ਪੋਜ਼ਿਟਿਵ ਸਾਈਡ ਇਹ ਹੁੰਦਾ ਕਿ ਉਹਦੇ ਨਾਲ ਜਿਹੜੀ ਚੀਜ਼ ਆ ਨਾ ਇੱਕ ਵਾਰੀ ਖੁੱਲਦੀ ਹੈ, ਲੋਕਾਂ ਦੀ ਓਪੀਨੀਅਨ ਆਉਂਦੀ ਹੈ, ਕੋਈ ਵੀ ਜੋ ਵੀ ਉੱਥੋਂ ਦਾ ਲਾਅ ਆਫ ਦੀ ਲੈਂਡ ਹੁੰਦਾ ਉਹਦੇ ਮੁਤਾਬਕ ਇੱਕ ਫੈਸਲਾ ਹੋ ਜਾਂਦਾ, ਕੇਸ ਕਲੋਜ਼ ਹੋ ਜਾਂਦਾ। ਸਾਡੀ ਬਦਕਿਸਮਤੀ ਕੀ ਹੈਗੀ ਹੈ ਕਿ ਸਾਡਾ ਖਲਾਰਾ ਕਦੀ ਪੈਂਦਾ ਹੀ ਨਹੀਂ, ਮਤਲਬ ਕਿ ਖਲਾਰਾ ਕਦੀ ਮੁੱਕਦਾ ਹੀ ਨਹੀਂ। ਇਹਦੇ 'ਚ ਤੁਸੀਂ ਬੜੀ ਸੁਣੀ, ਜਿੱਦਾਂ ਮੇਰੇ ਡੈਡ ਕਹਿੰਦੇ ਹੁੰਦੇ ਸੀ, ਕਹਿੰਦੇ ਤੇ ਉਹਨੂੰ ਵੇਲਣ ਵਾਲੀ ਗੱਲ ਹੈ ਵੀ ਉਹਨੂੰ ਨੂੰ ਵੇਲੋਗੇ ਤਾਂ ਕੀ ਨਿਕਲੇਗਾ। ਤੁਸੀਂ ਇਹਦੇ 'ਚ ਤੁਸੀਂ ਦੇਖੋ ਕਿ ਗੁਜਰਾਤ ਦੇ ਜਿਹੜੇ ਮਤਲਬ ਜੈਨੋਸਾਈਡ ਹੀ ਕਹਿੰਦੇ ਆਪਾਂ, ਕੋਈ ਦੰਗਿਆਂ ਵਾਲੀ ਤਾਂ ਗੱਲ ਹੈ ਨਹੀਂ ਸੀਗੀ, ਨਾ ਹੀ ਦਿੱਲੀ ਦੰਗਿਆਂ ਵਾਲੀ ਗੱਲ ਸੀਗੀ, ਨਾ ਹੀ ਗੁਜਰਾਤ 'ਚ। ਤੇ ਉਹਦੇ ਉੱਤੇ ਇੱਕ ਪੱਤਰਕਾਰ ਨੇ ਜੇ ਮਤਲਬ ਸਟੋਰੀਆਂ ਕੱਢੀਆਂ, ਉਹਨੇ ਕਿਤਾਬ ਲਿਖੀ, ਤਾਂ ਉਹਨੂੰ ਮਤਲਬ ਕੋਈ ਐਪਰੀਸ਼ੀਏਟ ਨਹੀਂ ਕੀਤਾ। ਨਾ ਜੀ ਨਾ। ਅੱਛਾ, ਜੇ ਦੇਖੋ ਹੁਣ BBC ਨੇ ਡਾਕੂਮੈਂਟਰੀਜ਼ ਬਣਾਈਆਂ ਹੈਗੀਆਂ 2 ਪਾਰਟ ਦੇ ਵਿੱਚ, ਤੁਸੀਂ ਵੀ ਦੇਖੀ ਹੋਊਗੀ। ਮੈਂ ਦੇਖ ਲਈ। ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਨੇ ਸੱਚਾਈ ਲਿਆਂਦੀ ਹੈਗੀ ਹੈ ਲੋਕਾਂ ਦੇ ਸਾਹਮਣੇ, ਤੇ ਉਹਦੇ ਕਰਕੇ ਮਤਲਬ ਉਹਨਾਂ ਤੇ ਜੀ ਕੇਸ ਦਰਜ ਕਰ ਦਿਓ ਜੀ, ਉਹਨਾਂ ਨੂੰ ਬੈਨ ਕਰ ਦਿਓ ਜੀ। ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਦੇਖੋ ਜੇ ਕੋਈ ਗੱਲ ਲੋਕਾਂ ਤੋਂ ਤੁਸੀਂ ਲੁਕਾਉਂਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਉਹਨਾਂ ਨਾਲ ਧਰੋਕ ਮਾਰ ਰਹੇ ਹੈਗੇ ਆ। ਬਿਲਕੁਲ ਠੀਕ। ਜੇ ਤੁਸੀਂ ਰਿਐਲਿਟੀ ਸਾਹਮਣੇ ਲਿਆਉਂਦੇ ਆ ਤਾਂ ਇਹ ਵਰਕ ਕਰਦੀ ਹੈਗੀ ਆ। ਸੋ ਥੋੜਾ ਜਿਹਾ ਮੋੜ ਅਸੀਂ ਇੰਦਰਦੀਪ ਜੀ ਕੱਟਦੇ ਆ। ਮੈਂ ਤੁਹਾਨੂੰ ਇਹਦੇ ਬਾਰੇ ਇੱਕ ਕਮੈਂਟ ਹੋਰ ਕਰਨਾ ਚਾਹੂੰਗਾ ਜੀ। ਦੇਖੋ ਕਾਲੂ ਸਾਹਿਬ, ਜਦੋਂ ਐਬਰੋਗੇਸ਼ਨ ਹੋਈ 370 ਦੀ ਜੀ ਇੰਡੀਆ ਦੇ ਵਿੱਚ, ਮੈਂ ਉਹਦੇ ਖਿਲਾਫ ਸੀ। ਠੀਕ ਹੈ।
ਕਿਉਂਕਿ ਮੈਨੂੰ ਐ ਲੱਗਦਾ ਸੀ ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹ ਬਹੁਤ ਸਾਰੀਆਂ ਪ੍ਰੋਮਿਸਸ ਕਰਦਾ ਹੈ ਲੋਕਾਂ ਦੇ ਨਾਲ ਜੀ। ਔਰ ਉਹ ਪ੍ਰੋਮਿਸਸ ਦੀ ਸੈਂਕਟਿਟੀ ਹੁੰਦੀ ਹੈ, ਠੀਕ ਹੈ, ਉਹਨੂੰ ਤੋੜਨਾ ਨਹੀਂ ਚਾਹੀਦਾ। ਠੀਕ ਹੈ। ਜਦੋਂ ਤੁਸੀਂ ਹਜ਼ਾਰ ਕਾਰਨ ਦਿਓ ਕਿ ਜੀ ਅਸੀਂ ਇਹਨੂੰ ਸਟੇਟ ਨੂੰ ਯੂਟੀ ਨੂੰ ਸਟੇਟ ਬਣਦੇ ਤਾਂ ਅਸੀਂ ਦੇਖਿਆ ਸੀ, ਪਰ ਸਟੇਟ ਨੂੰ ਯੂਟੀ ਬਣਦੇ ਅਸੀਂ ਕਦੀ ਨਹੀਂ ਸੀ ਦੇਖਿਆ। ਬਿਲਕੁਲ ਠੀਕ ਹੈ। ਫਿਰ ਇੱਕ ਖਾਸ ਕਮਿਊਨਿਟੀ ਨੂੰ ਤੁਸੀਂ ਕਹਿਣਾ ਕਿ ਅਸੀਂ ਜਿਹੜਾ ਤੁਹਾਡਾ ਹੈਗਾ ਸਿਟੀਜ਼ਨ ਅਮੈਂਡਮੈਂਟ ਐਕਟ ਹੈ ਅਸੀਂ ਉਹਦੇ ਵਿੱਚ ਉਹਨੂੰ ਬਾਹਰ ਰੱਖਣਾ ਹੈ, ਇਹਦੇ ਨਾਲ ਤਾਂ ਬਿਲਕੁਲ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਬੇਸਿਕ ਸਿਧਾਂਤ ਹੈ ਸੈਕੂਲਰਿਜ਼ਮ ਦਾ ਉਹ ਤੇ ਸੱਟ ਮਾਰਤੀ ਤੁਸੀਂ। ਜੀ ਜੀ। ਚਲੋ ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਦੋ ਗੱਲਾਂ ਹੋਈਆਂ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਮੌਜੂਦਾ ਐਸਟੈਬਲਿਸ਼ਮੈਂਟ ਹੈ ਉਹਦੀਆਂ ਜਿਹੜੀਆਂ ਨੀਤੀਆਂ ਤੇ ਨੀਤ ਹੈ ਉਹਦੇ ਤੇ ਕਿਤੇ ਨਾ ਕਿਤੇ ਡਾਊਟ ਹੋਣਾ ਸ਼ੁਰੂ ਹੋ ਗਿਆ ਵੀ ਯਾਰ ਤੁਸੀਂ ਇਹ ਕੀ ਕਰਦੇ ਪਏ ਹੋ, ਇਹ ਤਾਂ ਗੱਲਾਂ ਤੁਹਾਡੇ ਤੋਂ ਐਕਸਪੈਕਟ ਨਹੀਂ ਕੀਤੀਆਂ ਜਾਂਦੀਆਂ ਸੀ। ਤੁਸੀਂ ਲੋਕਾਂ ਦਾ ਭਲਾ ਕਰੋ, ਠੀਕ ਹੈ, ਤੁਸੀਂ ਤਾਂ ਉਲਟਾ ਜਿਹੜਾ ਹੈਗਾ ਜਿਹੜੀਆਂ ਪ੍ਰੋਮਿਸਸ ਦੇਖੋ ਨਾ, ਅੱਜ ਤੁਸੀਂ ਇਹ ਗੱਲ ਕਰਦੇ ਹੋ, ਕੱਲ ਨੂੰ ਕੋਈ ਸਰਕਾਰ ਦੀ ਗੱਲ ਕੋ ਮੰਨੇਗਾ? ਉਹ ਕਹੇਗਾ ਯਾਰ ਪਹਿਲਾਂ ਵੀ ਜਦੋਂ ਹੁਣ ਜੁਮਲਾ ਕਹਿੰਦੇ ਆ ਨਾ ਕਿ 15 ਲੱਖ ਦਾ ਜੁਮਲਾ ਸੀ, ਉਹ ਇਦਾਂ ਦਾ ਹੀ ਜੁਮਲਾ ਬਣ ਜਾਣਾ। ਜਦੋਂ ਇਹ ਵੀ ਇੱਕ ਗੱਲ ਜੁਮਲਾ ਬਣ ਜਾਣੀ ਹੈ। ਅੱਗੇ ਕਹਿੰਦੇ ਸੀ ਨਾ ਬਲੈਕ ਮਨੀ ਦੇ ਅਸੀਂ 15 ਲੱਖ ਹਰ ਬੰਦੇ ਦੇ ਜਿਹੜੇ ਆ ਬੈਂਕ ਖਾਤੇ ਜਮ੍ਹਾਂ ਕਰਾ ਦੇਣੇ ਆ। ਉਹ ਬਾਅਦ ਦੇ ਵਿੱਚ ਅਮਿਤ ਸ਼ਾਹ ਜਿਹੜੇ ਉੱਥੋਂ ਦੇ ਹੋਮ ਮਿਨਿਸਟਰ ਉਹਨਾਂ ਨੇ ਕਹਿਤਾ ਕਿ ਜੀ ਇਹ ਤਾਂ ਜੁਮਲਾ ਸੀ, ਇਲੈਕਸ਼ਨ ਜੁਮਲਾ ਸੀ। ਇਹ ਤਾਂ ਫਿਰ ਜੁਮਲੇ ਵਾਲੀ ਸਰਕਾਰਾਂ ਹੋ ਗਈਆਂ। ਹੁਣ ਜਦੋਂ ਕਿ ਇੱਥੇ ਜਿਹੜਾ ਮੈਂ ਫੀਲ ਕੀਤਾ, ਕਿਉਂਕਿ ਆਪਾਂ ਕੰਪੇਅਰ ਕਰ ਰਹੇ ਹਾਂ ਦੋ ਸਿਸਟਮਸ ਨੂੰ, ਬਿਲਕੁਲ ਬਿਲਕੁਲ ਇੱਥੇ ਹੁੰਦਾ ਕਿ ਹੁਣ ਜਿੱਦਾਂ ਮੈਂ ਰੀਅਲਟਰ ਆ, ਹਾਂਜੀ ਠੀਕ ਹੈ, ਮੈਂ ਇੱਥੇ ਆ ਕੇ ਇਸ ਬਿਲਡਿੰਗ ਨੂੰ ਦੇਖਦਾ, ਮੈਂ ਕਹਿੰਦਾ ਸਰਦਾਰ ਜੀ ਕਾਹਲੋਂ ਸਾਹਿਬ ਜੇ ਤੁਸੀਂ ਇਹ ਬਿਲਡਿੰਗ ਲੈ ਲੈਂਦੇ ਹੋ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ। ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿੱਦਾਂ ਫਾਇਦਾ ਹੋਊਗਾ। ਮੈਂ ਕਹਿੰਦਾ ਕਿ ਜੀ ਇੱਥੇ ਫਲਾਣੇ ਪ੍ਰੋਜੈਕਟ ਆ ਰਹੇ ਆ ਜਾਂ ਇਹਦੇ ਨਾਲ ਫਲਾਣੇ ਚੀਜ਼ ਦਾ ਤੁਹਾਨੂੰ ਬੈਨੀਫਿਟ ਹੋਏਗਾ। ਜੇ ਮੈਂ ਤੁਹਾਨੂੰ ਕਹਿ ਦਿੰਦਾ ਔਰ ਉਹ ਚੀਜ਼ ਨਹੀਂ ਹੁੰਦੀ, ਯੂ ਕੈਨ ਸੂ ਮੀ। ਹਾਂ ਠੀਕ ਹੈ, ਕਿਉਂਕਿ ਇੱਥੇ ਜੋ ਤੁਸੀਂ ਜ਼ਬਾਨ ਦਿੰਦੇ ਹੋ ਉਹਦੀ ਮੁੱਲ ਹੈਗਾ, ਉਹਦੀ ਕਦਰ ਹੈ। ਉੱਥੇ ਤਾਂ ਬਸ ਰੱਬ ਨੂੰ ਪਤਾ ਵੀ ਕੀ ਤੁਸੀਂ ਕਹਿ ਦਿੰਦੇ ਹੋ। ਉਹਦੇ 'ਚ ਦੇਖੋ ਤੁਸੀਂ ਮਤਲਬ ਵੈਲ ਐਜੂਕੇਟਡ ਹੈਗੇ ਹੋ, ਤੁਹਾਨੂੰ ਕਨਸਟੀਟਿਊਸ਼ਨ ਦੀ ਵੀ ਸਮਝ ਆ, ਐਡਮਿਨਿਸਟ੍ਰੇਸ਼ਨ ਦੀ ਵੀ ਸਮਝ ਆ। ਜਿਹੜਾ ਕਨਸਟੀਟਿਊਸ਼ਨ ਸੈਕੂਲਰ ਕਨਸਟੀਟਿਊਸ਼ਨ ਹੈ, ਵੀ ਦਾ ਪੀਪਲ ਆਫ ਇੰਡੀਆ ਨਾਲ ਸ਼ੁਰੂ ਹੁੰਦਾ ਹੈਗਾ, ਠੀਕ ਹੈ ਨਾ। ਤੇ ਜੇ ਤੁਸੀਂ ਉਹਨਾਂ 'ਚ ਸੈਗਰੀਗੇਸ਼ਨ ਕਰਦੇ ਹੋ ਕਿ ਵੀ ਇਹਨਾਂ ਨੂੰ ਲਾਂਭੇ ਰੱਖ ਦਿਓ, ਇਹਨਾਂ ਨੂੰ ਇੱਦਾਂ ਕਰ ਦਿਓ, ਇਹਨਾਂ ਨੂੰ ਇੱਦਾਂ ਕਰ ਦਿਓ, ਤੇ ਸੈਕੂਲਰਿਜ਼ਮ ਦਾ ਮਾਇਨਾ ਜਿਹੜਾ ਹੈਗਾ ਉਹ ਤਾਂ ਇਹੀ ਆ ਕਿ ਬਈ ਹਰ ਬੰਦੇ ਨੂੰ ਆਪਣਾ ਅਕੀਦਾ ਰੱਖਣ ਦੀ, ਆਪਣਾ ਵਿਸ਼ਵਾਸ ਰੱਖਣ ਦੀ, ਆਪਣਾ ਧਰਮ ਮੰਨਣ ਦੀ ਇਜਾਜ਼ਤ ਹੈਗੀ ਆ। ਤੇ ਸਟੇਟ ਦਾ ਕੋਈ ਧਰਮ ਨਹੀਂ ਹੈ। ਬਿਲਕੁਲ। ਤੇ ਜਦੋਂ ਸਟੇਟ ਨੇ ਇੱਕ ਧਰਮ ਜਿਹੜਾ ਹੈਗਾ ਉਹ ਅਡਾਪਟ ਕਰ ਲਿਆ ਤੇ ਦੈਨ ਸੈਕੂਲਰਿਜ਼ਮ ਉੱਥੇ ਕਿੱਥੇ ਰਹੇਗਾ? ਜੀ ਕਾਲੂ ਸਾਹਿਬ, ਮੈਂ ਸੌਰੀ ਟੂ ਕਮੈਂਟ, ਜੇ ਤੁਹਾਡਾ ਕੰਪੀਟੀਸ਼ਨ ਪਾਕਿਸਤਾਨ ਨਾਲ ਹੋਏਗਾ ਇੰਸਟੈਂਟ ਕਿ ਕਿਸੇ ਅੱਛੇ ਕੰਟਰੀ ਨਾਲ ਤੁਸੀਂ ਕਰੋ ਤੇ ਫਿਰ ਤੁਸੀਂ ਪਾਕਿਸਤਾਨ ਵਰਗੀ ਹੀ ਗੱਲਾਂ ਕਰੋਗੇ ਨਾ, ਐਂਡ ਯੂ ਵਿਲ ਐਂਡ ਅਪ ਐਟ ਅ ਸਟੇਟਸ ਵੇਅਰ ਪਾਕਿਸਤਾਨ ਇਜ਼ ਟੁਡੇ, ਫਿਰ ਤਾਂ ਇਹੀ ਹੋਏਗਾ ਨਾ। ਫਿਰ ਤੁਸੀਂ ਇਕਨੋਮਿਕਲੀ ਵੀ ਬੈਂਕਰਪਟ ਹੋ ਜਾਓਗੇ, ਕੋਈ ਭੱਜਦਾ ਪਾਕਿਸਤਾਨ ਹੋਇਆ ਹੋਇਆ। ਤੇ ਜੇ ਤੁਸੀਂ ਥੀਓਕ੍ਰੈਟਿਕ ਸਟੇਟ ਬਣਾਉਣਾ ਚਾਹੋਗੇ ਧਰਮ ਦੇ ਬੇਸ ਦੇ ਉੱਤੇ, ਤੇ ਉਹਦਾ ਰਿਜ਼ਲਟ ਫਿਰ ਉਹੀ ਹੋਏਗਾ ਜੋ ਪਾਕਿਸਤਾਨ 'ਚ ਹੋਇਆ। ਨਹੀਂ, ਉਹ ਤਾਂ ਦੇਖੋ ਜੀ, ਉਹ ਤੇ ਮਤਲਬ ਜਦੋਂ ਬੰਗਲਾਦੇਸ਼ ਬਣਿਆ ਸੀਗਾ ਉਦੋਂ ਹੀ ਇਹ ਕਲੀਅਰ ਹੋ ਗਿਆ ਸੀਗਾ ਕਿ ਜਿਹੜੀ ਕੋਈ ਵੀ ਸਟੇਟ ਧਰਮ ਦੇ ਆਧਾਰ ਤੇ ਬਣਦੀ ਆ ਉਹ ਐਗਜ਼ਿਸਟ ਨਹੀਂ ਕਰ ਸਕਦੀ, ਜਾਂ ਇੱਦਾਂ ਕਹਿ ਲਓ ਕਿ ਉਹ ਲੋਕਾਂ ਦਾ ਕੋਈ ਫਾਇਦਾ ਨਹੀਂ ਵੀ ਕਰ ਸਕਦੀ। ਇੱਕ ਥੋੜਾ ਜਿਹਾ ਟਵਿਸਟ ਮੈਂ ਦੇਣਾ ਚਾਹੁੰਦਾ। ਹਾਂ ਪਲੀਜ਼। ਤੁਸੀਂ 10 ਸਾਲ ਤੋਂ ਇੱਥੇ ਰਹਿ ਰਹੇ ਹੋ। 10 ਸਾਲ ਬੜਾ ਲੰਮਾ ਸਮਾਂ ਹੁੰਦਾ। ਇੱਕ ਦਹਾਕਾ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਉਹ ਬਦਲ ਜਾਂਦੀਆਂ ਨੇ। ਇੱਥੇ ਆਣ ਕੇ ਇੰਦਰਦੀਪ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਸਾਡੇ ਪੰਜਾਬ ਤੋਂ ਆਉਂਦੇ ਹੈਗੇ ਆ, ਉਹ ਖਾਸ ਕਰਕੇ ਜਿਹੜੇ ਵੱਡੀ ਉਮਰ ਦੇ ਹੈਗੇ ਆ, ਸੀਨੀਅਰ ਸਿਟੀਜ਼ਨ ਹੈਗੇ ਆ, ਉਹਨਾਂ ਦੀ ਐਡਜਸਟਮੈਂਟ ਆਮ ਤੌਰ ਤੇ ਨਹੀਂ ਹੁੰਦੀ। ਉਹ ਇਸ ਸਿਸਟਮ ਦੀਆਂ ਅਸੀਂ ਪੋਜ਼ਿਟਿਵ ਗੱਲਾਂ ਕਰ ਰਹੇ ਹੈਗੇ ਆ ਤੇ ਉਹ ਇਹਨਾਂ ਦੀ ਕੋਈ ਵੀ ਪੋਜ਼ਿਟਿਵਿਟੀ ਨਹੀਂ ਦੇਖਦੇ ਹੈਗੇ। ਉਹ ਜਿੱਥੋਂ ਆਏ ਹੈਗੇ ਆ ਉਹਦੀਆਂ ਤਾਰੀਫਾਂ ਕਰਦੇ ਰਹਿੰਦੇ ਆ। ਹਾਲਾਂਕਿ ਉੱਥੇ ਜੇ ਸੜਕਾਂ ਕੱਚੀਆਂ ਸੀਗੀਆਂ, ਰਾਹ ਕੱਚੇ ਸੀਗੇ, ਬਿਜਲੀ ਨਹੀਂ ਆਉਂਦੀ ਸੀਗੀ, ਇਹ ਵੀ ਸਥਿਤੀ ਸੀਗੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਿ ਮਤਲਬ ਵਾਈ ਦੇ ਆਰ ਨਾਟ ਐਕਲੈਮੇਟਾਈਜ਼ਿੰਗ ਹੀਅਰ? ਦੇਖੋ, ਜੇ ਆਪਾਂ ਇਹਨੂੰ ਮੈਟਾਫੋਰਿਕਲੀ ਕਹੀਏ ਤਾਂ ਤੁਹਾਡੇ ਕੁਐਸਚਨ ਦਾ ਜਵਾਬ ਇਹ ਹੁੰਦਾ ਕਿ ਜਿੱਦਾਂ ਆਪਾਂ ਪੈੜੀ ਹੈ ਨਾ, ਉਹਨੂੰ ਜੇ ਬਹੁਤੀ ਉਹ ਮੈਚਿਓਰ ਨਹੀਂ ਹੋਈ, ਉਹਦੀ ਪਨੀਰੀ ਮੈਚਿਓਰ ਨਹੀਂ ਹੋਈ ਤੇ ਲਗਾ ਦਿਓ ਤਾਂ ਲੱਗ ਜਾਂਦੀ ਹੈ, ਬਾਅਦ 'ਚ ਨਹੀਂ ਲੱਗਦੀ। ਠੀਕ ਹੈ। ਇਸੇ ਤਰੀਕੇ ਨਾਲ ਜੇ ਛੋਟਾ ਪਲਾਂਟ ਹੈ ਉਹਨੂੰ ਜੇ ਪੁੱਟ ਕੇ ਕਿਸੇ ਜਗ੍ਹਾ ਤੇ ਲਾਓਗੇ ਤਾਂ ਫਲਰਿਸ਼ ਕਰ ਜਾਏਗਾ। ਜੇ ਬਾਬੇ ਆਦਮ ਵਰਗਾ ਤੁਸੀਂ ਇੱਕ ਦਰਖਤ ਪੱਟ ਕੇ ਲਾਓਗੇ ਨਾ, ਉਹਦੀਆਂ ਜੜ੍ਹਾਂ ਫਲਦੀਆਂ ਨਹੀਂ। ਇਹ ਤਾਂ ਮੈਟਾਫੋਰਿਕਲ ਲੈਵਲ ਤੇ ਹੈਗਾ। ਠੀਕ ਹੈ। ਹੁਣ ਜੇ ਆਪਾਂ ਪ੍ਰੈਕਟੀਕਲੀ ਦੇਖੀਏ ਵੀ ਹੋ ਕੀ ਰਿਹਾ ਇੱਥੇ, ਦੇਖੋ ਕਾਲਨ ਸਾਹਿਬ, ਜਿਹੜੇ ਇੱਥੇ ਲੋਕ ਆਉਂਦੇ ਆ, ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ
ਇੱਕ ਨਾ ਪੰਜਾਬੀਆਂ 'ਚ ਇੱਕ ਹੈਗੀ ਹੈ ਕਿ ਅਸੀਂ ਜੋ ਅਸੀਂ ਹੈਗੇ ਆ ਅਸੀਂ ਉਹਦੇ 'ਚ ਬੜੇ ਖੁਸ਼ ਹਾਂ ਐਂਡ ਵੀ ਡੋਂਟ ਕੇਅਰ। ਠੀਕ ਹੈ। ਦੇਖੋ ਜਦੋਂ ਆਪਾਂ ਉੱਥੋਂ ਆਏ ਸੀ, ਠੀਕ ਹੈ, ਆਪਾਂ ਇੱਥੇ ਕੈਨੇਡਾ 'ਚ ਆਏ ਸੀ। ਕੈਨੇਡਾ ਸਾਡਾ ਹੁਣ ਇੱਕ ਕਹਿ ਲਓ ਵੀ ਇੱਕ ਕੰਟਰੀ ਹੈ ਸਾਡਾ ਜੀ, ਠੀਕ ਹੈ। ਪਰ ਇਹਦੇ ਬਾਵਜੂਦ ਇਹ ਠੀਕ ਹੈ ਕਿ ਇੱਥੇ ਸਾਨੂੰ ਆਜ਼ਾਦੀ ਹੈ, ਇਹ ਠੀਕ ਹੈ ਕਿ ਇੱਥੇ ਸੈਕੂਲਰ ਸਿਸਟਮ ਹੈ, ਠੀਕ ਹੈ, ਠੀਕ ਹੈ ਕਿ ਇੱਥੇ ਡਾਈਵਰਸਿਟੀ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਜਿਹੜੀ ਅਪਰੋਚ ਹੈਗੀ ਹੈ ਉਹ ਅਜੇ ਵੀ ਟੇਂਟਡ ਹੋਏ ਕਿ ਅਸੀਂ ਤਾਂ ਜੋ ਪੰਜਾਬ 'ਚ ਹੋ ਰਿਹਾ ਜਾਂ ਜੋ ਇੰਡੀਆ 'ਚ ਹੋ ਰਿਹਾ ਅਸੀਂ ਉਸੇ ਗਲਾਸਿਸ ਦੇ ਨਾਲ ਇੱਥੇ ਸਾਰੇ ਸਿਸਟਮ ਨੂੰ ਦੇਖਣਾ। ਨੋ, ਇੱਥੇ ਜਿਹੜਾ ਦੇਖੋ ਇੱਥੇ ਜਿਹੜੇ ਲੋਕ ਹੈਗੇ ਆ ਉਹ ਜਦੋਂ ਤੁਸੀਂ ਕਿਹਾ ਕਿ ਜਿਹੜੇ ਥੋੜੇ ਜਿਹੇ ਮੈਚੋਰ ਹੋ ਕੇ ਆਉਂਦੇ ਆ ਉਹਨਾਂ ਨੂੰ ਹੀ ਦਿੱਕਤ ਆਉਂਦੀ ਹੈ। ਜਿਹੜੇ ਥੋੜੇ ਯੰਗ ਏਜ 'ਚ ਆ ਜਾਂਦੇ ਆ ਉਹ ਮਿੰਟਾਂ 'ਚ ਸਿਸਟਮ 'ਚ ਅਬਜ਼ੌਰਵ ਕਰ ਜਾਂਦੇ ਆ ਔਰ ਉਹਨਾਂ ਦਾ ਪਤਾ ਨਹੀਂ ਲੱਗਦਾ ਉਹ ਕਿੱਥੇ ਚਲੇ ਗਏ। ਜਿਹੜੀ ਤੁਸੀਂ ਪਹਿਲਾਂ ਮੈਟਾਫੋਰਿਕਲੀ ਗੱਲ ਕੀਤੀ ਸੀਗੀ ਉਹ ਬਿਲਕੁਲ ਦਰੁਸਤ ਹੈਗੀ ਆ, ਮੈਂ ਉਹਦੇ ਨਾਲ ਐਗਰੀ ਕਰਦਾ ਆ। ਹਾਂਜੀ। ਹੁਣ ਮਸਲਾ ਇਹ ਹੋ ਗਿਆ ਕਿ ਉਹ ਇੱਥੇ ਆ ਗਏ, ਹਾਂਜੀ ਹਾਂਜੀ, ਠੀਕ ਹੈ ਨਾ, ਹੁਣ ਉਹਨਾਂ ਨੇ ਇੱਥੇ ਹੀ ਰਹਿਣਾ ਹੈ। ਬਿਲਕੁਲ ਠੀਕ। ਤੇ ਹੁਣ ਵਟ ਦੇ ਸ਼ੁੱਡ ਡੂ, ਉਹ ਕੀ ਕਰਨ ਮਤਲਬ ਕਿ ਉਹ ਸਿਸਟਮ ਦੇ ਵਿੱਚ ਦੇਖੋ ਮੈਂ ਤਾਂ ਦੇਖੋ ਇੱਕ ਨਾ ਤੁਸੀਂ ਮੈਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੂੰਗਾ, ਇੱਕ ਨਾ ਬੜੀ ਅੱਛੀ ਫਿਲਮ ਆਈ ਸੀ, ਹਿੰਦੀ ਫਿਲਮ ਸੀ, ਉਹਦਾ ਨਾਂ ਸੀ ਪਟਿਆਲਾ ਹਾਊਸ। ਹਾਂਜੀ। ਉਹਦੇ ਵਿੱਚ ਜਿਹੜੀਆਂ ਇੰਟਰਕਲਚਰਲ ਜਿਹੜੇ ਕਲੈਸ਼ ਹੈ ਉਸ ਨੂੰ ਪੋਰਟਰੇ ਕੀਤਾ ਗਿਆ ਕਿ ਇੱਕ ਬੱਚਾ ਹੈਗਾ, ਇੱਕ ਆਦਮੀ ਹੈਗਾ ਉੱਥੇ ਰਹਿੰਦਾ, ਉਹ ਹੈ ਇੰਡੀਅਨ, ਉਹਦਾ ਜਿਹੜਾ ਬੱਚਾ ਵੀ ਹੈਗਾ ਉਹ ਵੀ ਉੱਥੇ ਹੀ ਜੰਮਿਆ ਪਲਿਆ ਹੈਗਾ। ਬਟ ਜਦੋਂ ਇੰਡੀਆ ਤੇ ਇੰਗਲੈਂਡ ਦਾ ਮੈਚ ਹੁੰਦਾ, ਠੀਕ ਹੈ, ਉਹਨਾਂ ਲਈ ਇੱਕ ਬੜਾ ਆਇਡੈਂਟੀਟੀ ਕ੍ਰਾਈਸਿਸ ਬਣ ਜਾਂਦਾ। ਪਹਿਲਾਂ ਤਾਂ ਉਹ ਚਾਹੁੰਦਾ ਨਹੀਂ ਕਿ ਮੇਰਾ ਬੇਟਾ ਜਿਹੜਾ ਹੈਗਾ ਇੰਗਲੈਂਡ ਦੀ ਤਰਫ ਖੇਲੇ, ਠੀਕ ਹੈ, ਠੀਕ ਹੈ। ਫਿਰ ਇਹ ਹੈ ਕਿ ਹੁਣ ਜਦੋਂ ਇੱਥੇ ਸੋਲਜਰਸ ਵੀ ਹੈ, ਉਹ ਵੀ ਜਦੋਂ ਆਰਮੀ 'ਚ ਜਾਂਦੇ ਆ ਤਾਂ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਫਲਾਣੇ ਕੰਟਰੀ ਦੇ ਖਿਲਾਫ ਨਹੀਂ ਲੜਨਾ। ਨੋ, ਵੀ ਆਰ ਹੁਣ ਸਾਡੇ ਜਿਹੜੇ ਕਮਲਾ ਹੈਰਿਸ ਹੈਗੇ ਆ, ਸ਼ੀ ਇਜ਼ ਦਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਕਿ ਨਹੀਂ। ਆਪਣੇ ਜਿਹੜੇ ਸੋਨਕ ਹੈਗੇ ਆ ਉਹ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ ਹੈਗੇ ਆ, ਠੀਕ ਹੈ। ਆਪਣੇ ਇੱਥੇ ਬਹੁਤ ਸਾਰੇ ਮਤਲਬ ਮੈਂ ਬੇਗਿਣਤ ਆਦਮੀ ਹੈਗੇ ਆ ਜਿਨ੍ਹਾਂ ਦੀ ਮੈਂ ਨਾਮ ਲੈ ਸਕਦਾ, ਜਿਨ੍ਹਾਂ ਦੀਆਂ ਰੂਟਸ ਜਿਹੜੀਆਂ ਉਹ ਆਪਣੇ ਭਾਰਤ ਵਰਸ਼ ਤੋਂ ਹੈਗੀਆਂ। ਪਰ ਇਹਦੇ ਬਾਵਜੂਦ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਆਪਣੀ ਅੱਜ ਵੀ ਜਿਹੜੀ ਆਪਣੀ ਲਾਇਲਟੀ ਹੈ ਜਾਂ ਜਿਹੜੀ ਆਪਣੀ ਲੀਡਿੰਗਸ ਹੈਗੀ ਆ ਉਹ ਇੰਡੀਆ ਵਾਲੇ ਪਾਸੇ ਰੱਖਣ, ਕਿਉਂਕਿ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਜੀ, ਠੀਕ ਹੈ। ਇਹ ਇੱਕ ਐਸਾ ਸਿਸਟਮ ਹੈਗਾ, ਜੇ ਤੁਸੀਂ ਅੱਜ ਨਹੀਂ ਕੁਝ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਤੁਹਾਨੂੰ ਆਪਣੇ ਆਪ ਅਬਜ਼ੌਰਵ ਕਰ ਲਏਗਾ। ਕਾਰਨ ਕੀ ਹੈ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਉਹ ਇਸ ਸਿਸਟਮ ਦਾ ਪਾਰਟ ਆਉਂਦਿਆਂ ਸਾਰ ਬਣ ਜਾਂਦੀ ਹੈ। ਤੁਸੀਂ ਬਾਹਰ ਬੈਠੇ ਦੇਖਦੇ ਰਹਿੰਦੇ ਹੋ, ਤੁਸੀਂ ਪਹਿਲਾਂ ਮਾੜਾ ਜਿਹਾ ਪੈਰ ਪਾ ਕੇ ਦੇਖਦੇ ਹੋ, ਠੀਕ ਹੈ, ਜੇ ਤਾਂ ਲੱਤ ਖੜੀਸ ਕੇ ਲੈ ਗਿਆ ਸਿਸਟਮ ਤੇ ਫਿਰ ਤਾਂ ਤੁਸੀਂ ਵੀ ਲੁੜਕ ਜਾਂਦੇ ਹੋ। ਜੇ ਨਾ ਲੈ ਕੇ ਗਿਆ ਤੇ ਤੁਸੀਂ ਬਾਹਰ ਬੈਠੇ ਉਹਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਹੋ ਕਿ ਯਾਰ ਸਿਸਟਮ 'ਚ ਆ ਹੈ, ਸਿਸਟਮ 'ਚ ਆ ਹੈ, ਯੂ ਨੋ। ਸੋ ਮੈਂ ਸਮਝਦਾ ਕਿ ਜੇ ਤੁਸੀਂ ਇਸ ਸਿਸਟਮ 'ਚ ਆ ਗਏ ਹੋ ਤਾਂ ਤੁਹਾਨੂੰ ਇਸ ਸਿਸਟਮ ਨੂੰ ਅਡਾਪਟ ਕਰਨਾ ਚਾਹੀਦਾ, ਇਹਦੇ ਵਿੱਚ ਮਿਕਸ ਹੋਣਾ ਚਾਹੀਦਾ। ਔਰ ਇਹਦੇ ਵਿੱਚ ਜਿਹੜਾ ਦੇਖੋ ਆਪਾਂ ਨੂੰ ਇਸ ਕੰਟਰੀ ਦੇ ਵਿੱਚ ਵੱਖਰੇ ਵੱਖਰੇ ਕੰਪਾਰਟਮੈਂਟਲਾਈਜੇਸ਼ਨ ਨਹੀਂ ਕਰਨੀ ਚਾਹੀਦੀ, ਓਇਸਿਸ ਨਹੀਂ ਬਣਾਉਣੇ ਚਾਹੀਦੇ, ਇੱਕ ਕਮਿਊਨਿਟੀ ਦੇ ਸਪੈਸੀਫਿਕ ਸੈਂਟਰ ਨਹੀਂ ਬਣਾਉਣੇ ਚਾਹੀਦੇ। ਰਾਦਰ ਸਾਡੀ ਜਿਹੜੀ ਕਮਿਊਨਿਟੀਜ਼ ਹੈ ਉਹ ਵੱਧ ਤੋਂ ਵੱਧ ਮਿਕਸ ਹੋਣੀਆਂ ਚਾਹੀਦੀਆਂ, ਵੱਧ ਤੋਂ ਵੱਧ ਉਹਨਾਂ ਦੇ ਵਿੱਚ ਇੰਟਰੈਕਸ਼ਨ ਹੋਣਾ ਚਾਹੀਦਾ, ਤਾਂ ਕਿ ਜਿਹੜਾ ਇੱਥੇ ਦਾ ਇੰਟਰਕਲਚਰਲ ਜਿਹੜੀ ਸੁਸਾਇਟੀ ਹੈ ਉਸ ਨੂੰ ਅਸੀਂ ਜਿਹੜੀ ਹੈ ਇੱਕ ਪ੍ਰਫੁੱਲਤ ਕਰ ਸਕੀਏ। ਬਿਲਕੁਲ ਠੀਕ ਹੈ ਜੀ। ਪਿਆਰੇ ਦਰਸ਼ਕੋ, ਅਸੀਂ ਗੱਲ ਕਰ ਰਹੇ ਹਾਂ ਸਰਦਾਰ ਇੰਦਰਦੀਪ ਸਿੰਘ ਹੋਰਾਂ ਨਾਲ, ਤੇ ਇਹ ਇੱਥੋਂ ਦੇ ਕਲਚਰ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਨੇ ਆਪਣੇ ਆਪ ਨੂੰ ਖੋਬ ਲਿਆ ਹੈਗਾ, ਗਾਖ ਗਏ ਨੇ। ਇੱਕ ਮਾਝਾ ਸ਼ਬਦ ਹੈਗਾ ਜੀ, ਮਾਝੇ ਦਾ, ਗਾਖ ਗਏ ਨੇ। ਔਰ ਇਹ ਸਾਡੀ ਜਿਹੜੀ ਇੱਥੇ ਪੈਨਸ਼ਨਰ ਐਸੋਸੀਏਸ਼ਨ ਬਣੀ ਆ ਉਹਦੇ ਵੀ ਮੁੱਖ ਅਹੁਦੇਦਾਰਾਂ 'ਚੋਂ ਹੈਗੇ ਨੇ। ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਆ, ਤੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਆਏ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770888
8489 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਪਿਆਰੇ ਦਰਸ਼ਕੋ, ਆਪਣੇ ਰੰਗ ਅਨੇਕ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਬਹੁਤ ਹੀ ਲਰਨਡ ਪਰਸਨ ਜਿਨ੍ਹਾਂ ਦਾ ਵੱਖਰੇ ਵੱਖਰੇ ਖੇਤਰਾਂ ਦਾ ਐਕਸਪੀਰੀਅੰਸ ਹੈਗਾ, ਸਰਦਾਰ ਇੰਦਰਦੀਪ ਸਿੰਘ ਜੀ, ਤੇ ਜਿਨ੍ਹਾਂ ਨਾਲ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀਗੀ, ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਉਹਨਾਂ ਦੀ ਜਿਹੜੀ ਇੱਥੋਂ ਦੀ ਲਾਈਫ ਹੈਗੀ ਆ ਕੈਨੇਡਾ ਦੀ, ਉਹਦੇ ਵੀ ਕੁਝ ਐਕਸਪੀਰੀਅੰਸ ਜਾਣਨਾ ਚਾਹਾਂਗੇ। ਇੰਦਰਦੀਪ ਜੀ, ਮੈਂ ਇਹ ਮਹਿਸੂਸ ਕਰਦਾ ਕਿ ਅਸੀਂ ਦੋਨੇ ਕਿਉਂਕਿ ਮਾਈਗ੍ਰੇਸ਼ਨ ਕਰਕੇ ਆਏ ਹੈਗੇ ਆ ਤੇ ਇੱਕ ਬਹੁਤ ਵੱਡਾ ਸੈਕਸ਼ਨ ਜਿਹੜਾ ਹੈਗਾ ਉਹ ਮਾਈਗ੍ਰੇਟਡ ਆ। ਕੈਨੇਡਾ ਦੇ ਵਿੱਚ ਤਾਂ ਮੈਜੋਰਟੀ ਜਿਹੜੀ ਆ ਜੀ ਉਹ ਮਤਲਬ ਜਿਹੜੇ ਇਮੀਗ੍ਰੈਂਟਸ ਹੈਗੇ ਆ ਬਾਹਰਲੇ ਦੇਸ਼ਾਂ ਤੋਂ ਆਏ ਆ। ਇਹ ਤੁਹਾਨੂੰ ਮੋਟੇ-ਮੋਟੇ ਕਾਰਨ ਕੀ ਲੱਗਦੇ ਹੈਗੇ ਆ ਕਿ ਇਹ ਕਿਉਂ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਪ੍ਰਵਾਸ ਹੁੰਦਾ ਹੈਗਾ? ਦੇਖੋ, ਮੈਨੂੰ ਤਾਂ ਐਂ ਲੱਗਦਾ ਕਿ ਜਿਹੜਾ ਪ੍ਰਵਾਸ ਦੀ ਜਿਹੜੀ ਪ੍ਰਵਿਰਤੀ ਹੈ ਇਹ ਹਿਊਮਨ ਬੀਇੰਗਸ ਦੇ ਵਿੱਚ ਬਹੁਤ ਪੁਰਾਣੀ ਹੈ ਜੀ, ਕਈ ਸਦੀਆਂ ਤੋਂ ਹੈਗੀ ਹੈ, ਕੋਈ ਇਹ ਨਵੀਂ ਗੱਲ ਨਹੀਂ ਹੈ। ਠੀਕ। ਪ੍ਰਵਾਸ ਜਿਹੜਾ ਹੈ ਇਜ਼ ਅ ਪਾਰਟ ਆਫ ਹਿਊਮਨ ਲਾਈਫ। ਠੀਕ ਹੈ। ਔਰ ਮੈਨੂੰ ਲੱਗਦਾ ਕਿ ਉਹਦੇ ਵਿੱਚ ਜਿਹੜੀ ਡਰਾਈਵਿੰਗ ਫੋਰਸ ਹੁੰਦੀ ਹੈ ਉਹ ਹੁੰਦੀ ਹੈ ਕਿ ਤੁਸੀਂ ਆਪਣੀ ਜਿਹੜੀ ਇਕਨੋਮਿਕ ਲਾਈਫ ਹੈਗੀ ਹੈ ਉਹਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ। ਸੋ ਜਿਸ ਡਰਾਈਵ ਦੇ ਨਾਲ ਤੁਸੀਂ ਇੱਕ ਕੰਟਰੀ ਤੋਂ ਦੂਸਰੇ ਕੰਟਰੀ 'ਚ ਜਾਂਦੇ ਹੋ, ਉਹ ਤੁਹਾਡੀ ਭੁੱਖ ਹੈ, ਤੁਹਾਡੇ ਪੇਟ ਦੀ ਭੁੱਖ ਹੈਗੀ ਹੈ, ਜਾਂ ਕਿਸੇ ਇੰਡਸਟਰੀ ਦੀ ਕੋਈ ਵੱਡੀ ਭੁੱਖ ਹੈਗੀ ਹੈ ਜਿਹੜੀ ਕਹਿੰਦੀ ਕਿ ਅਸੀਂ ਵੱਧ ਸੋਨਾ ਗ੍ਰੈਬ ਕਰਨਾ ਹੈ, ਵੱਧ ਸਪਾਈਸਿਸ ਲੈ ਕੇ ਆਉਣੀਆਂ ਤੇ ਜਾਂ ਵੱਧ ਲੈਂਡਸ ਨੂੰ ਗ੍ਰੈਬ ਕਰਨਾ। ਹੁਣ ਦੇਖੋ, ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਜਿੱਥੋਂ ਆਪਾਂ ਹੁਣ ਪਿਛਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ, ਦੇਖੋ ਕੁਈਨ ਆਫ ਇੰਗਲੈਂਡ ਵੱਲੋਂ, ਠੀਕ ਹੈ, ਇੱਕ ਪੇਪਲ ਐਡਿਕਟਸ ਦਿੱਤੇ ਗਏ ਸੀ, ਠੀਕ ਹੈ, ਜਿਹਦੇ ਵਿੱਚ ਸੈਂਕਟਿਟੀ ਸੀ ਪੋਪ ਦੀ ਵੀ ਔਰ ਕੁਈਨ ਦੀ, ਠੀਕ ਹੈ, ਕਿ ਤੁਸੀਂ ਇਸ ਕੰਟਰੀ 'ਚ ਜਾਓ, ਮੀਨ ਕੈਨੇਡਾ 'ਚ ਆਓ, ਠੀਕ ਹੈ, ਇੱਥੇ ਜਿਹੜੇ ਐਬੋਰੀਜਿਨੀਜ਼ ਹੈ, ਜਿਹੜੇ ਮੂਲ ਨਿਵਾਸੀ ਹੈ, ਠੀਕ ਹੈ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹਥਿਆਓ ਔਰ ਕਰਾਊਨ ਦੇ ਨਾਮ ਤੇ ਕਰੋ। ਕਰਾਊਨ ਉਸ ਵੇਲੇ ਮੀਨਸ ਕੁਈਨ ਆਫ ਇੰਗਲੈਂਡ, ਸੋ ਉਹ ਹਥਿਆਣ ਦਾ ਕੰਮ ਹੋਇਆ, ਠੀਕ ਹੈ। ਹੁਣ ਗੱਲ ਇਹ ਹੈਗੀ ਹੈ ਕਿ ਉਹ ਕਾਲੋਨੀ ਬਣੀ, ਕਿੱਡੀ ਵੱਡੀ ਕਾਲੋਨੀ ਹੈਗੀ ਸੀ। ਅੱਜ ਵੀ ਜਿਹੜੀ ਮਨਾਰਕੀ ਹੈ ਉਹ ਇੰਗਲੈਂਡ ਦੀ ਜਿਹੜੀ ਹੈ ਰਾਣੀ ਦੀ ਹੈ, ਸੋ ਇਹ ਜਿਹੜਾ ਵਰਤਾਰਾ ਹੈਗਾ ਇਹ ਬੇਸਿਕਲੀ ਜਿਹੜੀ ਤੁਹਾਡੀ ਇਕਨੋਮਿਕ ਮਾਈਗ੍ਰੇਸ਼ਨ ਹੈ, ਇਕਨੋਮਿਕ ਜਿਹੜਾ ਡਰਾਈਵ ਹੈ ਉਹ ਤੁਹਾਨੂੰ ਲੈ ਕੇ ਆਉਂਦੀ ਹੈ। ਔਰ ਮਾਈਗ੍ਰੇਸ਼ਨ ਜਿਹੜੀ ਹੈ ਉਹ ਡਬਲ ਹੁੰਦੀ ਹੈ। ਹੁਣ ਜਿੱਦਾਂ ਬੜੀ ਵਾਰ ਗੱਲ ਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਪੰਜਾਬੀ ਜਿਹੜੇ ਆ ਉਹ ਬਾਹਰ ਛੱਡ ਕੇ ਚਲੀ ਜਾ ਰਹੇ ਆ, ਜਿੰਨੇ ਜਾਈ ਜਾ ਰਹੇ ਆ ਉਹਨੇ ਲੋਕ ਉੱਥੇ ਹੋਰ ਵੀ ਆਈ ਜਾ ਰਹੇ ਆ ਜੀ। ਜਦੋਂ ਇਨਵਰਸ ਤੇ ਜਿਹੜਾ ਉੱਥੋਂ ਜਿਹੜੀ ਪਾਪੂਲੇਸ਼ਨ ਆ ਬਾਹਰ ਵੀ ਜਾ ਰਹੀ ਹੈ ਔਰ ਉਹਦੇ ਅੰਦਰ ਵੀ ਆ ਰਹੀ ਹੈ, ਸੋ ਇਹ ਜਿਹੜਾ ਵਰਤਾਰਾ ਹੈਗਾ ਇਹ ਚੱਲੀ ਜਾਂਦਾ ਹੁੰਦਾ। ਈਵਨ ਜੇ ਆਪਾਂ ਤੁਸੀਂ ਕਹਿ ਲਓ ਵੀ ਹਿਊਮਨ ਜੀਨਸ ਦੀ ਜੇ ਆਪਾਂ ਐਵੋਲੂਸ਼ਨ ਸਟੱਡੀ ਕਰੀਏ ਤਾਂ ਜਿਹੜੇ ਸਾਇੰਟਿਸਟ ਹੈ ਉਹ ਇਹ ਕਹਿੰਦੇ ਆ ਕਿ ਇਹਦਾ ਇੱਕ ਜਿਹੜਾ ਸ਼ੁਰੂਆਤ ਹੈ ਉਹ ਕਿਸੇ ਅਫਰੀਕਨ ਕੰਟਰੀ ਤੋਂ ਹੋਈ ਸੀ। ਲੱਭਦੇ ਜਿਹੜੇ ਹੈ ਨਾ ਉਹ ਕਿਸੇ ਅਫਰੀਕਨ ਕੰਟਰੀ ਤੋਂ ਹੋਈ ਸੀ। ਬਾਅਦ ਦੇ ਵਿੱਚ ਹੌਲੀ ਜਿਹੜੀਆਂ ਜਨਰੇਸ਼ਨਸ ਹੈਗੀਆਂ ਉਹ ਸਪਰੈਡ ਆਊਟ ਆਲ ਓਵਰ ਦਾ ਵਰਲਡ, ਔਰ ਉਸ ਦੇ ਵਿੱਚ ਉਸੇ ਪ੍ਰੋਸੈਸ ਦੇ ਵਿੱਚ ਕਿਉਂਕਿ ਇਹ ਜਿਹੜਾ ਕੌਂਟੀਨੈਂਟ ਹੈਗਾ ਸੀ ਆਸਟ੍ਰੇਲੀਆ, ਉਹ ਕਿਉਂਕਿ ਟੁੱਟ ਗਿਆ ਸੀ ਮੇਨ ਕੌਂਟੀਨੈਂਟ ਤੋਂ, ਇਸੇ ਕਰਕੇ ਜਿਹੜੇ ਇੱਥੇ ਦੇ ਜੀਵ ਹੈਗੇ ਆ ਉਹ ਬਹੁਤ ਹੀ ਐਵੋਲੂਸ਼ਨਰੀ ਜਿਹੜੀ ਉਹ ਫੇਜ਼ ਸੀ ਉਹ 'ਚ ਬਾਹਰ ਹੋ ਗਏ। ਉਹ ਜਿਹੜਾ ਆਪਾਂ ਨੂੰ ਦੱਸਦਾ ਨਾ ਉੱਥੇ ਕੈਂਗਰੂ ਜਿਹਦੇ ਵਿੱਚ ਉਹ ਮੌਸੀਪਲ ਵੀ ਹੈ, ਉਹਦਾ ਕਾਰਨ ਇਹ ਹੈ, ਠੀਕ ਹੈ, ਕਿ ਉਹ ਅੱਗੇ ਜਿਹੜੀ ਹੈ ਉਹਦੀ ਐਵੋਲੂਸ਼ਨ ਜਿਹੜੀ ਹੋਣੀ ਸੀ ਰੁਕ ਗਈ। ਸੋ ਇਹ ਜਿਹੜਾ ਐਵੋਲੂਸ਼ਨ ਦਾ ਪਾਰਟ ਹੈ ਜਿਹੜੀ ਲਾਈਫ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੈਗੀ ਆ, ਕਿਉਂਕਿ ਚੰਗੀਆਂ ਗੱਲਾਂ ਸਿੱਖਣੀਆਂ ਫਿਰ ਉਹਨੂੰ ਇੰਪਲੀਮੈਂਟ ਕਰਨਾ। ਹੁਣ ਜੇ ਆਪਾਂ ਕਰੀਏ ਤਾਂ ਜਿੱਦਾਂ ਹੁਣ ਆਪਣੇ ਜਿੰਨੀਆਂ ਦੁਨੀਆ 'ਚ ਨੈਸ਼ਨਲਿਸਟ ਮੂਵਮੈਂਟ ਪੜ੍ਹੀਆਂ ਮੈਂ, ਠੀਕ ਹੈ ਜੀ, ਸਾਰਿਆਂ ਦਾ ਜਿਹੜਾ ਆਧਾਰ ਇਹ ਸੀ ਕਿ ਉਹਨਾਂ ਨੇ ਅਤਿਆਚਾਰ ਦੇ ਖਿਲਾਫ, ਠੀਕ ਹੈ, ਪਹਿਲਾਂ ਜਾਣਨ ਦੀ ਕੋਸ਼ਿਸ਼ ਕੀਤੀ, ਆਪਣੇ ਆਪ ਨੂੰ ਐਜੂਕੇਟ ਕੀਤਾ। ਐਜੂਕੇਟ ਉੱਥੇ ਨਹੀਂ ਸੀ ਹੋ ਸਕਦੇ ਕਿਉਂਕਿ ਉਹ ਸਿਸਟਮ ਅਲਾਉ ਨਹੀਂ ਸੀ ਕਰਦਾ, ਉਹ ਬਾਹਰ ਜਾ ਕੇ ਪੜ੍ਹ ਕੇ ਆਏ, ਉਹ ਵੀ ਮਾਈਗ੍ਰੇਸ਼ਨ ਹੈ। ਜਿੱਦਾਂ ਹੁਣ ਆਪਾਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਹਾਂ, ਮਹਾਤਮਾ ਗਾਂਧੀ ਕਦੀ ਅਫਰੀਕਾ ਜਾ ਰਿਹਾ, ਕਦੀ ਇੰਗਲੈਂਡ ਜਾ ਰਿਹਾ, ਕਿਤੇ ਹੋਰ ਕੰਟਰੀ 'ਚ ਜਾ ਰਿਹਾ। ਹੋਰ ਜਿਹੜੇ ਨੇਤਾ ਸੀ ਆਪਣੇ ਸੁਭਾਸ਼ ਚੰਦਰ, ਉਹ ਘਰ ਬੈਠ ਕੇ ਨਹੀਂ ਉਹਨੂੰ ਕੁਝ ਮਿਲਿਆ, ਬਾਹਰ ਜਾਂਦੇ ਸੀ। ਗਦਰ ਪਾਰਟੀ ਵਾਲੇ ਵੀ ਜਿਹੜੇ ਸੀ, ਠੀਕ ਹੈ। ਸੋ ਇਹ ਜਿਹੜਾ ਮਾਈਗ੍ਰੇਸ਼ਨ ਹੈ ਨਾ, ਇਹ ਬੜਾ ਇੱਕ ਪੋਜ਼ਿਟਿਵ ਸਾਈਡ ਹੈਗਾ। ਇਹ ਮੈਂ ਇਹਨੂੰ ਨੈਗੇਟਿਵ ਨਹੀਂ ਲੈਂਦਾ, ਮੈਂ ਸਮਝਦਾ ਵੀ ਇਹ ਇੱਕ ਬੰਦੇ ਦੀ ਇੱਕ
ਖੁੱਲ੍ਹ ਹੈਗੀ ਹੈ, ਉਹਦੀ ਇੱਕ ਫਰੀडम ਹੈ, ਲਿਬਰਟੀ ਹੈ ਕਿ ਉਹ ਕਹਿੰਦਾ ਯਾਰ ਮੈਨੂੰ ਇੱਥੇ ਅੱਜ ਚੰਗਾ ਨਹੀਂ ਲੱਗ ਰਿਹਾ। ਹਾਲਾਂਕਿ ਮੈਂ ਅਗਲੇ ਕੁਝ ਪਲਾਂ ਦੇ ਵਿੱਚ ਤੁਹਾਨੂੰ ਇੱਕ ਹੋਰ ਇਸ਼ੂ ਬਾਰੇ ਵੀ ਜਿਹੜਾ ਹੈ ਇਨਫੋਰਮ ਕਰਾਂਗਾ, ਜਿਹੜਾ ਕਿ ਮੈਨੂੰ ਬਹੁਤ ਅੱਜ ਕੰਸਰਨ ਕਰ ਰਿਹਾ, ਬਟ ਉਹ ਅਜੇ ਠਹਿਰ ਕੇ ਤੁਸੀਂ ਪਹਿਲਾਂ ਆਪਣੇ ਕੁਐਸਚਨ ਖਤਮ ਕਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ ਕਿ 1930 ਦੇ ਵਿੱਚ ਸਾਡੇ ਜਿਹੜੇ ਨਾਵਲਕਾਰ ਤੇ ਢਾਡੀ ਸੀਗੇ ਨਾ, ਸੋਹਣ ਸਿੰਘ ਸੀਤਲ, ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਰਜਵੀਂ ਰੋਟੀ ਮੈਨੂੰ ਦਿੰਦਾ ਮੇਰਾ ਦੇਸ਼, ਮੈਂ ਕਿਉਂ ਜਾਂਦਾ ਪਰਦੇਸ। ਬਸ ਯਾਨੀ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਹੈਗੀ ਆ, ਇਕਨੋਮਿਕ ਮਤਲਬ ਜਿਹੜੇ ਹਾਲਾਤ ਹੈਗੇ ਆ, ਸੋ ਉਹਦੇ ਅਧੀਨ ਹੀ ਜਿਹੜੇ ਸਾਡੇ ਗਦਰੀ ਬਾਬੇ ਵੀ ਆ, ਉਹਨਾਂ ਨੂੰ ਇੱਥੇ ਆ ਕੇ ਰਿਲਾਈਜ਼ ਹੋਇਆ ਮਤਲਬ ਕਿ ਬਈ ਆਜ਼ਾਦੀ ਕੀ ਹੈਗੀ ਆ ਵਗੈਰਾ ਵਗੈਰਾ। ਅਦਰਵਾਈਜ਼ ਤਾਂ ਉਹ ਆਏ ਤਾਂ ਰੋਟੀ ਦੀ ਖਾਤਰ ਹੀ ਸੀਗੇ ਨਾ। ਹਾਂ, ਰੋਟੀ। ਤੇ ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਆ, ਜਿਹਦੇ ਤੋਂ ਸਾਡੇ ਬਹੁਤ ਸਾਰੇ ਪੰਜਾਬੀ ਖਾਸ ਕਰਕੇ ਜਿਹੜੇ ਆ ਉਹ ਵਰੀਡ ਨੇ ਕਿ ਸਾਡਾ ਜਿਹੜਾ ਯੂਥ ਹੈ, ਪਾਰਟੀਕੂਲਰਲੀ ਪੰਜਾਬ ਦਾ, ਕਿਉਂਕਿ ਬਾਕੀ ਵੀ ਫਾਲੋ ਕਰ ਰਹੇ ਹੈਗੇ ਆ, ਪਰ ਪੰਜਾਬ ਦਾ ਜਿਹੜਾ ਯੂਥ ਹੈਗਾ, ਸਾਡੇ ਜਿਹੜੇ ਕੁੜੀਆਂ ਮੁੰਡੇ ਹੈਗੇ ਆ, ਇਹ 12ਵੀਂ ਪਾਸ ਕਰਨ ਤੋਂ ਬਾਅਦ ਇੱਧਰ ਨੂੰ ਕੈਨੇਡਾ ਵੱਲ ਨੂੰ, ਵੈਸੇ ਤਾਂ ਸਾਰੀ ਦੁਨੀਆ 'ਚੋਂ ਹੀ ਜਿਹੜੀ ਪ੍ਰਵਾਸ ਹੋ ਰਿਹਾ ਹੈਗਾ ਉਹ ਕੈਨੇਡਾ ਵੱਲ ਨੂੰ ਹੀ ਹੋ ਰਿਹਾ ਹੈਗਾ, ਜਿਹੜਾ ਇਹ ਸਾਬਤ ਕਰਦਾ ਹੈ ਵੀ ਇਹ ਜਿਹੜਾ ਸਿਸਟਮ ਹੈਗਾ ਇਹ ਉਹਨਾਂ ਦੇਸ਼ਾਂ ਨਾਲੋਂ ਬੈਟਰ ਆ, ਕਿਉਂਕਿ ਤਾਂ ਕਰਕੇ ਹੀ ਲੋਕ ਆਉਂਦੇ ਹੈਗੇ ਆ ਨਾ। ਸੋ ਇਹ ਜਿਹੜਾ ਸਾਡਾ ਯੂਥ ਪ੍ਰਵਾਸ ਕਰ ਰਿਹਾ ਹੈਗਾ, ਇਹਦੇ ਬਾਰੇ ਬਹੁਤ ਸਾਰੇ ਪੰਜਾਬੀ ਇੱਥੇ ਵੀ ਚਿੰਤਤ ਨੇ ਤੇ ਪੰਜਾਬ 'ਚ ਵੀ ਚਿੰਤਤ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਕਾਲੂ ਸਾਹਿਬ, ਮੈਂ ਜਿੱਦਾਂ ਤੁਸੀਂ ਗੱਲ ਕੀਤੀ ਹੈ, ਮੈਂ ਵੀ ਚਿੰਤਕ, ਜਿਹੜੇ ਉਹ ਜਿੱਦਾਂ ਦੇ ਲੋਕ ਚਿੰਤਕ ਹੈਗੇ ਆ, ਮੈਂ ਵੀ ਚਿੰਤਕ ਹਾਂ, ਉਹਨਾਂ 'ਚ ਮੈਨੂੰ ਵੀ ਤੁਸੀਂ ਸ਼ਾਮਲ ਕਰ ਲਓ। ਉਹਦਾ ਕਾਰਨ ਕੀ ਹੈ ਕਿ ਮੈਨੂੰ ਆਓ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਆ ਇਸ ਵੇਲੇ, ਉਹਨਾਂ ਦਾ ਜਿਹੜਾ ਏਮ ਹੈ ਲਾਈਫ ਦਾ, ਉਹ ਸਿਰਫ ਬਾਹਰਲੇ ਕੰਟਰੀ ਜਾਣਾ ਹੀ ਰਹਿ ਗਿਆ। ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਉੱਥੇ ਦਾ ਜਿਹੜਾ ਸਿਸਟਮ ਹੈ ਉਹਦੇ 'ਚ ਇੰਨਾ ਕੁ ਵਿਗਾੜ ਪੈ ਗਿਆ ਹੈਗਾ ਕਿ ਉਹ ਕਿਸੇ ਵੀ ਡਾਇਲਾਗ ਦੇ ਵਿੱਚ ਅੰਗੇਜ ਹੋਣ ਨੂੰ ਤਿਆਰ ਨਹੀਂ। ਮੈਂ ਪਿੱਛੇ ਪੰਜਾਬ ਗਿਆ ਸੀ, ਰਿਸ਼ਤੇਦਾਰੀ ਦੇ ਵਿੱਚ ਮੈਂ ਗੱਲ ਕੀਤੀ, ਸਾਰੇ ਹੀ ਮੇਰੇ ਆਲੇ ਦੁਆਲੇ ਸਾਨੂੰ ਦੱਸੋ ਕੈਨੇਡਾ ਕਿੱਦਾਂ ਆ ਸਕਦੇ ਹਾਂ। ਮੈਂ ਕਿਹਾ ਯਾਰ ਕੈਨੇਡਾ ਤਾਂ ਕੋਈ ਐਡੀ ਖਾਸ ਗੱਲ ਨਹੀਂ, ਤੁਸੀਂ ਕਿਉਂ ਭੱਜੇ ਜਾਂਦੇ, ਇੱਥੇ ਚੰਗੇ ਭਲੇ ਤੁਸੀਂ ਬੈਠੇ ਹੋ। ਕਹਿੰਦੇ ਨਹੀਂ ਕਹਿੰਦੇ ਅਸੀਂ ਕੈਨੇਡਾ ਜਾਣਾ। ਚਲੋ ਹੁਣ ਗੱਲ ਕੀ ਹੈ ਕਿ ਉੱਥੇ ਜੇ ਉਹਨਾਂ ਨਾਲ ਕੋਈ ਆਰਗੂਮੈਂਟ ਕਰਦੇ ਆ ਤੇ ਆਰਗੂਮੈਂਟ ਕੋਈ ਵੀ ਸੁਣਨ ਨੂੰ ਤਿਆਰ ਨਹੀਂ, ਉਹ ਕਿਸੇ ਡਾਇਲਾਗ 'ਚ ਨਹੀਂ ਇੰਗੇਜ ਹੁੰਦੇ। ਉਹ ਕਹਿੰਦੇ ਨਹੀਂ ਤੁਸੀਂ ਉੱਥੇ ਚਲੇ ਗਏ ਹੋ ਤਾਂ ਤੁਸੀਂ, ਸਾਨੂੰ ਲੱਗਦਾ ਵੀ ਸਾਡੇ ਮਗਰ ਨਾ ਕੋ ਆਏ। ਉਹ ਬੇਸਿਕਲੀ ਹੋਇਆ ਕੀ ਹੈ, ਦੇਖੋ ਜਿਹੜਾ ਪੰਜਾਬੀ ਹੈਗਾ ਉਹ ਜਦੋਂ ਇੱਥੇ ਆਉਂਦਾ ਹੈ, ਚਾਹੀਦਾ ਤਾਂ ਇਹ ਸੀ ਕਿ ਜਿੱਦਾਂ ਸਾਊਥ ਦੀਆਂ ਸਟੇਟਾਂ ਤੋਂ ਲੋਕ ਆਉਂਦੇ ਆ, ਉਹ ਪੜ੍ਹ ਲਿਖ ਕੇ ਆਉਂਦੇ ਆ, ਠੀਕ ਹੈ, ਔਰ ਫਿਰ ਉਹ ਚੰਗੇ ਕਿਸੇ ਪ੍ਰੋਫੈਸ਼ਨ ਦੇ ਵਿੱਚ ਐਂਟਰ ਕਰਦੇ ਆ। ਸਾਡੇ ਪੰਜਾਬੀਆਂ ਦੇ ਵਿੱਚ ਇਹ ਨੁਕਸ ਹੈਗਾ ਕਿ ਇਹ ਉੱਥੋਂ ਆਉਂਦੇ ਆ, ਠੀਕ ਹੈ, ਪਹਿਲਾਂ ਤਾਂ ਉੱਥੋਂ ਪ੍ਰੋਪਰ ਐਜੂਕੇਸ਼ਨ ਨਹੀਂ ਲੈ ਕੇ ਆਉਂਦੇ, ਜਿਹੜੀ ਇੱਥੇ ਐਜੂਕੇਸ਼ਨ ਲੈਂਦੇ ਆ ਉਹ ਵੀ ਮਾੜੇ ਢਿੜੇ ਕਾਲਜਾਂ 'ਚੋਂ ਲੈਂਦੇ ਆ, ਠੀਕ ਹੈ। ਕੰਮ ਦੇ ਉੱਤੇ ਇਹਨਾਂ ਦਾ ਜ਼ੋਰ ਹੁੰਦਾ, ਭਾਵੇਂ ਉਹ ਵਰਕ ਪਰਮਿਟ 'ਤੇ ਹੋਣ, ਭਾਵੇਂ ਸਟੂਡੈਂਟ ਵੀਜ਼ਾ 'ਤੇ ਹੋਣ, ਤੇ ਉਹ ਪੈਸੇ ਜਿਹੜੇ ਹੈਗੇ ਆ ਮਾੜੇ ਮੋਟੇ ਇਕੱਠੇ ਕਰਕੇ ਤੇ ਇਹਨਾਂ ਦਾ ਹੁੰਦਾ ਕਿ ਅਸੀਂ PR ਲਈਏ ਔਰ ਫਿਰ ਟਰੱਕ ਚਲਾਉਣਾ ਸ਼ੁਰੂ ਕਰ ਦਈਏ। ਆਹ ਜਿਹੜੀ ਬਿਰਤੀ ਹੈਗੀ ਆ ਇਹ ਬੜੀ ਹੀ ਮਾੜੀ ਆ। ਇਹਦੇ ਨਾਲ ਇਹ ਹੁੰਦਾ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ ਜਿਹੜਾ ਸਿਸਟਮ 'ਚ ਜਿਹੜਾ ਐਂਟਰ ਕਰਨ ਦਾ ਜਿਹੜਾ ਤਰੀਕਾ ਹੈਗਾ ਉਹ ਬੜਾ ਲਿਮਿਟਡ ਰਹਿ ਜਾਂਦਾ, ਔਰ ਉਹ ਜਿਹੜੀ ਸਿਸਟਮ ਦੀਆਂ ਜਿਹੜੀਆਂ ਉੱਪਰ ਲੇਅਰਸ ਹੈਗੀਆਂ ਉਹਨਾਂ ਤੱਕ ਕਦੀ ਵੀ ਪਹੁੰਚ ਨਹੀਂ ਸਕਦੇ। ਉਹਨਾਂ ਦੇ ਦਿਮਾਗਾਂ 'ਚ ਹਮੇਸ਼ਾ ਇੱਕ ਕਿਸਮ ਦਾ ਖੌਫ ਰਹਿੰਦਾ, ਇੱਕ ਕਿਸਮ ਦਾ ਡਰ ਰਹਿੰਦਾ, ਫੋਬੀਆ ਰਹਿੰਦਾ ਕਿ ਪਤਾ ਨਹੀਂ ਜਿਹੜੇ ਉੱਪਰ ਬੰਦੇ ਬੈਠੇ ਆ ਉਹ ਕਿਸ ਤਰ੍ਹਾਂ ਦੇ ਆ, ਕਿਉਂਕਿ ਇੱਥੇ ਹਰ ਕਿਸਮ ਦੇ ਲੋਕ ਹੈਗੇ ਆ, ਹਰ ਕਿਸਮ ਦੀਆਂ ਲੇਅਰਸ ਆ। ਇਕਨੋਮਿਕ ਜਿਹੜਾ ਹੁੰਦੀ ਹੈ ਨਾ, ਜਿਹੜੀ ਇੱਕ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਹਰ ਕਿਸਮ ਦੇ ਗਰੀਬ ਵੀ ਹੁੰਦੇ ਆ, ਮਿਡਲ ਕਲਾਸਿਸ ਵੀ ਹੁੰਦੀਆਂ, ਹਾਈ ਮਿਡਲ ਕਲਾਸ ਵੀ ਹੁੰਦੀਆਂ, ਬਹੁਤ ਰਿਚ ਵੀ ਲੋਕ ਹੁੰਦੇ ਆ। ਇਹ ਜਿਹੜੇ ਲੋਕ ਆ ਸਾਡੇ ਜਿਹੜੇ ਪੰਜਾਬ 'ਚੋਂ ਆਉਂਦੇ ਆ, ਇਹ ਨਾ ਤਾਂ ਉੱਥੇ ਪ੍ਰੋਪਰ ਐਜੂਕੇਸ਼ਨ ਲੈ ਕੇ ਆਉਂਦੇ ਆ, ਨਾ ਇੱਕ ਤਾਂ ਬਹੁਤ ਅਰਲੀ ਏਜ 'ਚ ਆ ਜਾਂਦੇ ਆ, ਮੈਚੋਰ ਨਹੀਂ ਹੁੰਦੇ ਪੂਰੇ, ਇੱਥੇ ਲੜਾਈ ਝਗੜੇ ਵੀ ਕਰਦੇ ਆ। ਤੇ ਦੂਜਾ ਹੈਗਾ ਕਿ ਇੱਥੇ ਦੇ ਸਿਸਟਮ ਦੇ ਵਿੱਚ ਉਹ ਆ ਕੇ ਬਹੁਤਾ ਜਿਹੜਾ ਹੈਗਾ ਮਿਹਨਤ ਨਹੀਂ ਕਰਦੇ, ਠੀਕ ਹੈ। ਰਿਜ਼ਲਟ ਕੀ ਹੁੰਦਾ ਹੈ ਕਿ ਛੋਟੀਆਂ ਮੋਟੀਆਂ ਜੌਬਸ ਹੈ, ਉਬਰ ਚਲਾ ਲਿਆ, ਕਿਸੇ ਹੋਟਲ 'ਚ ਕੰਮ ਕਰਨ ਲੱਗ ਗਏ, ਜਾਂ ਵੱਧ ਤੋਂ ਵੱਧ ਜੇ ਕੋਈ ਵਾਲਾ ਮਾਰਕਾ ਮਾਰਿਆ, ਹਾਂਜੀ, ਕੋਈ 4 ਘਰ ਵੇਚਤੇ, ਹਾਂਜੀ, ਜਾਂ ਲੈ ਲਏ, ਹਾਂਜੀ, ਤੇ ਉਹ ਫਿਰ ਸਾਰੀ ਉਮਰ ਕਿਸ਼ਤਾਂ ਚੁਕਾਈ ਗਏ। ਐਟ ਦੀ ਐਂਡ ਆਫ ਦਾ ਡੇ ਕਿ ਤੁਸੀਂ ਸਿਸਟਮ ਜਿਹੜਾ ਹੈਗਾ ਇੱਥੇ ਦੇ ਵਿੱਚ ਤੁਸੀਂ ਉਹਦੇ 'ਚ ਐਂਟਰ ਹੀ ਨਹੀਂ ਕਰ ਸਕਦੇ। ਇੱਥੇ ਜਿਹੜੀ ਪ੍ਰੋਪਰ ਮਾਰਕੀਟ ਹੈਗੀ ਹੈ,
ਜਿਹੜੀ ਜਿੱਥੇ ਕਿ ਦੁਨੀਆ ਹੈਗੀ ਹੈ, ਜਿੱਥੇ ਕਿ ਲੋਕ ਇਸ ਕਮਿਊਨਿਟੀ ਦੇ ਬਾਕੀ ਕਮਿਊਨਿਟੀ ਤੇ ਜਾਂਦੇ ਆ, ਉੱਥੇ ਤੁਸੀਂ ਕਦੀ ਨੌਕ ਹੀ ਨਹੀਂ ਕਰ ਸਕਦੇ। ਤੁਹਾਡੇ ਅੰਦਰ ਕੰਪਲੈਕਸ ਬਣਿਆ ਰਹਿੰਦਾ, ਕੁਛ ਤਾਂ ਲੈਂਗੁਏਜ ਦਾ ਬਣਦਾ। ਅੱਜ ਕੱਲ੍ਹ ਜਿੱਦਾਂ ਦੀਆਂ ਆਪਾਂ ਕਹਾਣੀਆਂ ਸੁਣਦੇ ਪਏ ਆ ਕਿ ਆਈਲੈਟਸ ਤੇ ਵੀ ਅੱਜ ਕੱਲ੍ਹ ਠੱਗੀਆਂ ਸ਼ੁਰੂ ਹੋ ਗਈਆਂ, ਸਾਡੇ ਵੇਲੇ ਤਾਂ ਹੈ ਨਹੀਂ ਸੀ। ਵੈਸੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਮੈਂ ਇੰਗਲਿਸ਼ ਦਾ ਬੰਦਾ ਸੀ ਪਰਸਨਲੀ, ਤੁਹਾਨੂੰ ਤਾਂ ਤੇ ਪਰ ਮੈਂ ਸਮਝਦਾ ਕਿ ਜਿਹੜਾ ਇਹ ਸਿਸਟਮ ਹੈਗਾ ਸੀ ਜਿਹਦੇ ਵਿੱਚ ਕਿ ਲੈਂਗੁਏਜ ਪੱਖੋਂ ਜਾਂ ਪੜ੍ਹਾਈ ਪੱਖੋਂ, ਏਜ ਪੱਖੋਂ, ਇਹ 3 ਫੈਕਟਰ ਹੈਗੇ ਸੀ। ਜਾਂ ਜਿਹੜੀ ਉੱਥੇ ਦੀ ਜਿਹੜੀ ਅੱਜ ਕੱਲ੍ਹ ਇਕਨੋਮਿਕ ਕੰਡੀਸ਼ਨ ਜਿਹੜੀਆਂ ਖਰਾਬ ਹੋਈਆਂ ਹੋਈਆਂ, ਜਿਹੜੇ ਪੇਰੈਂਟਸ ਇੱਥੇ ਭੇਜਦੇ ਆ ਉਹਨਾਂ ਦਾ ਧੂੰਆਂ ਨਿਕਲ ਜਾਂਦਾ ਜੀ। ਇਹ ਸੌਖਾ ਨਹੀਂ ਹੈਗਾ ਇੰਡੀਆ ਦੇ ਵਿੱਚ ਲੋਕ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ, ਜਦੋਂ ਕਿ ਉਹਦੇ ਉਲਟ ਗੁਜਰਾਤ ਤੋਂ ਜਾਂ ਬਾਕੀ ਸਾਊਥ ਇੰਡੀਅਨ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਇੱਥੇ ਪ੍ਰੋਪਰ ਜਾਂ ਤਾਂ ਉੱਥੋਂ ਪੂਰੀ ਪੜ੍ਹਾਈ ਕਰਕੇ ਆਉਂਦੇ ਜਾਂ ਫਿਰ ਇੱਥੇ ਆ ਕੇ ਪਹਿਲਾਂ ਪੜ੍ਹਾਈ ਕਰਦੇ ਆ, ਠੀਕ ਹੈ, ਫਿਰ ਬੜੇ ਅੱਛੇ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਦੇ 'ਚ ਐਡਜਸਟ ਹੁੰਦੇ ਆ ਜੀ। ਇਹ ਇੱਕ ਇੰਡੀਆ ਮਤਲਬ ਕਿ ਮੈਂ ਕਹਾਂਗਾ ਕਿ ਪੰਜਾਬੀਆਂ ਦੇ ਵਿੱਚ ਇਹ ਥੋੜ੍ਹਾ ਜਿਹਾ ਨੁਕਸ ਕਹਿ ਲਓ ਵੀ, ਮੈਂ ਸਮਝਦਾ ਵੀ ਜੇ ਮੇਰੀ ਉਹ ਗੱਲ ਸਾਰੇ ਸੁਣਦੇ ਆ ਤਾਂ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਕਿਉਂਕਿ ਅਸੀਂ ਤਾਂ ਕਿਸੇ ਨੂੰ ਰਿਕੁਐਸਟ ਹੀ ਕਰ ਸਕਦੇ ਹਾਂ, ਕਿਉਂਕਿ ਬਾਕੀ ਤਾਂ ਉਹਨਾਂ ਦੀ ਹਰ ਬੰਦੇ ਦੀ ਆਪਣੀ ਆਪਣੀ ਨਿੱਜੀ ਜਿਹੜੀ ਹੈ ਉਹ ਪ੍ਰੋਬਲਮ ਹੁੰਦੀ ਹੈ। ਤੁਸੀਂ ਬਹੁਤ ਵਧੀਆ ਐਨਾਲਿਸਿਸ ਕੀਤਾ ਹੈਗਾ। ਹਾਂਜੀ। ਔਰ ਮੈਂ ਇਹ ਮਹਿਸੂਸ ਕਰਦਾ ਵੀ ਤੁਹਾਡੀ ਗੱਲ 'ਚੋਂ ਇਹ ਗੱਲ ਨਿਕਲਦੀ ਆ ਕਿ ਇੱਕ ਤਾਂ ਉਹ ਐਜੂਕੇਸ਼ਨ ਚੰਗੀ ਲੈ ਕੇ ਆਉਣ, ਚੰਗੀ ਵੀ ਲੈ ਕੇ ਆਉਣ ਅਤੇ ਅਪਰੋਪਰੀਏਟ ਏਜ 'ਤੇ ਆਉਣ, ਕਿਉਂਕਿ ਜਿਹੜਾ 12 ਜਮਾਤਾਂ ਪਾਸ ਕਰਕੇ ਆ ਜਾਂਦਾ ਹੈਗਾ, ਜਾਂ ਕਈ ਹੁਣ ਤੇ 10 ਪਾਸ ਕਰਕੇ ਵੀ ਆਉਣ ਲੱਗ ਗਏ ਆ। ਬਿਲਕੁਲ ਠੀਕ। ਕਿ 12 ਪਾਸ ਦਾ ਮਤਲਬ ਇਹ ਆ ਕਿ ਉਹ 17-18 ਸਾਲ ਦਾ ਹੈ ਬੱਚਾ। 17-18 ਸਾਲ ਦਾ ਕੁੜੀ ਜਾਂ ਮੁੰਡੇ ਜਿਹੜੇ ਆ ਉਹਨਾਂ ਨੂੰ ਜ਼ਿੰਦਗੀ ਦੀ ਅਜੇ ਬਹੁਤੀ ਸਮਝ ਨਹੀਂ ਹੁੰਦੀ। ਬਿਲਕੁਲ ਠੀਕ। ਔਰ ਤੁਹਾਡੀ ਗੱਲ ਨੂੰ ਮੈਂ ਸਪੋਰਟ ਕਰਦਾ ਹਾਂ ਕਿ ਉਹਨਾਂ ਨੂੰ ਐਟਲੀਸਟ ਗ੍ਰੈਜੂਏਸ਼ਨ ਕਰਨ, ਟੈਕਨੀਕਲ ਐਜੂਕੇਸ਼ਨ ਲੈਣ, ਤੇ ਜਿਹੜੀ ਵੀ ਐਜੂਕੇਸ਼ਨ ਲੈਣੀ ਆ ਉਹ ਕੁਆਲਿਟੀ ਐਜੂਕੇਸ਼ਨ ਲੈਣ। ਤੇ ਉਹਦੇ ਨਾਲ ਫਿਰ ਇਹ ਆ ਕਿ ਫਿਰ ਇੱਥੇ ਆ ਕੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਹੁੰਦੀ। ਤੇ ਇੱਕ ਤਾਂ ਉਹ ਆਪ ਐਡਜਸਟ ਹੋ ਜਾਂਦੇ ਹੈਗੇ ਆ, ਤੇ ਦੂਜਾ ਇਹ ਆ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੰਮ ਆਪਣਾ ਤੇ ਸੋਭਾ ਲੋਕਾਂ ਦੀ। ਵੀ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਲਿਆ, ਚੰਗਾ ਕੀਤਾ, ਤੇ ਲੋਕ ਤੁਹਾਡੀ ਸਿਫਤ ਕਰਨਗੇ। ਹੁਣ ਕੀ ਆ, ਅਨਫਾਰਚੂਨੇਟਲੀ ਸਾਡੀ ਕਮਿਊਨਿਟੀ ਦੀ ਜਿਹੜੀ ਇਹ ਤੁਸੀਂ ਗੱਲ ਦੱਸੀ ਆ, ਸਾਡੀ ਕਮਜ਼ੋਰੀ ਆ। ਅਸੀਂ ਆਪਣੀ ਕਮਿਊਨਿਟੀ ਦੀ ਨਿੰਦਿਆ ਨਹੀਂ ਕਰਦੇ, ਅਸੀਂ ਇਹਦੀ ਇੰਪਰੂਵਮੈਂਟ ਲਈ ਇਹ ਡਿਸਕਸ ਕਰਦੇ ਹਾਂ। ਅਸੀਂ ਇਹ ਇੰਪਰੂਵਮੈਂਟ ਲਈ ਡਿਸਕਸ ਕਰਦੇ ਹਾਂ, ਬੇਨਤੀ ਕਰਦੇ ਹਾਂ। ਬਿਲਕੁਲ ਬੇਨਤੀ ਵੀ ਕਰਦੇ ਹੈਗੇ ਆ। ਤੇ ਇਹ ਜਿਹੜਾ ਆਪਣੇ ਦਰਸ਼ਕ ਹੈਗੇ ਆ ਉਹਨਾਂ ਤੱਕ ਇਹ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦੇ ਆ, ਤੇ ਕਿਵੇਂ ਕਮਿਊਨਿਟੀ ਦਾ ਇਮੇਜ ਜਿਹੜਾ ਹੈਗਾ ਉਹ ਬਿਹਤਰ ਬਣਾ ਸਕਦੇ ਆ, ਤੇ ਕਿਵੇਂ ਉਹ ਵਧੀਆ ਸ਼ਹਿਰੀ ਬਣ ਸਕਦੇ ਹੈਗੇ ਆ। ਸੋ ਇਹ ਹੈ ਜੀ, ਮਤਲਬ ਉਹਨਾਂ ਦੇ ਸੰਬੰਧ ਦੇ ਵਿੱਚ। ਇਸ ਸੰਬੰਧ ਦੇ ਵਿੱਚ ਤੁਸੀਂ ਕੋਈ ਹੋਰ ਐਕਸਟੈਂਡ ਕਰਨਾ ਚਾਹੋ? ਮੈਂ ਤੁਹਾਨੂੰ ਸ਼ੁਰੂ ਦੇ ਵਿੱਚ 2-3 ਗੱਲਾਂ ਕਹੀਆਂ ਸੀ, ਉਹਦੇ ਵਿੱਚ ਮੈਂ ਇਹ ਕਿਹਾ ਸੀ ਕਿ ਮੈਂ 2-3 ਗੱਲਾਂ ਕਰਾਂਗਾ ਜਿਹੜੀ ਕਿ ਮੇਰੇ ਅੰਦਰ ਫਿਕਰ ਪਏ ਹੋਏ ਆ ਜੀ। ਦੇਖੋ ਕਾਲੂ ਸਾਹਿਬ, ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਨਾ ਜੀ, ਇਹਨੇ ਬਹੁਤ ਵੱਡਾ ਸੰਤਾਪ ਕੱਟਿਆ ਜਦੋਂ ਕਿ 1947 ਦੇ ਵਿੱਚ ਵੰਡ ਹੋਈ ਜੀ। 2 ਕਮਿਊਨਿਟੀ ਸੀ, ਇੱਕ ਬੰਗਾਲੀ ਤੇ ਇੱਕ ਪੰਜਾਬੀ। ਠੀਕ ਹੈ ਜੀ। ਉਹ ਸੰਤਾਪ ਇੰਨਾ ਵੱਡਾ ਸੀ ਕਿ ਅਜੇ ਤੱਕ ਵੀ ਉਹਦਾ ਨਿਪਟਾਰਾ ਨਹੀਂ ਹੋਇਆ। ਅਜੇ ਤੱਕ ਵੀ ਲੋਕਾਂ ਦੇ ਜਿਹੜੇ ਜ਼ਖਮ ਹੈ ਉਹ ਉਦਾਂ ਹੀ ਹੈਗੇ ਆ ਜਿੱਦਾਂ ਦੇ ਪਹਿਲਾਂ ਸੀ, ਕੋਈ ਭਰੇ ਨਹੀਂ ਗਏ ਜ਼ਖਮ। ਬਿਲਕੁਲ ਠੀਕ ਹੈ ਜੀ। ਔਰ ਇਸ ਚੀਜ਼ ਦੀ ਜਿਹੜੀ ਰੀਅਲਾਈਜੇਸ਼ਨ ਹੈਗੀ ਆ, ਉਹ ਜਿਹੜੀਆਂ ਬਾਕੀ ਦੇ ਜਿਹੜੀਆਂ ਸਟੇਟਾਂ ਹੈਗੀਆਂ ਜਾਂ ਜਿਹੜੀ ਸਾਡੀ ਟੌਪ ਲੀਡਰਸ਼ਿਪ ਹੈ ਉਹਨਾਂ ਨੂੰ ਕਦੀ ਵੀ ਨਹੀਂ ਹੋਈ। ਔਰ ਸਾਡੇ ਜਿਹੜੇ ਲੋਕ ਹੈ ਉਹਨਾਂ ਦੀ ਬਦਕਿਸਮਤੀ ਹੈ ਕਿ ਉਹ ਕਦੀ ਵੀ ਇਸ ਤਰ੍ਹਾਂ ਦੀ ਜਿਹੜੀ ਪ੍ਰੋਪਰ ਲੀਡਰਸ਼ਿਪ ਹੈ ਉਹ ਨਹੀਂ ਪ੍ਰੋਵਾਈਡ ਕਰ ਸਕੇ, ਜਿਹੜੀ ਭਾਰਤੀ ਸਰਕਾਰ ਹੈ ਉਸ ਨੂੰ ਮਹਿਸੂਸ ਕਰਾ ਸਕੇ ਕਿ, ਕਿਉਂਕਿ ਦੇਖੋ ਸਾਡੇ ਪਾਰਲੀਮੈਂਟ ਦੇ ਮੈਂਬਰ ਬੜੇ ਥੋੜ੍ਹੇ ਆ, ਸਾਡੀ ਅਸੈਂਬਲੀ ਬੜੀ ਛੋਟੀ ਹੈ, ਠੀਕ ਹੈ, ਸਾਡਾ ਖਿੱਤਾ ਬੜਾ ਛੋਟਾ, ਠੀਕ ਹੈ, ਸਾਡੀਆਂ ਕਮਿਊਨਿਟੀਆਂ ਬਹੁਤ ਥੋੜ੍ਹੀਆਂ, ਉਹਨਾਂ ਦੀ ਗਿਣਤੀ ਕਿਤੇ 2% ਹੈ, ਕਿਤੇ 2.5% ਹੈ। ਬਿਲਕੁਲ ਇਹ ਠੀਕ ਹੈ ਕਿ ਅਸੀਂ ਬੜੇ ਪ੍ਰੋਮਿਸਿੰਗ ਆ, ਪੁਸ਼ਿੰਗ ਆ, ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਹਾਂ, ਠੀਕ ਹੈ, ਤੇ ਜਿਹਨੂੰ ਕਹਿੰਦੇ ਆਪਾਂ ਚੱਕੀ ਜਾਂਦੇ ਹਾਂ ਕੰਮ, ਪਰ ਜੇ ਦੇਖਿਆ ਜਾਏ ਰਿਐਲਿਟੀ 'ਚ ਤਾਂ ਸਾਡੇ ਪੱਲੇ ਦਾ ਕੁਝ ਵੀ ਨਹੀਂ ਹੈ। ਛੋਟਾ ਜਿਹਾ ਖਿੱਤਾ ਹੈ, ਛੋਟੀ ਜਿਹੀ ਪਾਰਲੀਮੈਂਟ ਦੇ ਵਿੱਚ ਸਾਡੇ 4-5 ਬੰਦੇ ਜਾਂਦੇ ਆ, ਉਹ ਵੀ ਵੱਡੇ ਹੁੰਦੇ ਆ, ਕੋਈ ਕਿਸੇ ਪਾਸੇ ਦਾ ਮੂੰਹ ਹੈ ਕਿਸੇ ਦਾ, ਕੋਈ ਕਿਸੇ ਕਲਰ ਦਾ, ਕੋਈ ਕਿਸੇ ਕਲਰ ਦਾ। ਸੋ ਲੈ ਦੇ ਕੇ ਜਿਹੜਾ ਸਾਡਾ ਉੱਥੇ ਸੈਟਅਪ ਹੈਗਾ ਉਹ ਮਤਲਬ ਲੈਟਸ ਕਮ ਬੈਕ ਟੂ ਦਾ, ਉਹ ਇੱਕ ਤਾਂ ਹੈ ਕਿ ਸਾਡੇ ਕੋਲ ਸੈਟਅਪ ਦੇ ਵਿੱਚ ਕੋਈ ਵੀ ਸਾਡੇ ਕੋਲ ਕੋਈ ਫੇਵਰੇਬਲ ਗੱਲ ਨਹੀਂ ਹੈ। ਹੁਣ 47 ਹੋ ਗਿਆ, ਉਸ ਤੋਂ ਬਾਅਦ 84 ਹੋ ਗਿਆ, ਠੀਕ ਆ ਕਿ ਨਹੀਂ? 84 ਆਪਾਂ ਕਿੰਨਾ ਭੁਗਤਿਆ। ਅੱਜ ਵੀ
ਕਿਸੇ ਨੂੰ ਮੈਂ ਜਿੱਦਾਂ ਹੁਣੇ ਕਿਹਾ ਸੀ ਕਿ ਕਿਸੇ ਨੂੰ ਕੁਝ ਨਹੀਂ ਪਤਾ ਵੀ ਉਦੋਂ ਕੀ ਹੋਇਆ। ਠੀਕ ਹੈ, ਕੋਈ ਕਮਿਸ਼ਨ ਨਹੀਂ ਬੈਠਾ, ਕੋਈ ਉਹਦਾ ਕਲੋਜ਼ਰ ਨਹੀਂ ਹੈ। ਠੀਕ ਹੈ, ਹਰ ਸਾਲ ਕੋਈ ਨਵੀਂ ਕਿਤਾਬ ਆ ਜਾਂਦੀ ਹੈ। ਹੁਣ ਜਿੱਦਾਂ ਅੱਜ ਕੱਲ੍ਹ ਸਿੱਧੂ ਸਾਹਿਬ ਦੀ ਚੱਲ ਰਹੀ ਹੈ, ਹਾਂਜੀ ਕਿ ਕੋਈ ਜਾਂ ਕੋਈ ਹੋਰ ਕੰਟਰੋਵਰਸੀ ਪਾਂਡੇ ਸਾਹਿਬ ਦੀ ਆ ਗਈ, ਸਿੱਧੂ ਸਾਹਿਬ ਦੀ ਆ ਗਈ, ਇਹ ਨਵੀਆਂ ਕਿਤਾਬਾਂ ਆਈ ਜਾਂਦੀਆਂ ਤੇ ਉਹ ਜਿਹੜੀ ਕਿਤੇ ਵੀ ਉਹਦਾ ਜਿਹੜਾ ਕਲੋਜ਼ਰ ਹੈ ਉਹ ਨਹੀਂ ਹੁੰਦਾ ਐਕਚੁਅਲ ਹੋਇਆ ਕੀ। ਹਰ ਬੰਦਾ ਆ ਕੇ ਕੋਈ ਨਾ ਕੋਈ ਨਵੀਂ ਜਿਹੜੀ ਆ ਉਹ ਇੱਕ ਡਿਸਕੋਰਸ ਜਾਂ ਇੱਕ ਕਹਿ ਲਓ ਵੀ ਇੱਕ ਕਵਾਇਤ ਸ਼ੁਰੂ ਕਰ ਦਿੰਦਾ, ਉਹ ਲੋਕ ਉਹਨੂੰ ਸੁਣਦੇ ਆ, ਪਰ ਅਲਟੀਮੇਟਲੀ ਕਿਸੇ ਨੂੰ ਵੀ ਕੁਝ ਨਹੀਂ ਪਤਾ ਵੀ ਅਲਟੀਮੇਟਲੀ ਉੱਥੇ ਕੀ ਹੋਇਆ। ਹੁਣ ਮੈਨੂੰ ਜਿਹੜੀ ਗੱਲ ਅੱਜ ਕੱਲ੍ਹ ਜਿਸ ਬਾਰੇ ਮੈਂ ਕੰਸਰਨਡ ਹੈਗਾ, ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਕਹੀ ਹੈਗੀ ਸੀ ਕਿ ਜਿਸ ਤਰੀਕੇ ਦੇ ਨਾਲ ਅੱਜ ਪਾਪੂਲੇਸ਼ਨ ਐਂਡ ਬਲੌਕ ਪੰਜਾਬ ਦੇ ਵਿੱਚੋਂ ਇੱਥੇ ਆ ਰਹੀ ਹੈ, ਔਰ ਜਿਸ ਤਰੀਕੇ ਨਾਲ ਐਗਰੀਕਲਚਰ ਔਰ ਗ੍ਰੀਨ ਰੈਵੋਲੂਸ਼ਨ ਫੇਲ ਹੋ ਚੁੱਕਾ ਪੰਜਾਬ ਦੇ ਵਿੱਚ, ਔਰ ਜਿਸ ਤਰੀਕੇ ਦਾ ਪਾਣੀ ਦਾ ਉੱਥੇ ਕ੍ਰਾਈਸਿਸ ਹੈ, ਔਰ ਇਹ ਕਿਹਾ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਇੱਕ ਡੈਜ਼ਰਟ ਬਣ ਜਾਏਗਾ। ਠੀਕ ਹੈ, ਮੈਨੂੰ ਇਸ ਗੱਲ ਦਾ ਡਰ ਲੱਗਦਾ ਹੈਗਾ ਕਿ ਕੱਲ੍ਹ ਨੂੰ ਪੰਜਾਬ ਦੇ ਜਿੰਨੇ ਵੀ ਇੱਥੇ ਨਿਵਾਸੀ ਹੈਗੇ ਆ, ਜਿਹੜੇ ਕਿ ਸੂਝਵਾਨ ਹੋਣਗੇ ਜਾਂ ਜਿਹੜੇ ਕੌਨਸ਼ੀਅਸ ਹੋਣਗੇ, ਉਹਨਾਂ ਨੂੰ ਇੱਕ ਹੋਰ ਸੰਤਾਪ ਦਾ ਸਾਹਮਣਾ ਕਰਨਾ ਪਏਗਾ। ਜੀ ਇੱਕ ਨਾ ਮੈਂ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਦਾ ਹੈਗਾ, ਇਹ ਪੰਜਾਬ ਦੀ ਪਤਾ ਨਹੀਂ ਬਦਕਿਸਮਤੀ ਮੈਂ ਕਹਾਂਗਾ ਕਿ ਇਹ ਨਾ ਹਰ 30-40 ਸਾਲ ਬਾਅਦ ਇੱਕ ਨਾ ਵੱਡਾ ਕ੍ਰਾਈਸਿਸ ਆਉਂਦਾ ਹੈ, ਇੱਕ ਹੱਲੂ ਮਤਲਬ ਕਿ ਘੱਲੂ ਘਾਰਾ ਜਿਹਾ ਆ ਜਾਂਦਾ ਹੈ। ਠੀਕ ਹੈ ਜੀ, ਤੇ ਉਹਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਹਾਲਾਤ ਬਣ ਜਾਂਦੇ ਆ ਕਿ ਸਾਡੇ ਯੂਥ ਦੀਆਂ ਜਿਹੜੀਆਂ ਬਲੀਆਂ ਉਹ ਦਿੱਤੀਆਂ ਜਾਂਦੀਆਂ, ਉਹਨਾਂ ਦਾ ਲਹੂ ਡੁੱਲਿਆ ਜਾਂਦਾ। ਠੀਕ ਹੈ, ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਕਿਉਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ, ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ। ਔਰ ਮੈਂ ਉਹਦੇ ਤੇ ਰਿਸਰਚ ਕਰ ਰਿਹਾ ਅੱਜ ਕੱਲ੍ਹ, ਸੋਚ ਰਿਹਾ ਵੀ ਯਾਰ ਇਹ ਕੀ ਫਿਨੋਮੀਨਾ ਹੈ। ਇੱਕ ਨੂੰ ਮੈਂ ਵਰਡ ਦਿੱਤਾ ਹੋਇਆ ਥੈਨਾਟੋਸ। ਠੀਕ ਹੈ, ਥੈਨਾਟੋਸ ਹੁੰਦਾ ਡੈਥ ਇਨਸਟਿੰਕਟ। ਵੀ ਇੱਕ ਕਮਿਊਨਿਟੀ ਦੀ ਲੈਵਲ ਕਲੈਕਟਿਵਲੀ ਕੀ ਹੋ ਜਾਂਦਾ ਤੁਹਾਡੇ ਅੰਦਰ ਕਿ ਤੁਹਾਡੀ ਜਿਹੜੀ ਕਮਿਊਨਿਟੀ ਆ ਉਹ ਫੇਰ ਮਾਰ-ਧਾੜ ਵੱਲ ਚੱਲ ਪੈਂਦੀ ਹੈ, ਜਿੱਦਾਂ ਅੱਜ ਕੱਲ੍ਹ ਉੱਥੇ ਆਵਾਜ਼ਾਂ ਉੱਠਦੀਆਂ ਪਈਆਂ। ਤੇ ਮੈਨੂੰ ਐਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉੱਥੇ ਮਾਈਗ੍ਰੇਸ਼ਨ ਜਿਹੜੀ ਆ ਹੋ ਕੇ ਲੋਕ ਇੱਧਰ ਆ ਰਹੇ ਆ, ਔਰ ਜਿਸ ਤਰੀਕੇ ਦੀ ਬੈਂਕਰਪਸੀ ਪੰਜਾਬ ਦੇ ਵਿੱਚ ਹੋ ਗਈ ਆ, ਉਹ ਸਕਾਲਰਸ਼ਿਪ ਵੱਲੋਂ ਵੀ ਬੈਂਕਰਪਸੀ ਹੈ। ਠੀਕ ਹੈ, ਵੈਕਿਊਮ ਹੈ ਉੱਥੇ ਸਕਾਲਰਸ਼ਿਪ ਦਾ। ਠੀਕ ਹੈ, ਇੰਟੈਲੈਕਚੁਅਲਸ ਦਾ ਵੈਕਿਊਮ ਹੈ, ਇੰਟੈਲੈਕਚੁਅਲ ਵਾਈਡ ਹੈ ਪੰਜਾਬ ਦੇ ਵਿੱਚ। ਔਰ ਜਿਸ ਤਰੀਕੇ ਦਾ ਐਗਰੀਕਲਚਰ ਦਾ ਬੁਰਾ ਹਾਲ ਹੋਇਆ, ਜਿਸ ਤਰ੍ਹਾਂ ਦਾ ਪਾਣੀ ਦਾ ਬੁਰਾ ਹਾਲ ਹੋ ਰਿਹਾ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੇ ਦੇ ਪੰਜਾਬੀ ਹੈ, ਜਿਹੜੇ ਉੱਥੋਂ ਆਏ ਹੋਏ ਆ ਜਾਂ ਕਿਤੇ ਹੋਰ ਸੈਟਲ ਹੋਏ ਹੋਏ ਆ, ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਬਣ ਜਾਣਾ, ਕਿਉਂਕਿ ਸਾਡੀਆਂ ਰੂਟਸ ਉੱਥੇ ਆ। ਸਾਡੇ ਲਈ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੈਂ ਹੋਰ ਚੈਲੰਜ ਦੇਖ ਰਿਹਾ ਹੈਗਾ ਕਿ ਯਾਰ ਜਦੋਂ ਅਸੀਂ ਦੇਖੋ, ਜਦੋਂ ਆਪਾਂ ਇੱਧਰ ਆ ਕੇ ਜਗ੍ਹਾ ਖਾਲੀ ਹੋਊਗੀ, ਵੈਕਿਊਮ ਤਾਂ ਭਰਨਾ ਹੀ ਭਰਨਾ, ਕੋਈ ਆ ਕੇ ਹੋਰ ਕਮਿਊਨਿਟੀ ਆ ਕੇ ਬੈਠੇਗੀ। ਜਦੋਂ ਕੱਲ ਨੂੰ ਆ ਗਈ ਕੋਈ ਹੋਰ ਕਮਿਊਨਿਟੀ ਤੇ ਇੱਥੇ ਫਿਰ ਉਹੀ ਪੰਗੇ ਪੈਣੇ ਆ, ਫਿਰ ਲੜਾਈਆਂ ਹੋਣੀਆਂ ਕਿ ਯਾਰ ਇਹ ਬੰਦੇ ਤਾਂ, ਮੈਂ ਇਹਦਾ ਪਤਾ ਕੀਤਾ ਸੀ ਇਹ ਤਾਂ ਉਹ ਫਲਾਣੇ ਦੇਸ਼ ਤੋਂ ਆਇਆ ਜਾਂ ਫਲਾਣੇ ਧਰਮ ਤੋਂ ਆਇਆ ਹੋਇਆ, ਤੇ ਅੱਜ ਤਾਂ ਇਹ ਅਕਾਲ ਤਖਤ ਦਾ ਜਥੇਦਾਰ ਬਣਿਆ ਫਿਰਦਾ, ਫਿਰ ਇਹੋ ਜਿਹੀ ਲੜਾਈਆਂ ਸ਼ੁਰੂ ਹੋਣੀਆਂ। ਸੋ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ, ਮੈਨੂੰ ਐਂ ਲੱਗਦਾ ਕਿ ਅਸੀਂ ਇੱਕ ਹੋਰ ਸੰਤਾਪ ਦੀ ਤਿਆਰੀ ਕਰ ਰਹੇ ਹਾਂ, ਜਿਹਦੇ ਵਿੱਚ ਕਿ ਜਿਹੜੇ ਇੱਥੇ ਦੇ ਪੰਜਾਬੀ ਹੈ ਜਾਂ ਆਲ ਓਵਰ ਦਾ ਵਰਲਡ ਜਿੱਥੇ ਕਿਤੇ ਵੀ ਬੈਠੇ ਹੈ, ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਬਣ ਜਾਣਾ ਹੈ। ਕਿਉਂਕਿ ਉਹਨਾਂ ਨੇ ਕਹਿਣਾ ਕਿ ਅਸੀਂ ਪੰਜਾਬ ਜਾਣਾ ਹੈ। ਪੰਜਾਬ ਉਹਨਾਂ ਚਿਰ ਹੀ ਚੰਗਾ ਹੈ ਜਿੱਥੇ ਜਿੰਨਾ ਚਿਰ ਉੱਥੇ ਲੋਕ ਤੁਹਾਨੂੰ ਰਿਸੀਵ ਕਰਨ ਵਾਲੇ ਹੈਗੇ। ਜੇ ਤੁਸੀਂ ਅੰਮ੍ਰਿਤਸਰ ਉਤਰਦੇ ਹੋ ਤਾਂ ਉਹ ਕਹਿੰਦਾ ਹਾਂਜੀ ਸਰਦਾਰ ਜੀ ये गाड़ी से नहीं उतरना आपने, ठीक है, तुसी की करोगे? वो यार ये तो मेरा देश है। वो कहना ना ना सरदार जी आप यहाँ पर नहीं आ सकते। बिल्कुल। सो मैनू कई बार ना उदन ऐ लगता होंगे भी आने वाले 25 30 40 साल बाद ये सानू एक होर लड़ाई जिहड़ी है ਉਹਦੀ ਤਿਆਰੀ ਕਰਨੀ ਪੈਣੀ ਹੈ। मैं सोचता ਹੁੰਦਾ कि भी ये ना होए, जिद्दां हुण पानी का क्राइसिस है, ਆ ਜਿਹੜੇ ਕਮਿਸ਼ਨ ਜੇ ਬਿਠਾ ਰਹੇ ਆ, ਇਹ ਤਾਂ ਸਭ ਪੋਲੀਟੀਕਲ ਡਰਾਮਾ ਹੈਗਾ। ਬਿਲਕੁਲ। ਜਿਹੜੀ ਐਕਚੁਅਲ ਜਿਹੜੀ ਗੱਲਾਂ ਹੈਗੀਆਂ ਜਿਹਦੇ ਲਈ ਪਾਣੀ ਦੀ ਸੋਲੂਸ਼ਨ ਦਿੱਤਾ ਜਾ ਸਕਦਾ ਸੀ, ਉਹ ਤਾਂ ਇਹ ਹੈਗਾ ਸੀ ਵੀ ਤੁਸੀਂ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਇੱਟ ਲਾਈ ਹੈ, ਜਿਹਦੇ ਕਰਕੇ ਸਾਰੇ ਜਿਹੜੇ ਲਾਅ ਬਣੇ ਹੋਏ ਆ ਉਹਦੇ ਥੱਲੇ ਜਿੰਨਾ ਜੋ ਆਰਟੀਕਲ ਹੈਗਾ ਜਿਹੜਾ ਉਹਦੇ ਵਿੱਚ ਹੈ, ਜਿਹੜੀ ਆਪਣੀਆਂ ਤਿੰਨ ਜਿਹੜੀਆਂ ਕਲਾਸੀਫਿਕੇਸ਼ਨਸ ਹੈਗੀਆਂ ਨਾ, ਵੀ ਇਹ ਸਟੇਟ ਲਿਸਟ ਹੈ, ਇਹ ਸੈਂਟਰਲ ਲਿਸਟ ਹੈ, ਉਹ ਜਿਹੜੀ ਸੈਂਟਰ ਦੀ ਲਿਸਟ ਹੈ, ਸਟੇਟ ਲਿਸਟ ਪਾਈ ਹੋਈ ਹੈ ਨਾ, ਉਹ ਜਿੰਨਾ ਚਿਰ ਨਹੀਂ ਕੱਢੀ ਜਾਂਦੀ, ਉਹ ਟੇਢੀ ਇੱਟ ਜਿੰਨਾ ਚਿਰ ਨਹੀਂ ਲੱਗਦੀ ਉਤਰਦੀ, ਉਹਨਾਂ ਚਿਰ ਸਾਰੀ ਜਿਹੜੀ ਇਮਾਰਤ ਹੈ ਉਹ ਨਹੀਂ ਠੀਕ ਹੋਣੀ। ਔਰ ਉਹਦਾ ਰਿਜ਼ਲਟ ਹੀ ਹੈਗਾ ਕਿ ਜਦੋਂ ਵੀ ਆਪਾਂ ਕਿਸੇ ਵੀ
ਕਮਿਸ਼ਨ ਕੋਲ ਜਾਵਾਂਗੇ, ਸੁਪਰੀਮ ਕੋਰਟ ਜਾਓਗੇ ਜਾਂ ਆਪਣੇ ਜਿਹੜੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਜਾਓਗੇ, ਸਾਡੇ ਪੱਖ 'ਚ ਕਦੀ ਵੀ ਫੈਸਲਾ ਨਹੀਂ ਹੋਣਾ। ਸੋ ਮੈਂ ਸਮਝਦਾ ਕਿ ਅੱਜ ਕਰ ਲਓ, ਕੱਲ ਕਰ ਲਓ, ਪਰਸੋਂ ਕਰ ਲਓ, ਠੀਕ ਹੈ। ਹਾਲਾਂਕਿ ਮੈਂ ਜਿੱਦਾਂ ਪਹਿਲਾਂ ਦੱਸਿਆ, ਸਾਡੇ ਕੋਲ ਇਲੈਕਟੋਰਲੀ ਕੋਈ ਬਹੁਤੀ ਸਟਰੈਂਥ ਨਹੀਂ ਹੈ, ਬਿਲਕੁਲ ਪਰ ਜਿੱਦਾਂ ਅਸੀਂ ਜ਼ਿਮੀਦਾਰਾ ਜਿਹੜਾ ਐਜੀਟੇਸ਼ਨ ਹੋਇਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਹੈ। ਹਾਲਾਂਕਿ ਅਗਰੇਰੀਅਨ ਕ੍ਰਾਈਸਿਸ ਜਿਹੜਾ ਹੈਗਾ ਸੀ ਉਹ ਅਜੇ ਵੀ ਉਦਾਂ ਹੀ ਹੈ, ਬਿਲਕੁਲ। ਉਹ ਤਾਂ ਸਿਰਫ 3 ਲਾਅ ਹੀ ਸੀ ਨਾ ਜਿਹੜੇ ਆਏ ਚਲੇ ਗਏ, ਹਾਂਜੀ। ਪਰ ਜਿਸ ਕਰਕੇ ਸੁਸਾਈਡ ਹੋ ਰਹੇ ਸੀ ਉਹ ਤਾਂ ਸੁਸਾਈਡ ਅੱਜ ਵੀ ਹੋ ਰਹੇ ਆ। ਬਿਲਕੁਲ ਬਿਲਕੁਲ। ਸੋ ਮੈਂ ਸਮਝਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹਦੇ ਵਿੱਚ, ਜਿੱਦਾਂ ਮੈਂ ਆਹ ਗੱਲ ਸ਼ੇਅਰ ਕੀਤੀ ਹੈ, ਇਹਦਾ ਪਰਪਸ ਇਹੀ ਹੈ ਕਿ ਸਾਰੇ ਲੋਕ ਜਿਹੜੇ ਹੈਗੇ ਆ ਉਹ ਵੀ ਥੋੜ੍ਹਾ ਬਹੁਤਾ ਇਹਦੇ ਵੱਲ ਧਿਆਨ ਦੇਣ ਕਿ ਇਹ ਜਿਹੜਾ ਕ੍ਰਾਈਸਿਸ ਆਉਣ ਵਾਲਾ ਹੈਗਾ ਇਹਨੂੰ ਆਪਾਂ ਕਿਸ ਤਰ੍ਹਾਂ ਰੋਕੀਏ, ਇਹਦੇ ਕੀ ਸੋਲੂਸ਼ਨਸ ਹੈਗੇ ਆ, ਕੀ ਕਰਨਾ ਚਾਹੀਦਾ ਸਾਨੂੰ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਬੇਵਜ੍ਹਾ ਜਿਹੜਾ ਪੰਜਾਬ ਜਿਹੜਾ ਖੂਨ ਹੈ ਨਾ ਡੁੱਲੇ, ਠੀਕ ਹੈ, ਔਰ ਸਾਰੇ ਜਿਹੜੇ ਲੋਕ ਹੈ ਉਹ ਅੱਛੀ ਤਰ੍ਹਾਂ ਅੱਛੇ ਭਾਈਚਾਰੇ ਦੇ ਤੌਰ ਤੇ ਇੱਕ ਦੂਜੇ ਨਾਲ ਰਹਿ ਸਕਣ। ਮੇਰੀ ਤਾਂ ਬਸ ਇੰਨੀ ਕੀ ਇੱਛਾ ਹੈਗੀ ਆ। ਦੈਟਸ ਵਾਟ ਆਈ ਵਾਂਟ। ਜਿੱਥੋਂ ਤੱਕ ਇੰਦਰਦੀਪ ਜੀ ਪੋਲੀਟੀਕਲ ਲੀਡਰਸ਼ਿਪ ਦਾ ਸਵਾਲ ਹੈਗਾ, ਹਾਂਜੀ। ਅਸੀਂ ਕਿਉਂਕਿ ਪੰਜਾਬ ਤੱਕ ਹੀ ਕਨਫਾਈਨ ਕਰ ਰਹੇ ਹਾਂ, ਮਤਲਬ ਆਲ ਇੰਡੀਆ ਦੀ ਗੱਲ ਨਹੀਂ ਕਰਦੇ, ਹਾਂਜੀ, ਕਿ ਇੱਕ ਸਮਾਂ ਸੀਗਾ ਕਿ ਲੋਕੀ ਪੋਲੀਟੀਕਲ ਪਾਰਟੀ ਚਾਹੁੰਦੇ ਸੀਗੇ ਲੋਕਾਂ ਦੀ ਸੇਵਾ ਕਰਨ ਵਾਸਤੇ, ਕਿਉਂਕਿ ਜਿਹੜੇ ਪੋਲਿਟਿਕਸ ਵਾਲੇ ਆ, ਮਤਲਬ ਜਿਹੜੇ ਪੋਲੀਟੀਕਲ ਐਕਟਿਵਿਸਟ ਹੈਗੇ ਆ, ਉਹ ਜਦੋਂ ਆਪਣਾ ਪ੍ਰੋਫੈਸ਼ਨ ਭਰਦੇ ਆ ਨਾ, ਜਿਹੜੇ ਹੋਲ ਟਾਈਮ ਪੋਲਿਟਿਕਸ ਆ, ਉਹ ਕਹਿੰਦੇ ਸੋਸ਼ਲ ਵਰਕਰ ਹੈ ਨਾ। ਜਿੱਦਾਂ ਆਪਾਂ ਆਪਣੇ ਪ੍ਰੋਫੈਸ਼ਨ ਕੋਈ ਜਿਹਦਾ ਹੈਗਾ ਭਰਦੇ ਆ, ਉਹ ਸੋਸ਼ਲ ਵਰਕਰ ਭਰਦੇ ਆ। ਉਹ ਸੋਸ਼ਲ ਵਰਕ ਲਈ ਆਉਂਦੇ ਸੀਗੇ, ਦੇਸ਼ ਦੀ ਸੇਵਾ ਲਈ ਆਉਂਦੇ ਸੀਗੇ, ਲੋਕਾਂ ਦੀ ਸੇਵਾ ਲਈ ਆਉਂਦੇ ਸੀਗੇ, ਬਿਲਕੁਲ। ਔਰ ਉਹਨਾਂ ਦੇ ਬੜੇ ਵੱਡੇ ਨਾਂ ਸੀਗੇ, ਜੇਲ੍ਹਾਂ ਕੱਟਦੇ ਸੀਗੇ, ਆਜ਼ਾਦੀ ਲਈ ਆਪਣੀਆਂ ਜਿਹੜੀਆਂ ਜਾਇਦਾਦਾਂ ਵੀ ਕੁਰਕ ਕਰਾਈਆਂ, ਫਾਂਸੀਆਂ ਵੀ ਚੁੰਮੀਆਂ। ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਮੈਂ ਬੜਾ ਮਤਲਬ ਪਰੇਸ਼ਾਨ ਵੀ ਹੁੰਦਾ ਆ ਕਿ ਜਲੰਧਰ ਇੱਕ ਬਾਈ ਇਲੈਕਸ਼ਨ ਹੋ ਰਹੀ ਹੈਗੀ ਆ, ਉਹਦੇ ਵਿੱਚ 4 ਵੱਡੀਆਂ ਧਿਰਾਂ ਹੈਗੀਆਂ ਜਿਨ੍ਹਾਂ ਨੇ ਉਹ ਚੋਣ ਲੜਨੀ ਆ। ਉਹਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਕੈਂਡੀਡੇਟ ਆ, ਉਹ ਕਾਂਗਰਸ ਪਾਰਟੀ ਦੇ ਵਿੱਚ ਉਹਦੇ ਹਸਬੈਂਡ ਵੀ ਸੀਗੇ, ਉਹਦੇ ਫਾਦਰ ਇਨ ਲਾ ਵੀ ਸੀਗੇ, 100 ਸਾਲ ਤੋਂ ਉਹ ਇੱਕ ਪਾਰਟੀ ਦੇ ਵਿੱਚ ਕਰ ਰਹੇ ਹੈਗੇ ਆ, ਕਮਿਟਡ ਟੂ ਵਨ ਪਾਰਟੀ। ਉਹ ਕੈਂਡੀਡੇਟ ਹੋ ਗਏ ਜੀ। ਇੱਕ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਜੀ, ਉਹਨਾਂ ਨੇ ਇੱਕ ਕੈਂਡੀਡੇਟ ਲਿਆਂਦਾ ਜਿਹੜਾ ਕਿ ਹੋਰ ਕਿਸੇ ਮਤਲਬ ਕਾਂਗਰਸ ਦੇ ਵਿੱਚ ਸੀਗਾ, ਤੇ ਉਹਨੇ ਇਲੈਕਸ਼ਨ ਲੜੀ ਸੀਗੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ। ਹੁਣ ਐਥੀਕਲੀ ਦੇਖੋ ਕੀ ਗੱਲ ਬਣਦੀ ਹੈਗੀ ਆ ਵੀ ਤੂੰ ਕੱਲ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਰਿਹਾ, ਅੱਜ ਤੂੰ ਆਮ ਆਦਮੀ ਪਾਰਟੀ 'ਚ ਜਾ ਕੇ ਤੇ ਕੈਂਡੀਡੇਟ ਬਣ ਗਿਆ। ਅਗਲੇ ਬੰਨੇ ਹੋਰ ਵੀ ਹੈਰਾਨੀ ਦੀ ਗੱਲ ਕਿ ਬੀਜੇਪੀ ਨੇ ਜਿਹੜਾ ਕੈਂਡੀਡੇਟ ਲੱਭਿਆ ਉਹ ਸੀਗਾ ਸਾਡੇ ਜਿਹੜੇ ਸਰਦਾਰ ਚਰਨਜੀਤ ਸਿੰਘ ਅਟਵਾਲ ਹੁੰਦੇ ਸੀਗੇ ਨਾ, ਉਹਨਾਂ ਦਾ ਬੇਟਾ। ਉਹਨੂੰ ਦਿੱਲੀ ਜਾ ਕੇ ਬੀਜੇਪੀ 'ਚ ਸ਼ਾਮਲ ਕੀਤਾ ਤੇ ਸ਼ਾਮਲ ਕਰਨ ਤੋਂ ਬਾਅਦ ਪਤਾ ਲੱਗਾ ਵੀ ਉਹਦੇ ਨਾਲ ਤਾਂ ਉਹ ਬੰਦੇ ਗਏ ਆ ਜਿਹੜੇ ਬਹੁਤ ਡਰੱਗ ਦਾ ਵੱਡਾ ਕਾਰੋਬਾਰ ਕਰਦੇ ਰਹੇ ਆ, 10-10 ਸਾਲ ਉਹਨਾਂ ਨੇ ਕੈਦ ਕੱਟੀ ਆ। ਉਹ ਹੁਣ ਕਹਿ ਰਹੇ ਆ ਵੀ ਸ਼ਾਇਦ ਇਹਨੂੰ ਨਾ ਕੈਂਡੀਡੇਟ ਬਣਾਇਆ ਜਾਵੇ। ਅੱਛਾ, ਇੱਧਰੋਂ ਕੋਈ MLA ਲੈ ਲਿਆ, ਉੱਧਰੋਂ ਕੋਈ ex-MLA ਲੈ ਲਿਆ। ਇਹਦਾ ਮਤਲਬ ਇਹ ਹੋਇਆ ਇੰਦਰਦੀਪ ਜੀ, ਅਸੀਂ ਕਨਕਲੂਡ ਕਰੀਏ ਵੀ ਹੁਣ ਕੋਈ ਪਾਲਿਸੀ, ਕੋਈ ਨੀਤੀ, ਕੋਈ ਪ੍ਰੋਗਰਾਮ ਨਾ ਰਹਿ ਕੇ ਇੱਕ ਸਮਝ ਲਓ ਵੀ ਖਰੀਦੋ ਫਰੋਖਤ ਵਾਲੀ ਗੱਲ ਆਪਾਂ ਕਹਿ ਸਕਦੇ ਹਾਂ। ਇਹ ਕੀ ਤੁਸੀਂ ਚਿੰਤਾ ਵਾਲੀ ਗੱਲ ਸਮਝਦੇ ਹੋ? ਦੇਖੋ, ਇਸ ਇਸ਼ੂ ਬਾਰੇ ਨਾ ਮੈਂ ਕਾਫੀ ਟਾਈਮ ਤੋਂ ਚਿੰਤਿਤ ਹੈਗਾ। ਮੇਰੇ ਨਾ 2 ਇਸ਼ੂਜ਼ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ। ਦੇਖੋ, ਪਹਿਲੀ ਜਿਹੜੀ ਪਾਰਟੀ ਹੈਗੀ ਸੀ ਇੰਡੀਅਨ ਨੈਸ਼ਨਲ ਕਾਂਗਰਸ, ਕਿਉਂਕਿ ਫਰੀडम ਸਟਰਗਲ 'ਚੋਂ ਨਿਕਲੀ ਹੈਗੀ ਸੀ, ਠੀਕ ਹੈ। ਉਹਦੇ ਨਾਲ ਜਿਹੜਾ ਸੁਪਰ ਸਟਰਕਚਰ ਬਣਿਆ ਸੀ, ਅਖਬਾਰ ਵੀ ਉੱਦਾਂ ਦੇ ਬਣੇ ਹੋਏ ਸੀ, ਮੀਡੀਆ ਵੀ ਉੱਦਾਂ ਦਾ ਬਣਿਆ ਹੋਇਆ ਸੀ, ਠੀਕ ਹੈ, ਤੇ ਜਿਹੜੇ ਉੱਥੋਂ ਦੇ ਲੀਡਰ ਵੀ ਉਹੋ ਜਿਹੇ ਹੈਗੇ ਸੀ। ਪਰ ਜਦੋਂ ਹੁਣ ਕਾਫੀ ਜਨਰੇਸ਼ਨਸ ਲੰਘ ਗਈਆਂ, ਉਹ ਗੱਲ ਫਰੀडम ਵਾਲੀ ਗੱਲ ਤਾਂ ਖਤਮ ਹੋ ਗਈ, ਠੀਕ ਹੈ। ਅੱਜ ਕੀ ਹੈ ਕਿ ਉਹ ਭਾਵੇਂ ਇੰਡੀਅਨ ਨੈਸ਼ਨਲ ਕਾਂਗਰਸ ਹੈ, ਭਾਵੇਂ BJP ਹੈ, ਠੀਕ ਹੈ, ਇਹਨਾਂ ਦੀ ਕਿਸੇ ਵੇਲੇ ਆਈਡੀਓਲੋਜੀ ਸੀ, ਕਿਸੇ ਵੇਲੇ ਆਈਡੀਓਲੋਜੀ ਦੇ ਸਿਰ ਤੇ ਹੀ ਵੋਟਾਂ ਲੈਂਦੇ ਸੀ। ਅੱਜ ਇਹ ਆਈਡੀਓਲੋਜੀ ਰਹਿਤ ਹੋ ਗਿਆ, ਠੀਕ ਹੈ। ਜਿਹੜੀ ਕਾਂਗਰਸ ਸੀ ਉਹ ਕਾਂਗਰਸ ਦੀ ਆਈਡੀਓਲੋਜੀ ਛੱਡ ਗਈ, ਜਿਹੜੀ BJP ਹੈ ਉਹ ਜਿੱਦਾਂ ਕਹਿੰਦੇ ਨਾ ਕਿ ਸੈਫਨਾਈਜੇਸ਼ਨ ਆਫ ਕਾਂਗਰਸ, ਠੀਕ ਹੈ, ਐਂਡ ਕਾਂਗਰੇਜਾਈਜੇਸ਼ਨ ਆਫ BJP, ਉਹ ਗੱਲਾਂ ਚੱਲ ਰਹੀਆਂ। ਜਿਹੜਾ ਲੈਫਟ ਸੀ ਉਹ ਲੈਫਟ ਨਹੀਂ ਰਿਹਾ, ਠੀਕ ਆ। ਉਹਦੇ 'ਚ ਕਿੰਨੀਆਂ ਇੱਕ ਤਾਂ ਚਫਾੜ ਬੜੇ ਹੋ ਗਏ, ਹਾਂਜੀ, ਤੇ ਦੂਜਾ ਕੋਈ ਆਪਣੀ ਜਿਹੜੀਆਂ ਪੁਰਾਣੀਆਂ ਆਈਡੀਓਲੋਜੀਜ਼ ਹੈ ਉਹ ਛੱਡ ਕੇ ਲੋਕਾਂ ਨਾਲ ਜਿਹੜਾ ਉਹਨਾਂ ਦਾ ਗ੍ਰਾਸ ਰੂਟ ਸੇ ਜਿਹੜਾ ਕਨੈਕਸ਼ਨ ਸੀ ਉਹ ਖਤਮ ਹੋ ਗਿਆ,
ਠੀਕ ਆ। ਅੱਜ ਕੱਲ੍ਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਨਾਂ ਦੀ, ਉਹ ਦਿੱਲੀ ਵੱਖਰੇ ਵੱਖਰੇ ਜਗ੍ਹਾ ਤੇ ਤੁਹਾਨੂੰ ਮਿਲਦੀ ਹੈ, ਥੱਲੇ ਗਰਾਊਂਡ ਤੇ ਲੈਵਲ ਤੇ ਉਹਨਾਂ ਦਾ ਜਿਹੜਾ ਕੈਡਰ ਸੀ ਉਹ ਖਤਮ ਹੋ ਗਿਆ, ਕਿਉਂਕਿ ਦੋ ਹੀ ਪਾਰਟੀਆਂ ਕੈਡਰ ਵਾਲੀਆਂ, ਇੱਕ ਤਾਂ ਬੀਜੇਪੀ ਦੀ ਆ, ਇੱਕ ਲੈਫਟ ਵਾਲਿਆਂ ਦੀ ਆ। ਸੋ ਇਹ ਜਿਹੜੀ ਹੁਣ ਗੱਲ ਆ ਗਈ ਕਿ ਇੱਕ ਤਾਂ ਇਹ ਹੈ ਕਿ ਆਈਡੀਓਲੋਜੀ ਖਤਮ ਹੋ ਗਈ ਇਹਨਾਂ ਦੀ। ਹੁਣ ਤਾਂ ਵਾਕਈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਹੁਣ ਤਾਂ ਇਹ ਇੱਕ ਪਾਵਰ ਗੇਮ ਹੋ ਗਈ। ਬਿਲਕੁਲ। ਉਹਦੇ ਵਿੱਚ ਜਿਹੜਾ ਪੋਲੀਟੀਕਲ ਬੰਦਾ ਹੈਗਾ, ਉਹ ਭਾਵੇਂ ਐਮਐਲਏ ਹੈ ਭਾਵੇਂ ਐਮਪੀ ਹੈ, ਉਹ ਬਿਜ਼ਨਸਮੈਨ ਬਣ ਗਿਆ, ਉਹ ਸੇਵਾ ਕਰਨ ਨਹੀਂ ਆਉਂਦਾ, ਉਹ ਵਪਾਰ ਕਰਨ ਲੱਗ ਗਿਆ। ਠੀਕ ਹੈ ਜੀ। ਔਰ ਤੀਜੀ ਗੱਲ ਜਿਹੜੀ ਕਿ ਮੈਨੂੰ ਬਹੁਤ, ਜਿੱਦਾਂ ਹੁਣ ਆਪਾਂ ਕੰਸਰਨ ਦੀ ਗੱਲ ਕਰ ਰਹੇ ਹਾਂ ਨਾ, ਉਹ ਮੈਂ ਤੁਹਾਨੂੰ ਦੱਸਣ ਲੱਗਿਆ, ਉਹ ਹੈਗੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ। ਉਹ ਜਿੱਦਾਂ ਆਪਣੇ ਕੋਲ ਬੜੀ, ਜਦੋਂ ਮਲਟੀਨੈਸ਼ਨਲ ਕਾਰਪੋਰੇਸ਼ਨ ਦੀ ਗੱਲ ਕਰਦੇ ਆ ਤਾਂ ਆਪਣੇ ਕੋਲ ਉਹ ਜਿਹੜੀ ਕਾਰਬਾਈਡ ਫੈਕਟਰੀ ਹੁੰਦੀ ਸੀ ਐਵਰੈਡੀ ਵਾਲੀ ਜੀ, ਉਹ ਬਣਦੀ ਕਿੱਥੇ ਸੀ? ਜਾ ਕੇ ਭੋਪਾਲ, ਜਿੱਥੇ ਟ੍ਰੈਜਡੀ ਹੋਈ, ਗੈਸ ਲੀਕ ਹੋਈ, ਕਿੰਨੇ ਲੋਕ ਮਰ ਗਏ। ਠੀਕ ਹੈ। ਹੁਣ ਉਹਦੇ ਵਿੱਚ ਕੀ ਹੋਇਆ, ਜਦੋਂ ਮੈਂ ਉਹਨੂੰ ਸਟੱਡੀ ਕੀਤਾ, ਮੈਂ ਇੱਕ ਚੀਜ਼ ਨੋਟ ਕੀਤੀ ਕਿ ਸਭ ਤੋਂ ਵੱਡੀ ਜਿਹੜੀ ਟ੍ਰੈਜਡੀ ਆ ਉਸ ਵੇਲੇ ਹੋਈ, ਉਹ ਇਹ ਹੋਈ ਕਿ ਸਰਕਾਰ ਬੇਵੱਸ ਹੋ ਗਈ। ਇਹ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਕਿਸੇ ਦੇਸ਼ 'ਚ ਜਾਂਦੀਆਂ, ਠੀਕ ਹੈ, ਇਹ ਸਾਡੇ ਜਿਹੜਾ ਇਲੈਕਟੋਰਲ ਸਿਸਟਮ ਹੈ ਉਹ 'ਚ ਬਾਹਰ ਹੁੰਦੀਆਂ। ਤੁਸੀਂ ਪ੍ਰਾਈਮ ਮਿਨਿਸਟਰ ਨੂੰ ਵੀ ਕਹੋਗੇ ਕਿ ਯਾਰ ਮੈਂ ਹੁਣ ਇਹਨੂੰ ਕਿੱਦਾਂ ਕਹਾਂ, ਤੁਸੀਂ ਤਾਂ ਪ੍ਰਾਈਮ ਮਿਨਿਸਟਰ ਨੂੰ ਪੁੱਛ ਸਕਦੇ ਹੋ ਕਿ ਪ੍ਰਾਈਮ ਮਿਨਿਸਟਰ ਸਾਹਿਬ ਇਹ ਜਿਹੜੀ ਕੰਪਨੀ ਹੈ ਇਹਨੇ ਸਾਡਾ ਨੁਕਸਾਨ ਇੰਨਾ ਕਰਤਾ। ਠੀਕ ਹੈ। ਪਰ ਮੈਂ ਸਮਝਦਾ ਕਿ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਹੈ, ਇਹਨਾਂ ਦੀ ਆਮਦ ਦੇ ਨਾਲ ਜਿਹੜਾ ਸਾਡਾ ਇਲੈਕਟੋਰਲ ਸਿਸਟਮ ਹੈ ਉਹਦੀ ਜਿਹੜੀ ਅਕਾਊਂਟੇਬਿਲਿਟੀ ਹੈਗੀ ਹੈ ਉਹ ਖਤਮ ਹੋ ਗਈ ਹੈ। ਅਸੀਂ ਉਹਨਾਂ ਨੂੰ ਪੁੱਛ ਹੀ ਨਹੀਂ ਸਕਦੇ। ਮਤਲਬ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ, ਉਹ ਤੁਹਾਨੂੰ ਆ ਕੇ ਨਹੀਂ ਕਹਿਣਗੇ ਵੀ ਅਸੀਂ ਇਹਨਾਂ ਨੂੰ ਕਹਿ ਨਹੀਂ ਸਕਦੇ, ਉਹ ਕਹਿਣਗੇ ਲਓ ਅੱਜ ਹੀ ਅਸੀਂ ਚਿੱਠੀ ਪਾ ਦਿੰਦੇ ਹਾਂ। ਪਰ ਮੈਨੂੰ ਪਤਾ ਅੰਦਰੋਂ ਕਿ ਉਹਨਾਂ ਦਾ ਇਹ ਕੁਝ ਨਹੀਂ ਕਰ ਸਕਦੇ। ਉਹ ਭਾਵੇਂ ਨਿਊਕਲੀਅਰ ਬਲਾਸਟ ਹੋ ਜੇ ਜਿੱਦਾਂ ਚਰਨੋਬਿਲ ਦੇ ਵਿੱਚ ਹੋਇਆ, ਠੀਕ ਹੈ, ਜਾਂ ਤੁਸੀਂ ਹੁਣ ਬੜੇ ਵੱਡੇ ਤੁਸੀਂ ਪਲਾਂਟਸ ਲਗਾਉਂਦੇ ਹੋ, ਕਿਸੇ ਦੀ ਗੈਸ ਲੀਕ ਹੋ ਗਈ, ਕੁਝ ਹੋ ਗਿਆ, ਤੁਸੀਂ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਕੁਝ ਨਹੀਂ ਕਹਿ ਸਕਦੇ, ਜੋ ਮਰਜ਼ੀ ਉਹ ਕਰਕੇ ਚਲੀ ਜਾਏ। ਠੀਕ ਹੈ। ਕਿਉਂ? ਉਹ ਅਕਾਊਂਟੇਬਲ ਹੀ ਨਹੀਂ ਹੈ। ਤੁਸੀਂ ਦੱਸੋ, ਇੱਕ ਮਲਟੀਨੈਸ਼ਨਲ ਕਾਰਪੋਰੇਸ਼ਨ ਹੈ, ਉਹਦਾ ਮਾਲਕ ਹੈ, ਉਹ ਕਹਿੰਦਾ ਠੀਕ ਹੈ ਯਾਰ ਇੰਡੀਆ 'ਚ ਮੈਂ ਕੰਮ ਕੀਤਾ, ਠੀਕ ਹੈ, ਅੱਜ ਮੇਰੇ ਇੱਥੇ ਹਾਲਾਤ ਖਰਾਬ ਹੋ ਗਏ, ਚੱਕ ਗੱਡੀ ਮੈਨੂੰ ਛੱਡ 에ਅਰਪੋਰਟ ਤੇ, ਜਿੱਦਾਂ ਐਂਡਰਸਨ ਭੱਜ ਗਿਆ ਸੀ ਇਹਦਾ ਭੋਪਾਲ ਗੈਸ ਟ੍ਰੈਜਡੀ ਵਾਲਾ, ਮੈਨੂੰ ਬਾਹਰ ਕੱਢ ਦੇ, ਦੈਟਸ ਇਟ। ਜਿਹੜੇ ਲੋਕ ਮਰਦੇ ਆ ਮਰੀ ਜਾਣ। ਮਤਲਬ ਇਹ ਜਿਹੜਾ ਫਿਕਰ ਹੈ ਇਹ ਮੈਨੂੰ ਬਹੁਤ ਜ਼ਿਆਦਾ, ਔਰ ਮੈਂ ਚਾਹੁੰਦਾ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਜਨਰੇਸ਼ਨਸ ਹੈਗੀਆਂ ਉਹ ਇਹਦੇ ਵੱਲ ਧਿਆਨ ਦੇਣ। ਠੀਕ ਹੈ। ਔਰ ਦੇਖਣ ਕਿ ਸਾਡੇ ਇਲੈਕਟੋਰਲ ਜਿਹੜਾ ਸਿਸਟਮ ਹੈ ਉਹ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ, ਤਾਂ ਕਿ ਜਿਹੜੀਆਂ ਇਹ ਕਾਰਪੋਰੇਸ਼ਨਸ ਹੈਗੀਆਂ ਇਹ ਪਹਿਲਾਂ ਸਾਡੀ ਸਰਕਾਰ ਦੇ ਲਈ ਅਕਾਊਂਟੇਬਲ ਹੋਣ, ਤਾਂ ਕਿ ਜੇ ਅਸੀਂ ਸਰਕਾਰ ਨੂੰ ਕੁਝ ਕਹੀਏ ਤਾਂ ਉਹਦੇ ਕੰਨ ਮਰੋੜ ਸਕਣ। ਹੁਣ ਕੀ ਹੈ ਕਿ ਅਸੀਂ ਸਰਕਾਰ ਨੂੰ ਤਾਂ ਕਹਿ ਸਕਦੇ ਹਾਂ, ਅਸੀਂ ਪ੍ਰਾਈਮ ਮਿਨਿਸਟਰ ਨੂੰ ਵੀ ਕਹਿ ਸਕਦੇ ਹਾਂ ਕਿ ਪ੍ਰਾਈਮ ਮਿਨਿਸਟਰ ਜੀ ਉਹ ਪਾਰਟੀ ਨੇ, ਉਹ ਜਿਹੜੀ ਉਹ ਫਲਾਣੀ ਫਰਮ ਹੈ, ਉਹਨੇ ਸਾਡਾ ਨੁਕਸਾਨ ਕੀਤਾ। ਪਰ ਪ੍ਰਾਈਮ ਮਿਨਿਸਟਰ ਸਾਨੂੰ ਪਤਾ ਹੈ ਕਿ ਉਹ ਕੁਝ ਕਰ ਹੀ ਨਹੀਂ ਸਕਦਾ। ਹੁਣ ਤੇ ਉਲਟ ਹੋ ਗਿਆ ਨਾ। ਹੁਣ ਜਿਹੜੀਆਂ ਇਹ ਮਤਲਬ ਕਾਰਪੋਰੇਟ ਸੈਕਟਰ ਹੈਗਾ, ਕਾਰਪੋਰੇਟ ਸੈਕਟਰ ਹੀ ਇਲੈਕਟੋਰਲ ਸਿਸਟਮ ਜਿਹੜਾ ਉਹਨੂੰ ਚਲਾਉਣ ਲੱਗ ਗਿਆ। ਉਹੀ ਕਿਹਾ ਨਾ, ਉਹ ਪੈਸੇ ਦੇਣ ਲੱਗ ਗਿਆ ਤੇ ਉਹ ਜਿੱਦਾਂ ਅਖਾਣ ਹੈਗਾ ਵੀ ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ, ਉਹ ਜਿਹਦੇ ਕੋਲ ਪੈਸੇ ਲਏ ਆ ਜੀ ਉਹਨੂੰ ਕਿੱਦਾਂ ਕਹਿਣ। ਸੋ ਇਹ ਜਿਹੜੀ ਗੱਲ ਹੈ ਜੀ, ਇਹ ਕੰਸਰਨ ਬਿਲਕੁਲ ਸਾਡੀ ਜਿਹੜੀ ਕੰਟੈਂਪਰੇਰੀ ਯੂਥ ਹੈਗਾ, ਨਾਟ ਓਨਲੀ ਕਿ ਪੰਜਾਬੀਆਂ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਜਿਹੜਾ ਥਰੂ ਆਊਟ ਦਾ ਵਰਲਡ ਯੂਥ ਹੈਗਾ, ਉਹਨਾਂ ਦੀ ਇਹ ਫਿਕਰਮੰਦੀ ਦੀ ਗੱਲ ਹੈਗੀ ਆ ਕਿ ਜੇ ਸਾਰਾ ਸਿਸਟਮ ਕਾਰਪੋਰੇਸ਼ਨਾਂ ਚਲਾਉਣ ਲੱਗ ਗਈਆਂ, ਕਾਰਪੋਰੇਟ ਸੈਕਟਰ ਹੀ ਚਲਾਉਣ ਲੱਗ ਗਿਆ, ਤੇ ਕਾਰਪੋਰੇਟ ਸੈਕਟਰ ਇਜ਼ ਆਲਵੇਜ਼ ਫਾਰ ਪ੍ਰੋਫਿਟ। ਉਹਨੇ ਤਾਂ ਲੋਕਾਂ ਦੀ ਜ਼ਿੰਦਗੀ ਨੂੰ ਇੰਪਰੂਵ ਕਰਨ ਲਈ ਜਾਂ ਮਨੁੱਖੀ ਜ਼ਿੰਦਗੀ ਦੀ ਇੰਪਰੂਵਮੈਂਟ ਲਈ ਕੁਝ ਵੀ ਨਹੀਂ ਕਰਨਾ। ਸੋ ਇਸ ਕਰਕੇ ਜੀ ਇਹ ਤੁਸੀਂ ਇੰਦਰਦੀਪ ਜੀ ਬਹੁਤ ਵਧੀਆ ਜਿਹੜਾ ਨੁਕਤਾ ਹੈਗਾ, ਆਪਣੇ ਜਿਹੜੇ ਕੰਸਰਨ ਵੀ ਸਾਂਝੇ ਕੀਤੇ ਹੈਗੇ ਆ, ਉਹ ਚਾਹੇ ਸਾਡੇ ਪਾਣੀ ਨਾਲ ਸੰਬੰਧਿਤ ਹੋਣ ਜਾਂ ਸਾਡੇ ਖੇਤੀਬਾੜੀ ਕ੍ਰਾਈਸਿਸ ਨਾਲ ਸੰਬੰਧਿਤ ਹੋਣ ਜਾਂ ਓਵਰਆਲ ਹਿਊਮੈਨਿਟੀ ਨਾਲ ਸੰਬੰਧਿਤ ਹੋਣ, ਉਹ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੇਸ਼ ਕੀਤੇ ਆ। ਔਰ ਅਸੀਂ ਗਾਂਹ ਵੀ ਤੁਹਾਡੀ ਜਿਹੜੀ ਇਹ ਵਿਜ਼ਡਮ ਹੈਗੀ ਆ, ਤੁਹਾਡਾ ਜਿਹੜਾ ਨੌਲੇਜ ਆ, ਉਹਦਾ ਫਾਇਦਾ ਉਠਾਉਂਦੇ ਰਵਾਂਗੇ। ਤੇ ਦਰਸ਼ਕੋ, ਸਰਦਾਰ ਇੰਦਰਦੀਪ ਸਿੰਘ ਹੋਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਅੱਜ ਤੁਹਾਡੇ ਰੂਬਰੂ ਹੋਏ ਨੇ, ਤੇ ਨਾਲ ਦੀ ਨਾਲ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਹੀ ਸਿਆਣੇ ਵਿਅਕਤੀ, ਵਿਜ਼ਡਮ ਵਾਲੇ ਵਿਅਕਤੀ ਜਿਹੜੇ ਆ, ਉਹ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਰੂਬਰੂ ਕਰਾਉਂਦੇ ਰਹਿਣਗੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।